वेरी गुड वेरी गुड, बहुत हो गया, शुरू हो गया। चलो, सो आज का टॉपिक है चौथा पद, तुरिया, 4 स्टेट। तिना स्टेट्स विच असी जीने, हर आदमी तिना स्टेट्स विच जींदा। तिना स्टेट्स तो बिना, तिना गुणा तो बिना संसार नहीं बन सकता। ये 3 गुण जिहड़े ने, ये एलीमेंट्स हैं, जिहड़े 5 एलीमेंट्स हैं, उन्हां दे गुण हैगे ने। ते जो जिन्नी भी संसार बनया, जिहड़ा दिसदा संसार है, सड़गुण रूप है, ਉਹਦੇ ਵਿੱਚ 3 ਗੁਣ। ਉਹਦੇ ਤੋਂ ਕੌਣ ਫ੍ਰੀ ਹੁੰਦੇ ਨੇ? ਜਿਹੜੇ परमात्मा ਤੇ ਖਰ ਆਂਦਾ ਹੀ ਨਹੀਂ, ਕਿਉਂਕਿ परमात्मा ਤੇ ਸਰੀਰ ਵਿੱਚ ਹੈ ਹੀ ਨਹੀਂ। ਪਰ ਜਿਹੜੇ ਅਵਤਾਰ ਨੇ, ਉਹ ਵੀ ਜਿਹੜੇ ਨੇ, ਉਹ 3 ਗੁਣਾਂ ਵਿੱਚ ਨਹੀਂ ਹੁੰਦੇ। ਪਿਛਲੀ ਵਾਰੀ ਮੈਂ ਕਿਹਾ ਸੀ ਨਾ, ਸਤਿਗੁਰ ਨਾਨਕ ਪ੍ਰਗਟਿਆ। ਅਸੀਂ ਇਹ ਨਹੀਂ ਕਦੀ ਕਹਿੰਦੇ ਕਿ ਸਤਿਗੁਰ ਨਾਨਕ ਪੈਦਾ ਹੋਏ, ਅਸੀਂ ਕਹਿੰਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ। ਇਹ ਜਿਹੜੀਆਂ ਰੂਹਾਂ ਹੁੰਦੀਆਂ ਨੇ, ਇਹ ਸੰਸਾਰ ਤੇ ਇਹਨਾਂ ਨੂੰ ਭੇਜਿਆ ਜਾਂਦਾ ਹੈ ਵਕਤ ਦੀ ਜ਼ਰੂਰਤ ਦੇ ਨਾਲ। ਜਦੋਂ ਕਿ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਂਦਾ ਹੈ, ਡਿਸਆਰਡਰ ਹੋ ਜਾਂਦਾ ਹੈ, ਪਰਮਾਤਮਾ ਦੇ ਜਿਹੜੇ ਲਾਜ਼ ਨੇ ਉਹ ਲੋਕੀ ਕਨਫਿਊਜ਼ਡ ਇੰਨੇ ਹੋ ਜਾਂਦੇ ਨੇ ਕਿ ਉਹਦੇ ਤੋਂ ਬਿਲਕੁਲ ਇੱਧਰ ਉੱਧਰ ਹੋ ਜਾਂਦੇ ਨੇ। ਤੇ ਉਸ ਵੇਲੇ ਫਿਰ ਕਿਸੇ ਐਸੀ ਰੂਹ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਉਸ ਵਕਤ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਗਿਆਨ ਦੇਵੇ ਲੋਕਾਂ ਨੂੰ। ਸੋ ਫਰਮ ਟਾਈਮ ਟੂ ਟਾਈਮ ਤੁਸੀਂ ਦੇਖਿਆ ਕਿ ਹਰ ਧਰਮ ਦੇ ਵਿੱਚ ਜਿਹੜੇ ਅਵਤਾਰ ਨੇ ਆਉਂਦੇ ਰਹੇ ਨੇ। ਕ੍ਰਿਸਚਨ ਦੇ ਵਿੱਚ ਕ੍ਰਾਈਸਟ ਆਇਆ, ਉਹਨਾਂ ਦੇ ਵਿੱਚ ਮੁਹੰਮਦ ਆਇਆ, ਉਹਨਾਂ ਦੇ ਵਿੱਚ ਕ੍ਰਿਸ਼ਨ ਆਏ, ਗੁਰੂ ਨਾਨਕ ਜੀ ਆਏ। ਤਾਂ ਉਹ ਜ਼ਰੂਰਤ ਹੁੰਦੀ ਹੈ, ਉਹਨਾਂ ਦੇ ਵਿੱਚ 3 ਗੁਣ ਨਹੀਂ ਹੁੰਦੇ। ਬਾਕੀ ਜਿੰਨੀਆਂ ਚੀਜ਼ਾਂ ਨੇ ਉਹਨਾਂ ਦੇ 3 ਗੁਣ ਹੁੰਦੇ ਨੇ। ਫਿਰ ਇਹ 3 ਗੁਣ ਉਦੋਂ ਖਤਮ ਵੀ ਹੋ ਜਾਂਦੇ ਨੇ ਜਿਹੜੇ ਕਿ ਚੌਥੇ ਗੁਣ ਵਿੱਚ ਆ ਜਾਂਦੇ ਨੇ। ਸੋ ਜਿਹੜਾ ਮੈਂ ਤੁਹਾਨੂੰ ਦੱਸਿਆ, ਜਿਵੇਂ ਕਿ ਤਮੋ ਜਿਹੜਾ ਹੈ ਉਹ ਇਨਰਸ਼ੀਆ, ਸੁਸਤੀ, ਲੇਜ਼ੀਨੈਸ, ਕਿ ਨਿਕੰਮਾਪਨ, ਨੈਗੇਟਿਵਿਟੀ, ਮਤਲਬ ਨੈਗੇਟਿਵ ਸਾਈਡ ਤੇ। ਬਟ ਉਹਨੂੰ ਅਸੀਂ ਟੋਟਲੀ ਨੈਗਲੈਕਟ ਵੀ ਨਹੀਂ ਕਰ ਸਕਦੇ। ਉਹਦੀ ਜਿਹੜੀ ਜ਼ਰੂਰਤ ਹੈ ਉਹ ਤੇ ਅਸੀਂ ਪੂਰੀ ਜਿਹੜੀ ਹੈ ਉਹ ਵਿੱਚ, ਉਹ ਫਿਰ ਚੌਥੇ ਵਿੱਚ ਆ ਜਾਂਦੀ ਹੈ। ਉਹ ਹੈਗੀ ਹੈ ਕਿ ਰਿਲੈਕਸ ਕਰਨਾ ਵੀ ਤੇ ਸੁਸਤੀ ਹੈ, ਸੌਣਾ ਵੀ ਸੁਸਤੀ ਹੈ। ਬਟ ਇਹ ਫਿਰ ਜਿਹੜਾ ਇਹ ਉਸ ਗੁਣ ਵਿੱਚ ਨਹੀਂ ਰਹਿੰਦਾ। ਸਿਮਿਲਰਲੀ ਰਜੋ, ਕੰਮ ਕਰਨਾ, ਐਕਟਿਵ ਰਹਿਣਾ। ਕਈਆਂ ਦਾ ਮਾਈਂਡ ਇੰਨਾ ਐਕਟਿਵ ਹੁੰਦਾ ਕਿ ਰਾਤੀ ਉਹਨਾਂ ਨੂੰ ਗੋਲੀ ਖਾਣੀ ਪੈਂਦੀ ਹੈ, ਮਾਈਂਡ ਜਿਹੜਾ ਹੈ ਉਹ ਚੁੱਪ ਨਹੀਂ ਕਰਦਾ। ਕਿਉਂ? ਕਿ ਬਹੁਤ ਜ਼ਿਆਦਾ ਰਜੋ ਹੈ, ਬਹੁਤ ਐਕਟੀਵਿਟੀ ਹੈ। ਲੇਕਿਨ ਐਕਟੀਵਿਟੀ ਕੀ ਹੈ? ਸਾਰੀ ਐਕਟੀਵਿਟੀ ਜਿਹੜੀ ਸੰਸਾਰਿਕ ਹੈ, ਨਿਰੰਕਾਰ ਦੀ ਨਹੀਂ, ਸੰਸਾਰ ਦੀ ਹੈ। ਘਰ ਬਾਹਰ, ਖਾਣਾ ਪੀਣਾ, ਮਕਾਨ, ਕਾਰ, ਪ੍ਰੋਫੈਸ਼ਨ, ਰਿਸ਼ਤੇਦਾਰ, ਸਾਰੇ ਮਤਲਬ ਹੋਰ 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 ਹਰ ਵੇਲੇ ਕੰਮ ਕਰਨ। ਹੁਣ ਜਦੋਂ ਕਿ ਫਿਰ ਇਹਨਾਂ ਨੂੰ ਰਜੋ ਤੇ ਤਮੋ ਦੋਨਾਂ ਨੂੰ ਬੈਲੈਂਸ ਕਰਨਾ ਪੈਂਦਾ ਸਤੋ ਵਿੱਚ ਲਿਆਉਣ ਵਾਸਤੇ। ਤੋ ਫਿਰ ਕੀ ਹੈ ਕਿ ਸਤੋ ਜਿਹੜਾ ਹੈ ਉਹ ਵੇ ਕਿ ਜਦੋਂ ਤਮੋ ਤੇ ਰਜੋ ਦੋਨੋਂ ਨੂੰ ਸੁਲਝਾ ਦਈਏ ਕਿ ਤਮੋ ਨੂੰ ਕਿਸ ਤਰ੍ਹਾਂ ਵਰਤਣਾ ਔਰ ਰਜੋ ਨੂੰ ਕਿਸ ਤਰ੍ਹਾਂ ਵਰਤਣਾ। ਰਜੋ ਰੱਖਣਾ ਤਾਂ ਜ਼ਰੂਰ ਹੈ, ਕਿਉਂਕਿ ਜਿਹੜੀ ਕਿਰਤ ਕਮਾਈ ਸਾਰੀ ਉਹ ਸਾਡੀ ਐਕਟੀਵਿਟੀ ਤੇ ਬਹੁਤ ਜ਼ਰੂਰ ਹੈ ਨਾ। ਉਹ ਤਾਂ ਗੁਰੂ ਨਾਨਕ ਦੇਵ ਜੀ ਨੇ ਤੇ ਪਹਿਲਾਂ ਹੀ ਕਹਿਤਾ ਕਿਰਤ ਮੀਨਸ ਐਕਟੀਵਿਟੀ। ਲੇਕਿਨ ਉਹ ਫਿਰ ਐਕਟੀਵਿਟੀ ਜਿਹੜੀ ਹੈ ਉਹਦੇ ਵਿੱਚ ਫਿਰ ਸਾਤਵਿਕਤਾ ਆ ਜਾਏ। ਜਿਹੜੀ ਤਮੋ ਹੈ ਉਹ ਫਿਰ ਸਿਰਫ ਇਹ ਹੈ ਕਿ ਰਿਲੈਕਸੇਸ਼ਨ ਤੇ ਰਹਿ ਗਈ, ਸੌਣ ਤੇ ਰਹਿ ਗਈ, ਬਟ ਵਿਚਾਰਾਂ ਵਿੱਚ ਨਹੀਂ ਰਹਿ ਗਈ। ਉਹ ਟ੍ਰਾਂਸਫਰ ਹੁੰਦੀ ਦੋਨੋਂ ਇਹ ਜਿਹੜੀਆਂ ਰਜੋ ਤੇ ਤਮੋ ਨੇ ਇਹ ਸਤੋ ਵਿੱਚ ਚਲੀਆਂ ਜਾਣ। ਲੇਕਿਨ ਸਤੋ ਵਿੱਚ ਅਜੇ ਪੂਰੀ ਕਲੀਨਿੰਗ ਨਹੀਂ ਹੋਈ, ਮਤਲਬ ਇੰਨੀਆਂ ਪਿਓਰ ਉਹ ਨਹੀਂ ਹੋਈਆਂ ਕਿ ਉਹ ਚੌਥੇ ਵਿੱਚ ਜਾ ਸਕਣ। ਚੌਥਾ ਪਦ ਬਹੁਤ ਉੱਚੀ ਅਵਸਥਾ ਹੈ, ਬਹੁਤ ਉੱਚੀ ਅਵਸਥਾ ਹੈ। ਸਾਰੀ ਪ੍ਰੈਕਟਿਸ ਜਿਹੜੀ ਸਾਡੀ ਜਿਹੜੀ ਉਸ ਪਾਸੇ ਜਾ ਰਹੀ ਹੈ। ਪਰ ਹੁਣ ਅਸੀਂ ਕੀ ਕਰ ਰਹੇ ਹਾਂ? ਅਸੀਂ ਤਮੋ ਨੂੰ, ਰਜੋ ਨੂੰ ਸਤੋ ਵਿੱਚ ਲਿਆ ਕੇ ਤੇ ਫਿਰ ਅਸੀਂ ਚੌਥੇ ਵਿੱਚ ਜਾਣ ਦੀ ਟ੍ਰੇਨਿੰਗ ਜਿਹੜੀ ਲੈ ਰਹੇ।
ਸੋ ਹੁਣ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਜੋ ਅਸੀਂ ਕਰ ਰਹੇ ਹਾਂ ਬੈਲੈਂਸ ਹੀ ਹੈ। ਤੋ ਇਹ ਬੈਲੈਂਸ ਕਰਦਿਆਂ ਕਰਦਿਆਂ ਬੜਾ ਲੰਬਾ ਟਾਈਮ ਲੱਗਦਾ ਹੈ। ਫਿਰ ਜਾ ਕੇ ਅਸੀਂ ਚੌਥੇ ਵਿੱਚ ਐਂਟਰ ਤੇ ਹੋ ਜਾਂਦੇ ਹਾਂ, ਪਰ ਕੰਪਲੀਸ਼ਨ ਜਿਹੜੀ ਹੈ ਉਹ ਬਹੁਤ ਲੰਬਾ ਟਾਈਮ ਲੱਗਦਾ। ਸੋ ਉਹਦੀ ਜਿਹੜੀ ਸਭ ਤੋਂ ਜਿਹੜੀ ਪਹਿਲੀ ਜ਼ਰੂਰਤ ਹੈ ਉਹ ਹੈ ਪਿਓਰਿਟੀ। ਸਭ ਤੋਂ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਸਾਡੇ ਘਰ ਕਿਸੇ ਮਹਿਮਾਨ ਨੇ ਆਣਾ ਹੋਵੇ ਜਾਂ ਵੈਸੇ ਵੀ ਸਵੇਰੇ ਉੱਠ ਕੇ ਅਸੀਂ ਆਪਣਾ ਸਾਰਾ ਘਰ ਸਾਫ਼ ਕਰਨੇ ਆ, ਭਾਂਡੇ ਅਸੀਂ ਸਾਫ਼ ਕਰਨੇ ਆ, ਸਭ ਕੁਝ ਸਾਫ਼ ਕਰਨੇ ਆ, ਤਾਂ ਅਸੀਂ ਖਾਣਾ ਬਣਾਉਂਦੇ ਆ। ਲੇਕਿਨ ਕੀ ਹੈ ਕਿ ਮਨ ਤੇ ਦਿਸਦਾ ਨਹੀਂ, ਮਨ ਤੇ ਅੰਦਰ ਹੈ, ਮਨ ਤੇ ਤਮੋ ਰਜੋ ਵਿੱਚ ਟੋਟਲੀ ਪਿਆ ਹੋਇਆ, ਪਰ ਅਸੀਂ ਮਤਲਬ ਬੇਕਾਰ। ਲੇਕਿਨ ਜੇ ਅਸੀਂ ਉਹ ਸਿਰਫ ਅਸੀਂ ਆਰਡੀਨਰੀ ਖਾਣਾ ਖਾਣ ਵਾਸਤੇ, ਆਰਡੀਨਰੀ ਲਾਈਫ ਵਾਸਤੇ ਇੰਨੀ ਸਫਾਈ ਕਰਦੇ ਆ, ਤੇ ਉਹ ਜਿਹੜਾ ਇੰਨਾ ਉੱਚਾ ਹੈ, ਜਿਹੜਾ ਨਿਰਅੰਜਨ ਹੈ, ਜਿਹਨੂੰ ਅੰਜਨ ਹੈ ਹੀ ਨਹੀਂ, ਉਹਨੂੰ ਅਸੀਂ ਅੰਜਨ ਵਾਲੇ ਭਾਂਡੇ ਵਿੱਚ ਪਾਵਾਂਗੇ ਤੇ ਉਹ ਕੀ ਹਾਲ ਹੋ ਜਾਏਗਾ। ਸੋ ਜਿਹੜਾ ਜੋ ਉਹਦਾ ਸੁਭਾਅ ਹੈ, ਉਹਦੇ ਸੁਭਾਅ ਵਿੱਚ ਅਸੀਂ ਜਾਵਾਂਗੇ ਤਾਂ ਉਸ ਗੁਣ ਵਿੱਚ ਜਾਵਾਂਗੇ। ਚੌਥਾ ਗੁਣ ਜਿਹੜਾ, ਸੋ ਸਭ ਤੋਂ ਜਿਹੜੀ ਜ਼ਰੂਰੀ ਗੱਲ ਉਹ ਪਿਓਰਿਟੀ, ਪਵਿੱਤਰਤਾ, ਸੁੱਚ ਹੋਵੇ ਤਾਂ ਸੱਚ ਪਾਈ। ਇਹਦੇ ਵਿੱਚ ਇੱਕ ਪੌੜੀ ਆਸਾ ਦੀ ਵਾਰ ਦੇ ਵਿੱਚ ਬੜੀ ਰੈਲੇਵੈਂਟ ਹੈ, ਸੁੱਚ ਹੋਵੇ ਤਾਂ ਸੱਚ ਪਾਈ। ਉਹ ਵੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ। ਤੁਹਾਨੂੰ ਸਭ ਨੂੰ ਮੇਰੇ ਹਾਲੇ ਆਂਦੀ ਹੋਏਗੀ ਕਿ ਮੈਂ ਬੋਲਾਂ? ਬੋਲ ਦਿਓ ਆਂਟੀ ਫੇਰ ਵੀ। ਠੀਕ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰ ਜਾਣੀਆਂ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ, ਤਰਤ ਕਾਇਆ ਸਾਰ ਕੇ ਵਿੱਚ ਦੇ ਕਰਤਾ ਵੀ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ, ਸਤਗੁਰ ਨਾ ਪੁੱਛ ਕੇ ਬਹਿਰੇ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ। ਸੋ ਤੁਹਾਡਾ ਕੀ ਖਿਆਲ ਹੈ, ਮੈਂ ਇਹ ਮੀਨਿੰਗ ਕਰਾਂ ਕਿ ਆਂਦੇ ਟਾਈਮ ਲੱਗੇਗਾ ਫਿਰ, ਨਹੀਂ ਤੇ ਫਿਰ ਪੂਰਾ ਨਹੀਂ ਹੁੰਦਾ। ਜੇ ਤੇ ਜ਼ਰੂਰਤ ਹੈ ਤੇ ਕਰ ਰਹੀਆਂ, ਨਹੀਂ ਜ਼ਰੂਰਤ ਤੇ ਚੱਲਨੇ ਅੱਗੇ ਚੱਲਨੇ। ਠੀਕ ਹੈ। ਨਹੀਂ ਆਂਟੀ, ਨਹੀਂ ਭੈਣ ਜੀ ਥੋੜਾ ਜਿਹਾ ਐਕਸਪਲੇਨ ਕਰ ਦਿਆ। ਚਲੋ ਜੀ ਓਕੇ ਠੀਕ ਹੈ। ਸੱਚ ਤਾਂ ਪਰ ਜਾਣੀਆਂ ਦਾ ਹਿਰਦੇ ਸੱਚਾ ਦਾ ਤਾਂ ਪਤਾ ਹੈ ਨਾ, ਕਿ ਜੇ ਮਤਲਬ ਪਵਿੱਤਰਤਾ ਹਿਰਦੇ ਵਿੱਚ ਹੋਏਗੀ ਤੇ ਤਾਂ ਹੀ ਸੋਚ ਹੋਏਗੀ। ਸੱਚ ਤਾਂ ਪਰ ਜਾਣੀਏ ਜਾਂ ਸੱਚ ਤੇਰੇ ਪਿਆਰ, ਨਾਮ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ। ਇਹ ਸੱਚ ਕੀ ਹੈ ਕਿ ਪਰਮਾਤਮਾ ਦਾ ਨਾਮ ਜਿਹੜਾ ਅੰਦਰ ਵਸਾਇਆ ਜਾਏ। ਸੱਚ ਤਾਂ ਪਰ ਜਾਣੀਏ ਜੇ ਜੁਗ ਸੱਚੀ ਲੈ, ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ। ਇਹਦੇ ਵਿੱਚ ਉਹਨਾਂ ਨੇ ਕਿ ਸੱਚ ਦੇ ਵਿੱਚ ਜਿਹੜਾ ਦਇਆ ਬੜੀ ਜ਼ਰੂਰੀ ਹੈ, ਪੁੰਨ ਦਾਨ ਕਰਨਾ ਹੈ, ਇਹ ਵੀ ਸੋਚ ਵਿੱਚ ਆ ਜਾਂਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੇ ਜੇ ਆਤਮ ਤੀਰਥ ਕਰੇ ਨਿਵਾਸ, ਸਤਿਗੁਰ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਇਹ ਹੁਣ ਉੱਚੀ ਅਵਸਥਾ ਹੈ, ਇਹ ਆਤਮਿਕ ਅਵਸਥਾ ਹੈ ਕਿ ਆਤਮਾ ਸਾਡੀ ਪਵਿੱਤਰ ਤੁਹਾਨੂੰ ਤਾਂ ਹੀ ਟੱਚ ਕਰੇਗੀ ਜੇ ਅਸੀਂ ਉੱਪਰਲੇ ਜਿਹੜੇ ਸਾਡੇ ਹੈਗੇ ਨੇ ਲੇਅਰ ਜਿਹੜੀਆਂ ਹੈਗੀਆਂ ਨੇ, ਉਹ ਅਸੀਂ ਉਹਨੂੰ ਸਾਫ਼ ਕਰਾਂਗੇ। ਤੋ ਆਤਮ ਤੀਰਥ ਮਤਲਬ ਸਮਝਣਾ ਕਿ ਆਤਮਾ ਹੈ ਕੀ, ਮੈਂ ਹਾਂ ਕੌਣ, ਮੈਂ ਕੀ ਕਰਨਾ ਆਇਆ ਵਾਂ, ਕੀ ਕਰਨਾ ਹੈਗਾ ਵੇ, ਕਰ ਕੀ ਰਿਹਾ ਵਾਂ, ਇਹ ਆਤਮ ਤੀਰਥ। ਸਤਿਗੁਰ ਨੂੰ ਪੁੱਛ ਕੇ ਬਹਿਰੇ ਕਰਨ ਵਾਸਤੇ, ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ। ਸੋ ਸੱਚ ਜਿਹੜਾ ਮਤਲਬ ਜੇਕਰ ਸੱਚ ਤੇ ਆ ਗਿਆ, ਜੇਕਰ ਮਤਲਬ ਤੁਸੀਂ ਸੱਚਾਈ ਤੇ ਆ ਗਏ, ਤੇ ਉਹਦੇ ਨਾਲ ਕੀ ਹੈ ਫਿਰ ਜਿਹੜਾ ਪਾਪ ਹੈ, ਜਿਹੜੀ ਨੈਗੇਟਿਵਿਟੀ ਹੈ, ਕੱਢੇ ਨਾਲ ਵਖਾਣੇ ਬੇਨਤੀ ਜਿਨ ਸੱਚ ਪੱਲੀ। ਸੋ ਮਤਲਬ ਇਹ ਕਿ ਪਵਿੱਤਰਤਾ, ਪਿਓਰਿਟੀ ਮਨ ਦੀ ਜਿਹੜੀ ਮੇਨ ਚੀਜ਼ ਉਹ ਹੈਗੀ। ਹੁਣ ਇਹ ਹੈ ਕਿ ਇੱਥੇ ਸਰੀਰ ਦੀ ਪਵਿੱਤਰਤਾ ਨੂੰ ਤੇ ਬਿਲਕੁਲ ਰਿਜੈਕਟ ਕੀਤਾ ਹੈ, ਔਰ ਸਾਨੂੰ ਇਹ ਵੀ ਪਤਾ ਕਿ ਅਸੀਂ ਬੜਾ ਰਿਜੈਕਟ ਕਰਨੇ ਆ ਤੀਰਥਾਂ ਨੂੰ, ਤੇ ਅਸੀਂ ਸੋਚਦੇ ਹਾਂ ਹਿੰਦੂਆਂ ਦੇ ਨੇ, ਪਰ ਅਸੀਂ ਮੈਂ ਸਿਰਫ ਉਹ ਬਿਲਕੁਲ ਨਹੀਂ ਲੈਂਦੀ ਜਿਹੜੇ ਕਿ ਬਈ
ਉਹਨਾਂ ਦੇ ਰਿਚੁਅਲ ਸੀ ਤੇ ਉਹਨਾਂ ਨੂੰ ਰਿਜੈਕਟ ਕਰ ਦਈਏ ਅਸੀਂ, what we will gain from them? ਅਸੀਂ ਤੇ ਉਹ ਸਿਰਫ ਕਰਨਾ ਹੈ ਜਿਹੜਾ ਸਾਨੂੰ ਲਾਗੂ ਹੁੰਦਾ। ਉਹਨਾਂ ਨੂੰ ਰਿਜੈਕਟ ਕਰਨ ਨਾਲ ਕਈ ਵਾਰੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅਸੀਂ ਤੇ ਉਹ ਕਰਦੇ ਨਹੀਂ, ਪਰ ਅਸੀਂ ਜੋ ਉਹਦੇ ਵਿੱਚ ਸਾਡੀ ਕਮਜ਼ੋਰੀ ਸਿਮਿਲਰ ਹੈ ਉਹਨੂੰ ਅਸੀਂ ਦੇਖਣਾ। ਉਹਦੇ ਵਿੱਚ ਕਬੀਰ ਜੀ ਨੇ ਉਹਨੂੰ ਬੜੀ ਕਲੈਰਿਟੀ ਦਿੱਤੀ ਆਪਣੇ ਮਤਲਬ ਸ਼ਲੋਕ ਦੇ ਵਿੱਚ। ਕਹਿੰਦੇ ਨੇ ਕਿ ਕਬੀਰ ਜੀ ਬੜੇ ਦਾਨੀ ਸੀ ਤੇ ਬੜੇ ਲੰਗਰ ਸਾਧੂਆਂ ਨੂੰ ਖਾਂਦੇ ਹੁੰਦੇ ਸੀ। ਇੱਕ ਵਾਰੀ ਤੀਰਥਾਂ ਤੇ ਗਏ, ਹਰਿਦੁਆਰ ਗਏ, ਤੇ ਉਹਨਾਂ ਨੇ ਕਬੀਰ ਜੀ ਨੂੰ ਕਿਹਾ ਤੁਸੀਂ ਵੀ ਨਾਲ ਚੱਲੋ। ਉਹਨਾਂ ਨੇ ਕਿਹਾ ਨਹੀਂ ਮੈਂ ਨਹੀਂ ਜਾਂਦਾ, ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਮੇਰੀ ਤੁਮੜੀ ਲੈ ਜਾਓ, ਇਹਨੂੰ ਚੰਗੀ ਤਰ੍ਹਾਂ, ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ, ਇਹਨੂੰ ਚੰਗੀ ਤਰ੍ਹਾਂ ਨਵਾ ਕੇ ਲਿਆਓ ਜੀ। ਉਹਨਾਂ ਨੇ ਕਿਹਾ ਠੀਕ ਹੈ। ਠੀਕ ਹੋ ਗਏ, ਮਤਲਬ ਤੀਰਥਾਂ ਤੋਂ ਵਾਪਸ ਆਏ ਤੇ ਕਬੀਰ ਜੀ ਦੇ ਘਰ ਲੰਗਰ ਸੀ, ਉਹਨਾਂ ਨੇ ਲੰਗਰ ਜਿਹੜਾ ਸੀ ਖਵਾਇਆ ਤੇ ਉਹਨਾਂ ਨੇ ਤੁਮੜੀ ਕੱਟ ਕੇ ਇੱਕ ਫਾੜੀ ਜਿਹੜੀ ਸੀ ਉਹਨਾਂ ਨੂੰ ਦੇ ਦਿੱਤੀ। ਤੇ ਜਦੋਂ ਉਹਨਾਂ ਨੇ ਤੁਮੜੀ ਖਾਣ ਲੱਗੇ ਤੇ ਉਹ ਕਹਿਣ ਲੱਗੇ ਤੇ ਬੜੀ ਕੜਵੀ ਹੈ। ਤੇ ਕਬੀਰ ਜੀ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਵਾਇਆ ਨਹੀਂ? ਕਹਿੰਦੇ ਨਹੀਂ ਨਹੀਂ ਅਸੀਂ ਤੇ ਬਹੁਤ ਨਵਾਇਆ, ਬਹੁਤ ਨਵਾਇਆ। ਅੱਛਾ, ਹੁਣ ਕਬੀਰ ਜੀ ਨੇ ਉਹਨਾਂ ਨੂੰ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਰੀ ਜਿਹੜੀ ਉਹਨਾਂ ਦੀ ਬਹੁਤ ਸਾਰੀ ਉਹਨਾਂ ਦੇ ਸਿੱਖਿਆ ਹੈ, ਉਹ ਬੜੇ ਮਤਲਬ ਇੱਕ ਗੁੱਝੇ ਢੰਗ ਨਾਲ ਦਿੱਤੀ ਕਿ ਤਾਂ ਕਿ ਅਗਲੇ ਤੇ ਅਸਰ ਬਹੁਤ ਜ਼ਿਆਦਾ ਹੋਵੇ। ਉਹਨਾਂ ਡਾਇਰੈਕਟਲੀ ਕਦੇ ਨਹੀਂ ਗਿਆ ਹੈ, ਡਾਇਰੈਕਟਲੀ ਬੰਦਾ ਸਮਝਦਾ ਹੀ ਨਹੀਂ। ਤਾਂ ਉਹਨਾਂ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਸੀ ਬਈ ਤੁਸੀਂ ਸੋਚਦੇ ਹੋ ਕਿ ਤੀਰਥਾਂ ਤੇ ਜਾ ਕੇ ਤੁਸੀਂ ਸਰੀਰਕ ਇਸ਼ਨਾਨ ਕਰਕੇ ਪਵਿੱਤਰ ਹੋ ਜਾਓ ਕਿ ਨਹੀਂ, ਜਿੰਨਾ ਚਿਰ ਤੁਸੀਂ ਮਨ ਦਾ ਇਸ਼ਨਾਨ ਨਹੀਂ ਕਰੋਗੇ, ਫਿਰ ਉਹਨੇ ਕਹਿਣਾ ਨਾਮਣਾ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੋ ਲੱਥੀ ਨਾਤਿਆਂ ਦੋ ਪੋ ਚੜ ਗਿਆ ਹੋਰ, ਬਾਹਰੋਂ ਧੋਤੀ ਤੁੰਬੜੀ ਅੰਦਰੋਂ ਵਿਸ਼ਨਕੋਰ, ਸਾਧ ਪਲਿਆ ਨਾਤਿਆਂ ਚੋਰ ਚ ਚੋਰ। ਤੁੰਬੜੀ ਤੁਹਾਨੂੰ ਪਤਾ ਨਹੀਂ ਕੀ ਹੁੰਦੀ ਹੈ, ਮੈਨੂੰ ਐਕਸਪਲੇਨ ਕਰਨੀ ਮੇਰੇ ਹੱਲ ਲੋੜ ਨਹੀਂ ਹੈਗੀ। ਸੋ ਤੁੰਬੜੀ ਦਾ ਮੇਰੇ ਹਾਲੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਇਫ ਯੂ ਵਾਂਟ ਆਈ ਵਿਲ ਐਕਸਪਲੇਨ, ਨਹੀਂ ਤਾਂ ਕੋਈ ਜ਼ਰੂਰਤ ਖਾਸ ਨਹੀਂ ਹੈ। ਤੁੰਬੜੀ ਹੁੰਦਾ ਇੱਕ ਛੋਟਾ ਜਿਹਾ ਫਰੂਟ ਹੁੰਦਾ, ਜਿਸ ਤਰ੍ਹਾਂ ਖਰਬੂਜਾ ਹੁੰਦਾ ਨਾ ਗੋਲ ਜਿਹਾ, ਇਸ ਤਰ੍ਹਾਂ ਦਾ ਹੁੰਦਾ ਹੈਗਾ। ਬਹੁਤ ਸਾਰੇ ਲੋਕਾਂ ਨੂੰ ਮੈਨੂੰ ਵੀ ਕਈ ਲੋਕ ਤੁੰਬੜੀ ਸਮਝਦੇ, ਪਰ ਉਹ ਇਹ ਤੁੰਮਾ ਨਹੀਂ ਹੈਗਾ, ਇਹ ਤੁੰਬੜੀ ਹੈਗੀ। ਇਹ ਗੋਲ ਜਿਹਾ ਹੁੰਦਾ, ਬੜਾ ਪਿਆਰਾ ਜਿਹਾ ਹੁੰਦਾ, ਉੱਤੇ ਬੜੀ ਸੋਹਣੀ ਸ਼ਕਲ ਹੁੰਦੀ, ਪੀਲੇ ਰੰਗ ਦਾ ਹੁੰਦਾ। ਤੋ ਇਹ ਨਾ ਝਾੜੀਆਂ ਦੀਆਂ ਨਾਲ ਲੱਗਾ ਹੁੰਦਾ ਤੇ ਉਹ ਬਾਹਰੋਂ ਬੜਾ ਸੋਹਣਾ ਲੱਗਦਾ, ਅੰਦਰੋਂ ਬੜਾ ਕੌੜਾ ਹੁੰਦਾ। ਉਹ ਮਤਲਬ ਉਹਨਾਂ ਨੇ ਇੱਕ ਮਿਸਾਲ ਉਹਨਾਂ ਨੂੰ ਐਸੀ ਦਿੱਤੀ ਕਿ ਦੇਖੋ ਜੇ ਅੰਦਰੋਂ ਤੁਸੀਂ ਸਫਾਈ ਨਹੀਂ ਹੋਵੇਗੀ, ਬਾਹਰੋਂ ਨਾ ਹੋਗੇ, ਤੇ ਇਹ ਤੁੰਬੜੀ ਵਾਲੀ ਤੁਹਾਡੀ ਹਾਲਤ ਹੈ। ਇਟ ਵਾਸ ਵੈਰੀ ਵੈਰੀ ਗੁੱਡ, ਮਤਲਬ ਬੜਾ ਤਰੀਕਾ ਸੀ ਵਧੀਆ ਸਮਝਾਉਣ ਦਾ ਕਿ ਤੀਰਥਾਂ ਤੇ ਜਾਣ ਦਾ ਲਾਭ ਨਹੀਂ, ਤੀਰਥ ਨਾਮ ਨਾ ਜਾਓ, ਤੀਰਥ ਨਾਮ ਹੈ। ਤੀਰਥ ਕੀ ਹੈ? ਨਾਮ, ਜਿਹਦੇ ਨਾਲ ਮਨ ਦੀ ਪਵਿੱਤਰਤਾ ਹੋਵੇ, ਜਿਹਦੇ ਨਾਲ ਮਨ ਦੀ ਮੈਲ ਉਤਰੇ, ਜਿਹਦੇ ਨਾਲ ਮਨ ਨੂੰ ਸਮਝ ਆਵੇ ਕੀ ਕਰਨਾ ਹੈ। ਸੋ ਇਹ ਵੀ ਸਾਰੀ ਮਤਲਬ ਚੌਥੇ ਪਦ ਵਾਸਤੇ ਸਾਰੀ ਜਿਹੜੀ ਹੈ ਪਿਓਰਿਟੀ ਦੀ ਲੋੜ ਹੈ। ਹੁਣ ਇੱਕ ਚੀਜ਼ ਹੈ ਕਿ ਅਸੀਂ ਹੋਰ ਚੀਜ਼ਾਂ ਤੇ ਜਿੰਨੀ ਮਿਹਨਤ ਕਰਨੇ ਆ, ਅਸੀਂ ਇਹਦੇ ਤੇ ਕਰਦੇ ਨਹੀਂ, ਕਿਉਂਕਿ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਜ਼ਿਆਦਾ ਹੁੰਦਾ। ਬਹੁਤ ਘੱਟ ਲੋਕੀ ਲੱਗਦੇ ਨੇ, ਤੁਸੀਂ ਲੋਕੀ ਤੇ ਲੱਗੇ ਹੋਏ ਹੋ ਠੀਕ ਹੈ, ਪਰ ਅਸੀਂ ਹੁਣ ਹੋਰ ਜ਼ਿਆਦਾ ਸੀਰੀਅਸ ਹੋ ਰਹੇ ਹਾਂ, ਕਿਉਂਕਿ ਜੇ ਅਸੀਂ ਚੌਥੇ ਪਦ ਨੂੰ ਪੜ੍ਹ ਰਹੇ ਹਾਂ ਤੇ ਸਾਨੂੰ ਫਿਰ ਥੋੜਾ ਜਿਹਾ ਹੋਰ ਸੀਰੀਅਸ ਹੋਣਾ ਪਵੇਗਾ। ਪਰ ਤੁਸੀਂ ਇਹ ਦੇਖੋ ਕਿ ਅਸੀਂ ਕੋਈ ਦੁਨੀਆ ਦੀ ਪੜ੍ਹਾਈ ਕਰਨੀ ਹੋਵੇ, ਇੰਜੀਨੀਅਰਿੰਗ ਕਰਨੀ ਹੋਵੇ, ਡਾਕਟਰੀ ਕਰਨੀ, ਕੋਈ ਹੋਰ ਅੱਜ ਕੱਲ ਤੇ ਬਹੁਤ ਲਾਈਨਾਂ ਨੇ, ਕਿੰਨੇ ਸਾਲ ਅਸੀਂ ਲਗਾਣੇ। ਹਾਲਾਂ ਉਹ ਜਿਹੜੀ ਪੜ੍ਹਾਈ ਉਹ ਤੇ ਗ੍ਰੋਸ ਹੈ, ਸੂਖਸ਼ਮ ਨਹੀਂ ਹੈਗੀ। ਲੇਕਿਨ ਇਹ ਜਿਹੜੀ ਸੂਖਸ਼ਮ ਹੈ, ਜਿਹੜੀ ਕਿ ਬੜੀ ਮੁਸ਼ਕਿਲ ਹੈ ਸਮਝਣੀ, ਜਿਹੜੀ ਕਿ ਸੂਖਸ਼ਮ ਹੋਵੋਗੇ ਤੇ ਤਾਂ ਹੀ ਸਮਝੋਗੇ, ਉਹਦੇ ਤੇ ਅਸੀਂ ਮਿਨੀਮਮ ਟਾਈਮ ਦਿੰਦੇ ਹਾਂ। ਉਹਨੂੰ ਅਸੀਂ ਸੋਚਦੇ ਹਾਂ ਵੀ ਇਹ ਬੁਢਾਪੇ ਵਿੱਚ ਕਰ ਲਵਾਂਗੇ, ਜਾਂ ਇਹਦੇ ਤੇ ਜਿਹੜਾ ਟਾਈਮ ਬਚੇਗਾ ਉਹਦੇ ਤੇ ਕਰ ਲਾਂਗੇ, ਵਿਦ ਦਾ ਰਿਜ਼ਲਟ ਕਿ ਸਾਡੀ ਪ੍ਰੋਗਰੈਸ ਵੀ ਉਨੀ ਹੁੰਦੀ ਹੈਗੀ। ਸੋ ਉਹ ਪ੍ਰਭ ਜੋ ਸੂਖਸ਼ਮ ਅਗੰਮ ਹੈ, ਕਿਤੇ ਮਿਲਿਆ ਜਾਏ। ਹੁਣ ਸੂਖਸ਼ਮ ਨੂੰ ਸਮਝਣ ਵਾਸਤੇ ਤੇ ਸਾਨੂੰ ਮਨ ਦਾ ਉਹ ਲੈਵਲ ਸੂਖਸ਼ਮ ਬਣਾਉਣਾ ਪਵੇਗਾ। ਉਹ ਸੂਖਸ਼ਮ ਬਣਾਉਣ ਵਾਸਤੇ ਅੱਜ ਦੇ ਸਾਰੀ ਜਿਹੜੀ ਸਾਡੀ ਆਪਣਾ ਹੈਗੀ ਹੈ ਸਿੱਖਿਆ, ਉਹ ਸੂਖਸ਼ਮ ਬਣਾਉਣ ਵਾਸਤੇ ਹੀ ਹੈ। ਤੋ ਹੁਣ ਅੱਜ ਕੱਲ ਜਿਸ ਤਰ੍ਹਾਂ ਕਿ ਦੇਖੋ ਇੰਨੀ ਉન્નਤੀ ਹੋ ਗਈ, ਇਨਸਾਨ ਦਾ ਦਿਮਾਗ ਤੇ ਬਹੁਤ ਜਿਹੜਾ ਹੈ ਉਹ ਡਿਵੈਲਪ ਹੋ ਗਿਆ,
ਬੜਾ ਅੰਦਰ ਉਹਦਾ ਬੜਾ ਚਾਨਣਾ ਹੈਗਾ ਦਿਮਾਗ ਦੇ ਵਿੱਚ, ਤੇ ਉਹ ਚੀਜ਼ਾਂ ਉਹਨੇ ਬਣਾ ਦਿੱਤੀਆਂ ਨੇ ਜਿਹੜੀਆਂ ਕਿ ਕਦੀ ਹੈ ਹੀ ਨਹੀਂ ਸੀ, ਕਦੀ ਸੋਚ ਹੀ ਨਹੀਂ ਸਕਦੇ। ਹੁਣ ਇਹ ਤੁਸੀਂ ਦੇਖੋ ਕਿ ਹੁਣ ਅਸੀਂ ਤੁਸੀਂ ਘਰ ਬੈਠੇ ਹੋ ਇੱਥੇ ਜ਼ੂਮ ਤੇ, ਅਸੀਂ ਸਾਰੇ ਇਹ ਇੰਨਾ ਐਡਵਾਂਸਮੈਂਟ ਹੈਗਾ ਵੇ ਜਿਹਦਾ ਹਿਸਾਬ ਹੀ ਨਹੀਂ। ਬਟ ਕੀ ਅਸੀਂ ਦੂਸਰੇ ਪਾਸੇ ਐਡਵਾਂਸ ਹੋ ਰਹੇ ਹਾਂ ਨਾ? ਇੱਕ ਉਹਨਾਂ ਨੇ ਬੜਾ ਅੱਛਾ ਹੈਗਾ अपना, उन्होंने क्या है कि इस दौरे तरक्की के अंदाज निराले हैं, ज़हन में अंधेरे हैं, सड़कों पे उजाले। हुण बाहर दा शोशा ते बहुत ज्यादा है, बहुत सुख ने, बहुत आराम ने, घर विच हर चीज है, लेकिन की है कि असी दूसरे पासे डिवेलपमेंट जिहड़ी है साडी परमात्मा वाल, आत्मा वाल की उन्नी है। ਹੁਣ ਇਹ ਅਸੀਂ ਚੀਜ਼ਾਂ ਜਿਹੜੀਆਂ ਨੇ ਇਹ ਤੇ ਖੈਰ ਮਤਲਬ ਇਹਨਾਂ ਨੂੰ ਅਸੀਂ ਮੈਂਸ਼ਨ ਕਰ ਰਹੇ ਹਾਂ, ਲੇਕਿਨ ਅਸੀਂ ਇਹ ਸੋਚਣਾ ਕਿ ਇਹ ਜਿਹੜਾ ਸੂਖਸ਼ਮ ਗਿਆਨ ਹੈ, ਸੂਖਸ਼ਮ ਪਰਮਾਤਮਾ ਹੈ, ਉਹਨੂੰ ਸਮਝਣ ਵਾਸਤੇ ਸਾਡੀ ਬੁੱਧੀ ਸੂਖਸ਼ਮ ਹੋਏ ਤਾਂ ਉਹ ਕਹਿਣਾ ਕਿ ਜੇ ਅਸੀਂ ਕਿੰਨਾ ਵੀ ਮਰਜ਼ੀ ਪੜ੍ਹ ਲਈਏ, ਪਾਠ ਕਿੰਨਾ ਕਰ ਲਈਏ, ਜੇ ਉਹ ਸਾਡੇ ਅੰਦਰ ਜਿਵੇਂ ਪੜ ਗੱਡੀ ਲੱਦੀ ਹੈ, ਪੜ ਭਰੀਏ ਸਾਥ, ਪੜ ਬੇੜੀ ਪਾਈਏ, ਪੜ पढ़िए जेते परस पढ़िए जेते मास, पढ़िए जेती आजा पर नानक लेख एक गल होर हमें चखना। लेखे की है कि मैं मेरी हमें किन्नी को टुटी है, मैं किन्ना को जुड़े। बाकी जे असी कहिए कि मैं बड़ा पाठ कर लिया हैगा, मैं बड़ा सुन लिया है, मैं, लेकिन मेन चीज ये कि लेखे वो वे कि मेरे अंदर ओदा असर किन्ना होया, अंदर मेरे गया किन्ना। ਇਹਦੇ ਨਾਲ ਇੱਕ ਕਨੈਕਟਡ ਸਵਾਲ ਅੰਦਰ ਦਾ ਮੈਨੂੰ ਯਾਦ ਆਇਆ। ਇਹ ਮਤਲਬ ਕਈਆਂ ਦਾ ਸਵਾਲ ਹੁੰਦਾ ਹੈ, ਇਹ ਮੈਂ ਮੈਂਸ਼ਨ ਕਰ ਦਿੰਦੀ ਹਾਂ ਤਾਂ ਕਿ ਕਈ ਵਾਰੀ ਅਸੀਂ ਸੁਣਨੇ ਆ ਆਪਣੇ ਲੈਕਚਰਾਂ ਵਿੱਚ ਵੀ, ਔਰ ਕਈ ਵਾਰੀ ਅਸੀਂ ਵੀਡੀਓ ਤੇ ਵੀ ਸੁਣਨੇ ਆ, ਲੈਕਚਰ ਹੋਣਗੇ ਕਿ ਬਈ ਅੰਦਰ ਅੰਦਰ ਜਾਓ, ਅੰਦਰ ਜਾਓ। ਹੁਣ ਕਈ ਵਾਰੀ ਮਤਲਬ ਸਾਨੂੰ ਆਪਣੇ ਲਫ਼ਜ਼ਾਂ 'ਚ ਨਹੀਂ ਕਲੀਅਰ ਹੁੰਦਾ ਕਿ ਅੰਦਰ ਜਾਣ ਦਾ ਮਤਲਬ ਕੀ। ਅਸੀਂ ਫਿਰ ਸੋਚਦੇ ਹਾਂ ਇਹ ਸਾਡੇ ਤੇ ਲਈ ਨਹੀਂ ਹੈਗੀ, ਇਹ ਤੇ ਕੋਈ ਸੰਤਾਂ ਸਾਧਾਂ ਵਾਸਤੇ ਹੈਗਾ। ਸੋ ਥੋੜਾ ਜਿਹਾ ਮੈਂ ਅੰਦਰ ਜਾਣ ਬਾਰੇ ਥੋੜਾ ਜਿਹਾ ਤੁਹਾਨੂੰ ਸਮਝਾਣੀ। ਜਦੋਂ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਮਿਲੇ ਤੇ ਉਹ ਬੜੇ ਇੰਪ੍ਰੈਸ ਹੋਏ ਸੀ ਗੁਰੂ ਨਾਨਕ ਦੇਵ ਜੀ ਤੋਂ। ਉਹਨਾਂ ਨੇ ਕਿਹਾ ਸੀ ਨਾ ਕਿ ਬਈ ਬਾਲੇ ਤੂੰ ਜੇ ਸਾਡੇ ਧਰਮ ਵਿੱਚ ਆ ਜਾਏ ਤੇ ਬੜੀ ਪ੍ਰੋਗਰੈਸ ਹੋਏਗੀ। ਤਾਂ ਫਿਰ ਉਹਨਾਂ ਨੇ ਪੁੱਛਿਆ ਕੌਣ ਗੁਰੂ ਕਿਸਕਾ ਤੂੰ ਚੇਲਾ। तो गुरु नानक देव जी ने क्या सी, शब्द गुरु सूरत धुन चेला। दिस इज फॉर अस, इन्हें बिल्कुल पल्ले बांध लेना, दिस इज वेरी इंपॉर्टेंट। शब्द गुरु सूरत धुन चेला साडी सारी जेडी टीचिंग है, साडी सारी लर्निंग है, जेडी साडा सारा गेन कर रहे हैं, इस बेस ते कर रहे हैं कि असी बाणी शब्द जो भी बाणी सारी शब्द दी है कि असी ਇਹਦੇ ਨਾਲ ਸੁਰਤੀ ਸਾਡੀ ਇਹਦੇ ਨਾਲ ਇੰਨੀ ਜੁੜ ਗਈ ਹੈ ਕਿ ਮੇਰਾ ਧਿਆਨ ਸਾਰਾ ਜੋ ਮੈਂ ਪੜ ਰਿਹਾ ਵਾਂ ਉਹਦੇ ਵਿੱਚ, ਉਹਦੇ ਮੀਨਿੰਗ ਵਿੱਚ ਚਲਾ ਗਿਆ। ਬਾਹਰ ਦੀ ਦੁਨੀਆ ਨਾਲ ਮੈਂ ਟੁੱਟ ਗਿਆ ਵਾਂ, ਐਕਸਟਰਨਲ ਨਾਲੋਂ ਟੁੱਟ ਗਿਆ ਵਾਂ। ਮੇਰੇ ਸਾਰੇ ਜਿਹੜੇ ਦੁਨਿਆਵੀ ਵਿਚਾਰ ਸੀ ਉਹ ਖਤਮ ਹੋ ਗਏ ਨੇ। ਆਈ ਐਮ ਵਨ ਵਿਦ ਦਾ ਜੋ ਮੈਂ ਪੜ ਰਿਹਾ ਵਾਂ, ਜੋ ਮੈਂ ਸੁਣ ਰਿਹਾ ਵਾਂ, ਜੋ ਮੈਂ ਕੀਰਤਨ ਸੁਣ ਰਿਹਾ ਵਾਂ, ਜਾਂ ਮੈਂ ਵਿਚਾਰ ਸੁਣ ਰਿਹਾ ਵਾਂ, ਜਾਂ ਮੈਂ ਪਾਠ ਕਰ ਰਿਹਾ ਵਾਂ, ਜਾਂ ਮੈਂ ਪਾਠ ਸੁਣ ਰਿਹਾ ਵਾਂ, ਮਤਲਬ ਜੋ ਵੀ ਵਟ ਐਵਰ ਆਈ ਐਮ ਡੂਇੰਗ, ਐਮ ਆਈ ਵਨ ਵਿਦ ਦੈਟ। ਕੀ ਮੇਰੀ ਸੁਰਤੀ, ਕੀ ਮੇਰਾ ਧਿਆਨ, ਕੀ ਮੇਰੀ ਕੌਨਸੈਂਟ੍ਰੇਸ਼ਨ ਵਿੱਚ ਸਾਡੀ ਸਾਰੀ ਜਿਹੜੀ ਪ੍ਰੈਕਟਿਸ ਹੈ, ਸਾਡੀ ਸਾਰੀ ਸਾਧਨਾ ਇਹਦੇ ਤੇ ਟਿਕੀ ਹੈ, ਧਿਆਨ ਤੇ। ਇਹਦੇ ਵਾਸਤੇ ਵੈਸੇ ਥੋੜੀ ਜਿਹੀ ਅਸੀਂ ਵੱਖਰੀ ਪ੍ਰੈਕਟਿਸ ਵੀ ਕਰ ਸਕਦੇ ਹਾਂ। ਇੱਕ ਵਾਰੀ ਧਿਆਨ ਦੇ ਵਿੱਚ ਭਾਵੇਂ 15 ਮਿੰਟ, ਭਾਵੇਂ 20 ਮਿੰਟ, ਥੋੜਾ ਭਾਵੇਂ ਟਾਈਮ ਬੈਠੀਏ, ਇੱਕ ਵਾਰੀ ਧਿਆਨ ਵਿੱਚ ਬੈਠੇ ਜ਼ਰੂਰ। ਭਾਵੇਂ ਬੇਸ਼ੱਕ ਤੁਸੀਂ ਕਿਸੇ ਤੁਕ ਨਾਲ ਬੈਠ ਜਾਓ, ਵਾਹਿਗੁਰੂ ਨਾਲ ਬੈਠ ਜਾਓ, ਭਾਵੇਂ ਕਿਸੇ ਕੀਰਤਨ ਨਾਲ ਬੈਠ ਜਾਓ, ਪਰ ਇਹ ਦੇਖੋ ਕਿ ਤੁਹਾਡੀ ਸੁਰਤੀ ਉਹਦੇ ਨਾਲ ਕਿੰਨੀ ਜੁੜੀ ਹੈ। ਕਿ ਉਸ ਵੇਲੇ ਤੁਹਾਡੇ ਵਿਚਾਰ ਜਿਹੜੇ ਨੇ, ਜਿਹੜੇ ਪਹਿਲਾਂ ਹੁੰਦੇ ਨੇ, ਉਹਦੇ ਨਾਲ ਘਟੇ ਨੇ ਕਿ ਵਧੇ ਨੇ। ਕਿਉਂਕਿ ਅਕਸਰ ਹੀ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਅਸੀਂ ਧਿਆਨ ਤੇ ਬੈਠਦੇ ਹਾਂ ਵਿਚਾਰ ਆਉਂਦੇ ਨੇ। ਐਕਚੁਅਲੀ ਵਿਚਾਰ ਉਦੋਂ ਨਹੀਂ ਆਉਂਦੇ
ਵਿਚਾਰ ਤੇ ਉਹ ਚੱਲ ਹੀ ਰਹੇ ਹੁੰਦੇ ਨੇ, ਕਿਉਂਕਿ ਪਹਿਲਾਂ ਤੇ ਅਸੀਂ ਕਦੇ ਕਨਸੈਂਟਰੇਟ ਹੀ ਨਹੀਂ ਕੀਤਾ ਕਿ ਸਾਡੇ ਅੰਦਰ ਕੀ ਚੱਲ ਰਿਹਾ, ਪਰ ਜਦੋਂ ਅਸੀਂ ਕਨਸੈਂਟਰੇਟ ਗੁਰਬਾਣੀ ਤੇ ਕਰਨ ਲੱਗਦੇ ਹਾਂ ਤੇ ਪਤਾ ਲੱਗਦਾ ਕਿ ਸਾਡੇ ਅੰਦਰ ਵਿਚਾਰ ਚੱਲ ਰਿਹਾ। ਸੋ ਇਹਦਾ ਕਨੈਕਸ਼ਨ ਪਿਓਰਿਟੀ ਨਾਲ ਬਹੁਤ ਜ਼ਿਆਦਾ ਹੈ। ਜਦੋਂ ਜਿਤਨੀ ਪਿਓਰਿਟੀ ਆਉਂਦੀ ਹੈ, ਜਿੰਨਾ ਜੋ ਦਿਨ ਅਸੀਂ ਕਿਹਾ ਸੀ ਕਿ 60,000 ਤੋਂ 70,000 ਤੱਕ ਵਿਚਾਰ ਸਾਨੂੰ ਆਉਂਦੇ ਨੇ ਇੱਕ ਦਿਨ ਵਿੱਚ, ਪਰ ਜਿੰਨੀ ਪਿਓਰਿਟੀ ਵੱਧਦੀ ਜਾਂਦੀ ਹੈ ਵਿਚਾਰ ਘਟਦੇ ਜਾਂਦੇ, ਬਿਕਾਜ਼ ਵਿਚਾਰ ਤੇ ਅਨਨੈਸੈਸਰੀ ਨੇ, ਅਨਨੈਸੈਸਰੀ ਵੀ ਤਾਂ ਹੈਗੇ ਨੇ ਇੰਪਿਓਰਿਟੀ ਨਾਲ ਜੁੜੇ ਹੋਏ। ਉਹਨੇ ਮੈਨੂੰ ਇਹ ਕਿਹਾ, ਕਿਉਂ ਕਿਹਾ, ਅੱਜ ਮੈਨੂੰ ਇਹ ਹੋਇਆ, ਇਹ ਕਿਉਂ ਹੋਇਆ, ਹੁਣ ਮੇਰਾ ਆਪਣਾ ਇਹ ਲਾਸ ਹੋ ਗਿਆ, ਕਿਉਂ ਹੋਇਆ, ਮੈਂ ਕਾਰ ਖਰੀਦਣੀ ਸੀ, ਉਹ ਮਤਲਬ ਜਿਹੜੇ ਅਨਨੈਸੈਸਰੀ ਥਾਟ ਹੈਗੇ ਨੇ ਸਾਰੇ, ਉਹ ਜਦੋਂ ਖਤਮ ਹੋ ਜਾਂਦੇ ਨੇ, ਉਹਦੇ ਵਾਸਤੇ ਜਿਹੜਾ ਸੰਤੋਖ ਦੀ, ਜਿਹੜੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੰਤੋਖ ਤੇ, ਜੇ ਕੰਟੈਂਟਮੈਂਟ ਹੋਵੇ, ਜੋ ਕੁਝ ਹੈ ਉਹਦੇ ਨਾਲ ਕੰਟੈਂਟਡ ਹੋ, ਤੇ ਫਿਰ ਉਹ ਵਿਚਾਰ ਨੇ। ਸੋ ਸਾਡੀ ਸਾਰੀ ਸਿੱਖਿਆ ਧਿਆਨ ਤੇ ਟਿਕੇ, ਮੇਰਾ ਧਿਆਨ ਉਹਦੇ ਵਿੱਚ ਕਿੰਨਾ ਲੱਗਾ। ਧਿਆਨ ਹੀ ਸੁਰਤੀ ਹੈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਜੇਕਰ ਸੁਰਤੀ ਜਿਹੜੀ ਹੈ ਉਹ ਲੱਗ ਗਈ ਹੈ, ਸਮਝੋ ਅਸੀਂ ਰਸਤੇ ਤੇ ਬਿਲਕੁਲ ਠੀਕ ਚੱਲ ਰਹੇ। ਜੇ ਸੁਰਤੀ ਅਜੇ ਨਹੀਂ ਲੱਗੀ ਤੇ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਇੰਪਰੂਵਮੈਂਟ ਕਿੱਥੇ ਕਰਨੀ। ਸੋ ਸਭ ਤੋਂ ਜ਼ਰੂਰੀ ਜਿਹੜਾ ਹੈ ਇਹ ਹੈਗਾ। ਸੋ ਹੁਣ ਬਾਣੀ ਦਾ ਅਸਰ ਤੇ ਬਹੁਤ ਜ਼ਿਆਦਾ। ਇੱਕ ਤੁਹਾਨੂੰ ਮੈਂ ਰੀਅਲ ਕਹਾਣੀ ਸੁਣਾਨੀ ਆ ਕਿ ਕੋਈ ਆਦਮੀ ਸੀ, ਉਹ ਕਹਿੰਦਾ ਕਿ ਮੈਂ ਗੁਰਦੁਆਰੇ ਗਿਆ ਤੇ ਉੱਥੋਂ ਮੈਂ ਜੋ ਵੀ ਸੁਣਿਆ, ਦੋ ਚੀਜ਼ਾਂ ਮੈਨੂੰ ਯਾਦ ਰਹੀਆਂ, ਪਰ ਨਿੰਦਾ, ਪਰ ਇਸਤਰੀ। ਕਹਿੰਦਾ ਰਸਤੇ ਵਿੱਚ ਐਸਾ ਭੁੱਲ ਗਿਆ, ਰਸਤੇ 'ਚ ਭੁੱਖ ਲੱਗੀ, ਮੈਂ ਕਿਸੇ ਹੋਟਲ ਵਿੱਚ ਚਲਾ ਗਿਆ, ਹੋਟਲ ਵਿੱਚ ਚਲਾ ਗਿਆ, ਉੱਥੇ ਇੱਕ ਬੜੀ ਸੋਹਣੀ ਕੁੜੀ ਮੇਰੇ ਕੋਲ ਜਾ ਕੇ ਬੈਠ ਗਈ। ਜਿਸ ਵੇਲੇ ਜਾ ਕੇ ਬੈਠਾ ਤੇ ਉਹ ਕੁੜੀ ਕਹਿੰਦੀ ਹੈ ਕਿ ਉਹ ਸੌਰੀ ਮੇਰੇ ਕੋਲ ਪੈਨ ਨਹੀਂ ਹੈਗਾ, ਮੈਨੂੰ ਪੈਨ ਦਿਓਗੇ? ਉਹ ਕਹਿੰਦਾ ਮੈਂ ਆਪਣਾ ਪੈਨ ਦੇਤਾ। ਅੱਛਾ, ਫਿਰ ਕਹਿੰਦੀ ਉਹ ਮੇਰੇ ਕੋਲ ਤਾਂ ਕਾਗਜ਼ ਵੀ ਨਹੀਂ, ਕਹਿੰਦਾ ਮੈਂ ਆਪਣਾ ਕਾਰਡ ਦੇ ਦਿੱਤਾ। ਉਸ ਤੋਂ ਬਾਅਦ ਕਹਿੰਦਾ ਕਿ ਅਸੀਂ ਖਾਣਾ ਖੁਣਾ ਖਾਧਾ ਤੇ ਫਿਰ ਕਹਿੰਦੀ ਹੈ ਕਿ ਮੇਰਾ ਤੇ ਬਟੂਆ ਹੀ ਘਰ ਰਹਿ ਗਿਆ, ਮੈਂ ਤੇ ਪੈਸੇ ਭੁੱਲਿਆ। ਕਹਿੰਦਾ ਕੋਈ ਗੱਲ ਨਹੀਂ, ਮੈਂ ਦੇ ਦਿੰਦਾ। ਕਹਿੰਦਾ ਫਿਰ ਉਹ ਕਹਿੰਦੀ ਹੈ ਕਿ ਮੈਂ ਤੇ ਤੈਨੂੰ ਦੱਸਿਆ ਮੇਰਾ ਬਟੂਆ ਘਰ ਰਹਿ ਗਿਆ, ਤੂੰ ਮੈਨੂੰ ਆਪਣੀ ਕਾਰ ਤੇ ਡ੍ਰੌਪ ਕਰ ਦੇ। ਕਹਿੰਦਾ ਮੈਂ ਕਿਹਾ ਹਾਂ, ਤੇ ਕਹਿੰਦਾ ਇੱਕਦਮ ਮੇਰੇ ਮਨ ਵਿੱਚ ਉਹ ਦੋ ਸ਼ਬਦ ਆ ਗਏ, ਪਰ ਨਿੰਦਾ, ਪਰ ਇਸਤਰੀ। ਮੈਂ ਇਹ ਮੇਰੇ ਨਾਲ ਇੰਨੀ ਖੁੱਲ ਗਈ ਹੈ ਤੇ ਇਹ ਮੈਂ ਪਰ ਇਸਤਰੀ ਦੇ ਨਾਲ ਜਾ ਰਿਹਾ। ਉਹਨੂੰ ਮੈਂ ਕਿਹਾ ਕਿ ਤੂੰ ਇਸ ਤਰ੍ਹਾਂ ਕਿ ਇਹ ਲੈ ਮੇਰੇ ਕੋਲ ਪੈਸੇ ਤੇ ਟੈਕਸੀ ਤੇ ਚਲੀ ਜਾ। ਕਹਿੰਦਾ ਮੈਂ ਵਾਪਸ ਆ ਰਿਹਾ ਸਾਂ ਤੇ ਮੇਰੇ ਦੋਸਤ ਨੇ ਫੋਨ ਕੀਤਾ ਕਿ ਯਾਰ ਬਚ ਕੇ ਰਹੀ, ਇੱਕ ਇੱਥੇ ਗੈਂਗ ਲੇਡੀਜ਼ ਦਾ ਆਇਆ ਹੋਇਆ, ਉਹਨਾਂ ਨੇ ਸਾਰੇ ਸ਼ਹਿਰ ਵਿੱਚ ਉਹਨਾਂ ਨੂੰ ਫੈਲਾਇਆ ਹੈ। ਉਹ ਕੀ ਕਰਦੀਆਂ ਨੇ, ਇਸ ਤਰ੍ਹਾਂ ਲੈ ਜਾਂਦੀਆਂ ਨੇ ਕਾਰ ਤੇ ਤੁਹਾਨੂੰ ਫਿਰ ਗਨ ਪੁਆਇੰਟ ਤੇ ਆਪਣੇ ਡੇਰੇ ਤੇ ਲੈ ਜਾਂਦੀਆਂ, ਉੱਥੇ ਜਾ ਕੇ ਉਹ ਸਾਰਾ ਕੁਝ ਲੁੱਟ ਲੈਂਦੇ ਨੇ। ਔਰ ਬਹੁਤ ਤੇ ਬੀ ਕੇਅਰਫੁਲ। ਤੋ ਹੀ ਵਾਸ ਸੇਇੰਗ ਕਿ ਮੈਨੂੰ ਉਹਨਾਂ ਦੋ ਸ਼ਬਦਾਂ ਨੇ ਉਹਦੇ ਤੋਂ ਬਚਾ ਲਿਆ। ਅੱਛਾ, ਹੁਣ ਤੁਸੀਂ ਆਪਣੇ ਆਪ ਤੋਂ ਲਾਗੂ ਕਰੋ। ਅਸੀਂ ਰੋਜ਼ ਇੰਨਾ ਕੁਝ ਸੁਣਨੇ ਆ, ਜੇ ਅਸੀਂ ਇਸ ਲੈਵਲ ਤੇ ਉਹਨੂੰ ਲਾਗੂ ਕਰੀਏ ਤੇ ਤੁਸੀਂ ਦੇਖੋ ਕੀ ਨਹੀਂ ਜਿਹੜਾ ਕਿ ਗੁਰਬਾਣੀ ਵਿੱਚੋਂ ਸਾਨੂੰ ਸਿੱਖਿਆ ਨਹੀਂ ਮਿਲਦੀ, ਕੀ ਇਹ ਜਿਹੜਾ ਕਿ ਗੁਰਬਾਣੀ ਦੇ ਥਰੂ ਅਸੀਂ ਆਪਣੇ ਆਪ ਨੂੰ ਸੁਧਾਰ ਦੇ ਸਕਦੇ ਹਾਂ। ਪਰ ਕਈ ਵਾਰੀ ਕਮਜ਼ੋਰੀਆਂ ਸਾਡੀਆਂ ਹੀ ਰਹਿ ਜਾਂਦੀਆਂ ਨੇ। ਅਸੀਂ ਕਈ ਵਾਰੀ ਕਹਿੰਦੇ ਆ ਕਿ ਸਾਡੇ ਬੱਚੇ ਪਾਠ ਨਹੀਂ ਕਰਦੇ, ਇਹ ਪਾਠ ਕਿਵੇਂ ਕਰ। ਹੁਣ ਇਹ ਕਿ ਪਹਿਲਾਂ ਇਹ ਕਿ ਅਸੀਂ ਪਾਠ ਤੇ ਕਰਨੇ ਆ ਤੇ ਕਿਆ ਆਰ ਵੀ ਰੋਲ ਮਾਡਲ ਫਾਰ ਆਰ ਚਿਲਡਰਨ, ਕਿ ਸਾਡਾ ਜਿਹੜਾ ਬਿਹੇਵੀਅਰ ਘਰ ਵਿੱਚ ਹੈਗਾ ਏ ਉਹ ਕਿਸ ਤਰ੍ਹਾਂ ਦਾ। ਬੜਾ ਕਰੈਕਟਰ ਸਾਡਾ ਉੱਚਾ ਹੈ, ਅਸੀਂ ਸੱਚ ਬੋਲਨੇ ਆ, ਸਵੀਟ ਬੋਲਨੇ ਆ, ਨੈਗੇਟਿਵਿਟੀ ਆਉਣ ਨਹੀਂ ਦਿੰਦੇ, ਹਰ ਚੀਜ਼ ਸ਼ੁਕਰਾਨਾ ਕਰ ਰਹੇ ਆ। ਬੱਚਾ ਸਾਡਾ ਦੇਖਦਾ, ਉਹਨੂੰ ਲੱਗੇਗਾ ਕਿ ਮੇਰੇ ਪੇਰੈਂਟਸ ਦੇਖੋ ਕਿੰਨਾ ਅੱਛਾ ਜੀਵਨ ਜੀ ਰਹੇ ਨੇ, ਤਾਂ ਮੈਂ ਇਹਨਾਂ ਦੀ ਸਿੱਖਿਆ ਲਵਾਂ ਜੋ ਕਹਿੰਦੇ ਨੇ ਮੰਨਣਾ। ਲੇਕਿਨ ਕੀ ਹੈ, ਇੱਕ ਕਹਿੰਦੇ ਨੇ ਕਿ ਕੋਈ ਆਦਮੀ ਸੀ ਤੇ ਉਹਨੂੰ ਕੋਈ ਮਿਲਣ ਵਾਸਤੇ ਆਇਆ, ਤਾਂ ਆਪਣੇ ਬੱਚੇ ਨੂੰ ਕਹਿੰਦਾ ਹੈ ਕਿ ਤੂੰ ਜਾ ਕੇ ਕਹਿ ਦੇ ਕਿ ਪਿਤਾ ਜੀ ਘਰ ਨੇ। ਉਸ ਆਦਮੀ ਨੂੰ ਬਾਹਰ ਆ ਕੇ ਕਹਿੰਦਾ ਹੈ ਕਿ ਪਿਤਾ ਜੀ कहते हैं पिता जी घर में ने। ਹੁਣ ਬੱਚਾ, ਬੱਚੇ ਨੂੰ ਤਾਂ ਅਜੇ ਹੇਰਾ ਫੇਰੀ ਨਹੀਂ ਆਈ। ਤੁਸੀਂ ਸਮਝੋ ਗੱਲ ਨੂੰ,
कि नहीं? जे नहीं समझे मैं दोबारा दोहरा दिया। हाँ जी, कोई बोल नहीं रहा। समझ लगी हाँ जी, पिंकू जी? हाँ जी, हाँ समझ ठीक लगी है पिंकू भैन जी? जी, ठीक है ना? ठीक। हाँ बिल्कुल ठीक तो है। उन्होंने नहीं, ਅਸੀਂ क्या, ਆਪ ਝੂਠ ਬੋਲਣਾ ਸਿਖਾ ਰਹੇ ਹਾਂ ਬੱਚੇ हाँ ਨੂੰ। उन्होंने क्या, पिताजी कहते हैं, पिताजी हम बच्चा तो इन्ना सच्चा है, हुण ओनू ए नहीं पता कि छुपाना है कि पिताजी कहते हैं। वो तो अजे बिल्कुल टोटली सच्चा है, तो जो पिताजी ने कहा उन्हें कहता। लेकिन हुण प्यो ने डांटिया तू ए क्यों कहा सी। हुण दो रिएक्शन ने बच्चे दे, जहां ते बच्चा कहेगा कोई गल नहीं, झूठ बोलना भी जायज है, मेरा प्यो बोल रहा की हर्ज है, कल नूं ओह इहनूं जायज समझ रहा। दूसरा ये भी रिएक्शन है, मेरा प्यो कितना गलत बंदा है, पाठ करदा है, सब कुछ सानू शिक्षा देंदा है। वो कहंदे ने लोकां नूं नसीहत आम मियां वसीयत कि जेकर ਅਸੀਂ ਆਪ ਜੋ ਨਹੀਂ, ਅਸੀਂ ਆਪ ਰੋਲ ਮਾਡਲ ਨਹੀਂ ਹੈਗੇ ਘਰ ਵਿੱਚ, तो कहना मन्ने परवारे सादार, कि जो ਜਦੋਂ ਅਸੀਂ ਮੰਨ ਲਿਆ, ਮੰਨ ਦਾ ਮਤਲਬ ਕਿ ਜਦੋਂ ਅਸੀਂ ਸੁਣ ਕੇ ਉਹਦਾ ਅਸਰ ਕਬੂਲ ਲਿਆ, तो असर कबूल लिया, फिर ਉਹਨੂੰ ਮੰਨ ਲਿਆ, ਮੰਨ ਕੇ ਫਿਰ ਅਸੀਂ ਉਹ ਕੀਤਾ, ਤੇ ਫਿਰ ਬਾਣੀ ਦਾ ਅਸਰ ਤੇ ਉਹ ਫਿਰ ਅਸੀਂ ਰੋਲ ਮਾਡਲ। ਤੇ ਜੇ ਅਸੀਂ ਬਾਣੀ ਪੜ੍ਹ ਲਈ, ਸੁਣ ਲਈ ਸਭ ਕੁਝ, ਤੇ ਸਾਡੇ ਘਰ ਵਿੱਚ ਉਹਦਾ ਪਰਿਵਾਰ ਵਿੱਚ ਕੋਈ ਅਸਰ ਨਹੀਂ ਹੈਗਾ, ਤਾਂ ਫਿਰ ਮਤਲਬ ਅਸੀਂ ਮੰਨਿਆ ਤੇ ਨਹੀਂ ਹੈਗਾ। ਅਸੀਂ ਮੰਨੇ ਤਾਂ ਉਹਦੇ ਪੰਚ ਤੇ ਜਾਣਾ, ਤਾਂ ਪੰਚ ਪ੍ਰਵਾਨ ਕਿਵੇਂ ਹੋਵਾਂਗੇ ਜੇ ਮੰਨੇ ਤੱਕ ਹੀ ਨਹੀਂ ਪਹੁੰਚੇ ਤੇ। ਸੋ ਇਸ ਕਰਕੇ ਕਈ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਘਰ ਦੇ ਵਿੱਚ ਸਿਖਾਉਣੀਆਂ ਹੁੰਦੀਆਂ ਨੇ, ਅਸੀਂ ਨਹੀਂ ਸਿਖਾ ਸਕਦੇ, ਸਾਨੂੰ ਇੰਨੀ ਹੋਸ਼ ਨਹੀਂ ਆਉਂਦੀ ਹੈਗੀ। ਇੱਕ ਥਾਂ ਤੇ ਉਹ ਕਹਿੰਦੇ ਨੇ ਕਿ ਕੋਈ ਆਦਮੀ ਸੀ, ਉਹ ਪਾਠ ਕਰਦਾ ਸੀ, ਤੇ ਉਹਦੇ ਬੱਚਿਆਂ ਨੂੰ ਕਹਿੰਦਾ ਸੀ ਪਾਠ ਕਰੋ, ਉਹ ਨਹੀਂ ਸੀ ਕਰਦੇ। ਉਹ ਕਿਸੇ ਜੋਤਸ਼ੀ ਕੋਲ ਗਿਆ, ਉਹਨੂੰ ਕਹਿੰਦਾ ਜੀ ਮੈਨੂੰ ਕੋਈ ਗੱਲ ਦੱਸੋ, ਕੋਈ ਤਰੀਕਾ ਦੱਸੋ, ਮੇਰਾ ਬੇਟਾ ਪਾਠ ਨਹੀਂ ਕਰਦਾ। ਹੁਣ ਸੋਚੋ, ਤੁਸੀਂ ਇੱਕ ਗੁਰਬਾਣੀ ਪੜ੍ਹਨ ਵਾਲੇ ਤੇ ਜੋਸ਼ੀ ਕੋਲ ਜਾ ਰਹੇ ਹੋ, ਵੀ ਤੁਸੀਂ ਗੁਰਬਾਣੀ ਤੋਂ ਤੁਹਾਨੂੰ ਜ਼ਿਆਦਾ ਜੋਸ਼ੀ ਤੇ ਵਿਸ਼ਵਾਸ ਹੈ, ਪਾਠ ਤੁਸੀਂ ਕਰ ਰਹੇ ਹੋ ਪਰਮਾਤਮਾ ਦਾ, ਜਿਹਦੇ ਤੁਹਾਨੂੰ ਇਹਨਾਂ ਵਿਸ਼ਵਾਸ ਹੋਣਾ ਚਾਹੀਦਾ, ਤੇ ਉਹਦੇ ਤੋਂ ਤੁਹਾਨੂੰ ਵਿਸ਼ਵਾਸ ਨਹੀਂ, ਤੁਸੀਂ ਉਹਦੇ ਅੱਗੇ ਅਰਦਾਸ ਕਰੋ ਕਿ ਮੇਰਾ ਬੱਚਾ ਪਾਠ ਕਰੇ। ਤੁਸੀਂ ਇੱਕ ਜੋਸ਼ੀ ਕੋਲ ਜਾ ਰਹੇ ਹੋ ਜਿਹਦਾ ਤੁਹਾਨੂੰ ਪਤਾ ਹੀ ਨਹੀਂ ਉਹਨੂੰ ਕੋਈ ਨੌਲੇਜ ਵੀ ਹੈ ਕਿ ਨਹੀਂ। ਸੋ ਲੇਕਿਨ ਕੀ ਇਸ ਸਾਰੇ ਵਿੱਚ ਸਾਡੇ ਅੱਗੇ ਹਿੰਡਰੈਂਸ ਕੀ ਆਉਂਦੀ? ਹਿੰਡਰੈਂਸ ਆਉਂਦੀ ਹੈ ਮਨ ਦੇ, ਮਨ ਪਿਆਰ ਨੇ, ਮਨ ਬੜਾ ਡਾਢਾ ਹੈ, ਮਨ ਰਜੋ ਸਤੋ ਤਮੋ ਤਿੰਨਾਂ ਦੇ ਵਿੱਚ ਚੱਲ ਰਿਹਾ, ਉਦੋਂ ਤੋਂ ਨਿਕਲਦਾ ਹੀ। ਹੁਣ ਮਨ ਜਦੋਂ ਇਹਨਾਂ ਸਟੇਟਸ ਵਿੱਚ, ਰਜੋ ਤਮੋ ਵਿੱਚ, ਤੇ ਉਹ ਮਨ ਅੰਧੇ ਕੁੱਤੇ ਕੁੜਿਆਰ, ਅੰਧੇ ਮੀਨਸ ਇਗਨੋਰੈਂਟ, ਤੈਨੂੰ ਕੁਛ ਨਹੀਂ ਪਤਾ। ਕੁੱਤੇ ਮੀਨਸ ਜਿਹੜਾ ਹਰ ਵੇਲੇ ਬੋਲਦਾ ਰਹਿੰਦਾ, ਸੋਚਦਾ ਰਹਿੰਦਾ। ਕੁੜਿਆਰ ਮਤਲਬ ਜਿਹੜਾ ਝੂਠ ਬੋਲਦਾ ਹੈ। ਹੁਣ ਕਿਸੇ ਨੇ ਕਿਹਾ ਕਿ ਮੈਂ ਪਾਠ ਵੀ ਕਰਦਾ, ਗੁਰਦੁਆਰਾ ਵੀ ਜਾਣਾ, ਪਰ ਇਹ ਤੇ ਪੋਸੀਬਲ ਨਹੀਂ, ਬਿਜ਼ਨਸ ਝੂਠ ਤੇ ਬੋਲਣੇ ਪੈਂਦੇ। ਹੁਣ ਜੇ ਤੁਸੀਂ ਬਿਜ਼ਨਸ ਇਸ ਤਰ੍ਹਾਂ ਦੀ ਕਰ ਰਹੇ ਹੋ ਕਿ ਝੂਠ ਨੂੰ ਜਾਇਜ਼ ਸਮਝਦੇ ਹੋ, ਤੇ ਗੁਰਦੁਆਰੇ ਜਾਣ ਦਾ ਕੀ ਫਾਇਦਾ? ਸੋ ਇਹ ਵੇ ਕਿ ਦੋਨਾਂ ਨੂੰ ਮਤਲਬ ਬੈਲੈਂਸ ਕਰਕੇ, ਰਜੋ ਤੇ ਤਮੋ ਨੂੰ ਬੈਲੈਂਸ ਕਰਕੇ ਸਤੋ ਵਿੱਚ ਲਿਆਣਾ, ਫਿਰ ਐਂਟਰੀ ਜਿਹੜੀ ਉਹ ਰਜੋ ਵਿੱਚ ਹੁੰਦੀ ਹੈ। ਸੋ ਹੁਣ ਅਸੀਂ ਦੇਖਨੇ ਆ ਜਿਹੜੇ ਮੇਨ ਪੁਆਇੰਟ ਨੇ, ਉਹ ਨੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਛੱਡਣਾ ਹੈ, ਤੇ ਜਿਹੜੀ ਅਵਸਥਾ ਹੈਗੀ ਹੈ ਚੌਥੇ ਪਦ ਦੀ, ਉਹ ਕੀ ਹੈ। ਇੱਥੋਂ ਤੱਕ ਹੁਣ ਥੋੜਾ ਜਿਹਾ ਮੈਂ ਸਾਹ ਲੈਣਾ ਚਾਹਾਂਗੀ। ਜੀ ਤੁਹਾਡਾ ਕੁਐਸਚਨ ਕੋਈ ਕਰੋ ਹੁਣ, ਤੇ ਫਿਰ ਥੋੜਾ ਜਿਹਾ ਅੱਗੇ ਚੱਲ। ਆਂਟੀ ਜੀ, ਹਾਂਜੀ, ਇਹ ਮਨ ਆਰਸੀ ਕੋਈ ਗੁਰਮੁਖ ਵੇਖਿਆ, ਹਾਂਜੀ, ਮੋਰਚਾ ਨਾ ਲਾਗੇ ਜਾਂ ਹੋਮੇ ਸੁੱਖ ਹੈ। ਇਹਦੇ ਬਾਰੇ ਥੋੜਾ ਦੱਸੋਗੇ? ਦੇਖੋ ਆਰਸੀ ਕੀ ਹੁੰਦਾ ਪਹਿਲਾਂ? ਮਿਰਰ, ਸ਼ੀਸ਼ਾ। ਯਸ ਸ਼ੀਸ਼ਾ। ਪਹਿਲਾਂ ਹੁੰਦਾ ਸੀ ਕਿ ਲੋਕੀ ਨਾ ਵੀ ਆਪਣੇ ਨਾਲ ਸ਼ੀਸ਼ਾ ਇੱਕ ਰੱਖਦੇ ਹੁੰਦੇ ਸੀ, ਤੁਹਾਨੂੰ ਪਤਾ, ਤੇ ਉਹਦਾ ਇੱਕ ਹੁੰਦਾ ਸੀ ਹੈਂਡਲ। ਪਰ ਹੁਣ ਵੀ ਅੱਜ ਕੱਲ ਵੀ ਕਈ ਲੋਕ ਰੱਖਦੇ ਆ, ਪਰਸ ਸ਼ੀਸ਼ਾ ਰੱਖਦੇ ਨੇ, ਹਾਂਜੀ, ਹੈਂਡਲ ਹੁੰਦਾ, ਉਹਨੂੰ ਆਰਸੀ ਕਹਿੰਦੇ ਨੇ। ਠੀਕ ਹੈ। ਹੁਣ ਜੇ ਤੁਸੀਂ ਉਹਦੇ ਵਿੱਚੋਂ ਦੇਖੋਗੇ ਆਪਣੇ ਆਪ ਨੂੰ,
ਉਹਦੇ ਤੁਹਾਨੂੰ ਆਪਣੀ ਸ਼ਕਲ ਦੱਸੇ। ਨੈਕਸਟ ਲਾਈਨ ਕੀ ਸੀ? ਮਨ ਮੋਰਚਾ ਨਾ ਹਮ। ਲਾਗੈ ਜਾਂ ਹਉਮੈ ਸੁਖ ਹੈ। ਯੈਸ। ਹੁਣ ਜੇ ਤੁਸੀਂ ਸ਼ੀਸ਼ਾ ਦੇਖਿਆ, ਉਹਦੇ ਵਿੱਚ ਤੁਹਾਨੂੰ ਆਪਣੀ ਸਰੀਰਕ ਸ਼ਕਲ ਦੱਸੀ, ਲੇਕਿਨ ਜੇ ਤੁਸੀਂ ਆਪਣੇ ਮਨ ਨੂੰ ਦੇਖੋਗੇ ਤੇ ਫਿਰ ਤੁਹਾਨੂੰ ਆਪਣੀ ਹਉਮੈ ਦਿਸੇ। ਜੇ ਤੁਸੀਂ ਉਸ ਮਨ ਦੇ ਸ਼ੀਸ਼ੇ ਵਿੱਚ ਹਉਮੈ ਨੂੰ ਦੇਖੋਗੇ ਤਾਂ ਹੀ ਸੋਚ ਸਕੋਗੇ, ਤਾਂ ਹੀ ਉਹਨੂੰ ਖਤਮ ਕਰ ਸਕੋਗੇ। ਸੋ ਐਕਚੁਅਲੀ ਮਨ, ਮੈਂ ਤੇ ਕਈ ਵਾਰੀ ਕਹਿੰਦੀ ਹੁੰਦੀ ਹਾਂ, ਜਿਹਨੂੰ ਇਹ ਪਤਾ ਲੱਗ ਜਾਏ ਨਾ ਕਿ ਮਨ ਕੰਮ ਕਿਵੇਂ ਕਰਦਾ, ਉਹ ਸਮਝੋ ਮੁਕਤੀ ਪਾ ਗਈ। ਸਾਨੂੰ ਇਹ ਨਹੀਂ ਪਤਾ ਲੱਗਦਾ ਮਨ ਕੰਮ ਕਿਵੇਂ ਕਰਦਾ। ਸਾਡੀਆਂ ਸਾਰੀਆਂ ਐਗਜ਼ਾਮਪਲਸ ਇਹ ਹੁੰਦੀਆਂ ਨੇ ਕਿ ਮਨ ਨੂੰ ਠੀਕ ਕਿਵੇਂ ਕਰਨਾ ਹੈਗਾ, ਉਹ ਮਨ ਫਿਰ ਵੀ ਕੰਟਰੋਲ ਵਿੱਚ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਉਹਦੀ ਰੀਜ਼ਨ ਇਹ ਵੇ ਕਿ ਜਿਹਨੂੰ ਅਸੀਂ ਕਈ ਤਰੀਕੇ ਨਾਲ ਐਕਸਪਲੇਨ ਕਰਨੇ, ਇਸ ਮਨ ਕੋ ਜਨਮ ਮਰਨ ਲੱਗ ਗਈ, ਜਿਹਨੂੰ ਅਸੀਂ ਸਿੰਪਲ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਕਿ ਜਿਹੜੇ ਥਾਟ ਅਸੀਂ ਲੈਂਦੇ ਰਹਿੰਦੇ ਉਹ ਇੱਕ ਆਦਤ ਬਣ ਜਾਂਦੀ ਹੈ, ਟੈਂਡੈਂਸੀ ਬਣ ਜਾਂਦੀ ਹੈ। ਉਹਦੀਆਂ ਤੁਹਾਡੇ ਬ੍ਰੇਨ ਦੇ ਵਿੱਚ ਪਾਥਵੇਜ਼ ਬਣ ਜਾਂਦੇ ਨੇ, ਰਸਤੇ ਬਣ ਜਾਂਦੇ ਨੇ। ਉਹ ਰਸਤੇ ਜਿਹੜੇ ਇੰਨੇ ਗਹਿਰੇ ਬਣ ਜਾਂਦੇ ਨੇ ਕਿ ਫਿਰ ਜਦੋਂ ਅਸੀਂ ਕੋਸ਼ਿਸ਼ ਵੀ ਕਰਨੇ ਆ, ਬਾਣੀ ਵੀ ਪੜ੍ਹਨੇ ਆ, ਕੋਸ਼ਿਸ਼ ਵੀ ਕਰਨੇ ਆ, ਤੇ ਕੋਈ ਰਸਤੇ ਬੜੇ ਗਹਿਰੇ ਹੁੰਦੇ ਨੇ, ਉਹ ਜਲਦੀ ਨਹੀਂ ਜਾਂਦੇ। So we have to repeat Bani again and again and again, understand again and again, go into the depth again and again. फिर जाके वो रस्ते जेड़े ने वो खत्म होंदे है। सो हौमे जेड़ी है, हौमे नूं देखना जेड़ा ना, हौमे दीर्घ रोग है दर। हौम विच आया, हौम विच गया, हौम विच दिता, हौम विच लिखिया, हौम विच खटिया, हौम विच गया, हौम विच चार कुड़े। सब तो जेड़ा वड्डा साडा रुकावट परमात्मा दे ते साडे विच हौमे दा। और हौमे जेड़ी है सब तो सटल है, सूक्ष्म है, ये दिसदी ने। साडे सारे जेड़े औगण ने वो हौमे विच ने। साडा सारा गुस्सा, जिन्ने भी साडे विकार ने हौमे ते बेस्ड ने। हुण जे आरसी या शीशा है, वो शीशे नाल तुसी अपने मन नूं, मन दे शीशे नाल जे तुसी देखोगे, actually this is what I say, अवेयरनेस का मैं कुछ मतलब ये तो नहीं कि मैं क्लियर नहीं कर पाती अवेयरनेस में। जे नहीं क्लियर तो ठीक है है, ठीक है ना? हाँ जी ठीक है। नहीं, मेरा मतलब कि अवेयरनेस जेड़ा है वो की है। देखो असी देखिए कि असी ना पहला असी बड़ी ऑर्डनरी चेतना विच हां, जदों असी रजो सतो तमो विच हां, तां असी ऑर्डनरी चेतना विच हां, जिन्हों असी कहांगे ऑर्डनरी माइंड। फिर असी थोड़ा जिहा मतलब गुरबाणी के थ्रू असी डिवेलप करते करते नैक्सट स्टेज ते जा, मतलब ये सारियां स्टेजिस ने, अवस्थावां ने। ये तुरिया एक अवस्था दा नाम हैगा। ये सारियां स्टेजिस ने, असी सफर करते करते चलते चलते अगे चल रहे हैं। असी चल रहे हैं, वैसे ऐसी गल नहीं, इहदे विच कोई मतलब फिक्र वाली भी गल नहीं, असी चल रहे हैं। बट सिर्फ ये है कि असी ठीक रस्ते ते चल रहे हैं, असी रस्ते तो भटकते ही नहीं रहे, इधर उधर ते नहीं हो रहा। ते जे असी हो रहे हैं तो असी देख लईए कि असी रस्ता जिहड़ा हैगा वो ठीक चल। सो फिर असी सैकेंड स्टेज ते जाने, ये भी अवस्था है। उत्थे फिर सानू थोड़ी समझ आनी शुरू हो जाती है गुरबाणी दी। फिर अगली स्टेज है जिथे कहना दीवा जले अंधेरा जाए, कि मतलब जदों दीवा जगेगा तो डार्कनेस चला जाएगा। हुण इत्थे सानू होश आ गई है भी गुरबाणी नू असी लैवल ते पहुंच गए हैं कि हुण गुरबाणी असी समझण लग पए, हुण असी सुनिए मन्निए ते पहुंच गए। तुसी देखो सारा जपजी साहब जिहड़ा है 38 पौड़ियां विच है। क्यों नहीं जेडे खंड ने वो पहला आ गए, खंड क्यों अखीर ते हैगे ने? क्योंकि खंड ते सारा एसेंस ने जपजी साहब दा। जे खंड पहला आ जान तो असी बिल्कुल नहीं समझ सकता। सिमिलरली असी जदों समझणियां साडियां स्टेजिस ने, वो असी ज्यों-ज्यों साडी समझ गहरी हुंदी, पर गहरी करने वास्ते जिहड़ी सब तो इंपॉर्टेंट चीज है जिन्हों असी कदे ना भुल्लीए, होवे शब्द सुर दा। शब्द सुर दे मेल नूं तुसी अच्छी तरह
ਆਪਣੇ ਮਨ ਵਿੱਚ ਜਾ ਕੇ ਘਰ ਦੇਖਣਾ ਸ਼ਬਦ ਸੁਰ ਦਾ ਮੇਲ ਕੀ। ਤੋ ਸ਼ਬਦ ਸੁਰ ਦਾ ਮੇਲ ਜਦੋਂ ਸ਼ੁਰੂ ਹੋ ਜਾਂਦਾ ਹੈ, ਐਕਚੁਅਲ ਨੌਲੇਜ ਗਿਆਨ ਉਦੋਂ ਸ਼ੁਰੂ ਹੁੰਦਾ ਹੈ, ਐਕਚੁਅਲ ਜਿਹੜੀ ਟ੍ਰਾਂਸਫੋਰਮੇਸ਼ਨ ਉਦੋਂ ਸ਼ੁਰੂ ਹੋਈ ਹੈ, ਅਸਲ ਜੀਵਨ ਜਿਹੜਾ ਉਦੋਂ ਬਦਲਣਾ ਸ਼ੁਰੂ ਹੋ ਜਾਂਦਾ। ਸੋ ਉਸ ਤੋਂ ਅੱਗੇ ਇਹ ਦੀਵਾ ਵਾਲੇ ਅੰਧੇਰਾ ਜਾਏ, ਉਸ ਤੋਂ ਜੇ ਅਗਲੀ ਸਟੇਜ ਹੈ ਜਿਹਨੂੰ ਅਸੀਂ ਇੰਟਿਊਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਅੰਦਰੋਂ ਵਿਚਾਰ ਦੇਣੇ ਸ਼ੁਰੂ ਕਰ ਦਿੰਦਾ, ਉਹ ਸਾਨੂੰ ਗਾਈਡ ਕਰਨਾ ਸ਼ੁਰੂ ਕਰ ਦਿੰਦਾ। ਜਿਵੇਂ ਮੈਂ ਤੁਹਾਨੂੰ ਬਹੁਤ ਸਾਰੀਆਂ ਆਪਣੇ ਪ੍ਰੈਕਟੀਕਲ ਐਗਜ਼ਾਮਪਲ ਦੇਣੀਆਂ ਨਹੀਂ ਚਾਹੀਦੀਆਂ, ਪਰ ਇਸ ਕਰਕੇ ਦੇਣੀਆਂ, ਉਹਦੇ ਨਾਲ ਕਲੈਰਿਟੀ ਆ ਜਾਂਦੀ ਕਿ ਸ਼ੁਰੂ ਵਿੱਚ ਜਦੋਂ ਮੈਂ ਮੈਡੀਟੇਸ਼ਨ ਸ਼ੁਰੂ ਕੀਤੀ ਤੇ ਮੈਡੀਟੇਸ਼ਨ ਬੜੀ ਗਹਿਰੀ ਹੁੰਦੀ ਸੀ, ਤੇ ਮੈਂ ਸੋਚਦੀ ਸੀ ਕਿ ਬਈ ਮੈਂ ਪਤਾ ਨਹੀਂ ਕਿੱਥੇ ਕੋ ਪਹੁੰਚ ਜਾਣਾ ਹੈਗਾ, ਤੇ ਮੈਡੀਟੇਸ਼ਨ ਬਹੁਤ ਗਹਿਰੀ ਹੁੰਦੀ ਹੈ। ਤੁਸੀਂ ਮੰਨੋਗੇ ਨਹੀਂ, 1 ਸਾਲ ਮੈਡੀਟੇਸ਼ਨ ਵਿੱਚ ਸੀ, ਕਿਉਂਕਿ ਮੈਂ ਹੰਕਾਰ ਕੀਤਾ ਸੀ ਕਿ ਮੈਂ ਕਰ ਰਹੀ ਹਾਂ। ਲੇਕਿਨ ਉਹ ਫਿਰ ਜਿਹੜੀ ਮੈਨੂੰ ਪਰਮਾਤਮਾ ਨੇ ਸਜ਼ਾ ਦਿੱਤੀ, ਉਹ ਬੜੀ ਪਿਆਰੀ ਸੀ, ਬੜੀ ਸਵੀਟ ਸੀ। ਜੇ ਮੈਨੂੰ ਉਹ ਸਜ਼ਾ ਨਹੀਂ ਦਿੰਦਾ ਤੇ ਮੈਂ ਉਹਦੇ ਵਿੱਚ ਹੀ ਰਹਿਣਾ ਸੀ। ਮੈਨੂੰ ਫਿਰ ਪਤਾ ਲੱਗ ਗਿਆ ਕਿ ਮੈਂ ਤੇ ਇਹ ਤੇ ਤੂੰ ਹੀ ਕਰ ਰਿਹਾ ਸੀ, ਤੇ ਮੈਂ ਤੇ ਐਵੇਂ ਹੰਕਾਰ ਹੀ ਕੀਤਾ। ਉਸ ਤੋਂ ਬਾਅਦ ਇਹ ਗੱਲ ਮੇਰੇ ਬਿਲਕੁਲ ਮਨ ਨੇ ਕਹਿ ਦਿੱਤੀ ਕਿ ਹੰਕਾਰ ਕਰੇਗਾ ਤੇ ਆਈ ਹਾਲ ਹੋਏਗਾ ਜਿਹੜਾ ਅੱਗੇ ਹੋਏ। ਤਾਂ ਇਹ ਕਹਿੰਦੇ ਨੇ ਕਿ ਦੁੱਖ ਦਾ ਸਰੂਪ ਹੈ, ਦੁੱਖ ਵਿੱਚ ਜਿਹੜਾ ਸਾਨੂੰ ਸੋਚ ਗਹਿਰੀ ਆਉਂਦੀ ਹੈ ਨਾ, ਉਹ ਸੁੱਖ ਵਿੱਚ ਨਹੀਂ ਆਉਂਦੀ, ਕਿਉਂਕਿ ਸੁੱਖ ਵਿੱਚ ਅਸੀਂ ਕਦੇ ਸੋਚਦੇ ਨਹੀਂ ਗਹਿਰਾਈ ਨਾਲ। ਸੋ ਇਹ ਬੜਾ ਜ਼ਰੂਰੀ ਹੈ ਕਿ ਇਹ ਪਤਾ ਲੱਗਣਾ, ਅੰਦਰੋਂ ਗਿਆਨ ਆਉਂਦਾ ਜਦੋਂ ਪਰਮਾਤਮਾ ਫਿਰ ਅੰਦਰੋਂ ਦੇਣਾ ਸ਼ੁਰੂ ਹੋ ਜਾਂਦਾ। ਇਹ ਅਵਸਥਾ ਜਦੋਂ ਆਉਂਦੀ ਹੈ, ਫਿਰ ਚੌਥੀ ਅਵਸਥਾ ਜਿਹੜੀ ਉਹਦੇ ਵਿੱਚ ਤੁਸੀਂ ਪ੍ਰੋਗਰੈਸ ਜਿਹੜੀ ਉਹ ਬੜੀ ਅੱਛੀ ਤਰ੍ਹਾਂ ਪ੍ਰੋਗਰੈਸ ਹੁੰਦੀ ਹੈ। ਇਹ ਚੌਥੀ ਅਵਸਥਾ ਵਾਸਤੇ ਅਵੇਅਰਨੈਸ ਬੜਾ ਜ਼ਰੂਰੀ ਹੈ। ਐਂਡ what is awareness? Can anybody explain what is awareness? ਤਾਂ ਕਿ ਮੈਂ ਥੋੜਾ ਜਿਹਾ ਇਹਦੇ ਤੇ ਫਿਰ, ਕਿਉਂਕਿ ਇਹ ਬੜਾ ਇੰਪੋਰਟੈਂਟ ਪੁਆਇੰਟ, ਸ਼ਬਦ ਸੁਰ ਦਾ ਮੇਲ ਔਰ ਇੱਕ ਅਵੇਅਰਨੈਸ। ਹਾਂਜੀ ਆਂਟੀ, ਅਵੇਅਰਨੈਸ ਜਿਸ ਤਰ੍ਹਾਂ ਜੇ ਗੁਰਬਾਣੀ ਦੇ ਆਧਾਰ ਤੇ ਵੇਖਿਆ ਜਾਵੇ ਤੇ ਇਸ ਤਰ੍ਹਾਂ ਹੋ ਸਕਦਾ ਆ ਕਿ ਆਪਾਂ ਲਾਈਕ ਸਰਾਊਂਡਿੰਗ ਤੇ ਆਪਣੇ ਆਪ ਦੇ ਵਿੱਚ ਹੀ ਸਾਡੇ ਅੰਦਰ ਕੀ ਜਿਹੜੇ ਹੈਗੇ ਆ ਬਾਡੀ, ਇਹ ਮੈਨੂੰ ਐਕਸਪਲੇਨ ਨਹੀਂ ਕਰਨਾ ਆ ਰਿਹਾ ਵੈਸੇ, ਤੇ ਸਰਾਊਂਡਿੰਗ ਮਤਲਬ ਡੀਪਲੀ ਅਸੀਂ ਅੰਡਰਸਟੈਂਡ ਕੌਨਸ਼ੀਅਸਲੀ ਜਿਹੜਾ ਅੰਡਰਸਟੈਂਡ ਕਰ ਸਕਦੇ ਆ। ਠੀਕ ਹੈ, ਬਿਲਕੁਲ ਬਿਲਕੁਲ ਤੁਸੀਂ ਬਹੁਤ ਹੱਦ ਤੱਕ ਠੀਕ ਹੈ। ਮਤਲਬ ਕਿ ਅਵੇਅਰਨੈਸ ਹੈ ਕਿ ਵੀ ਕਿ ਹਰ ਥਾਟ, ਮਤਲਬ ਹਰ ਥਾਟ ਜਿਹੜਾ ਮੈਨੂੰ ਆ ਰਿਹਾ ਉਹ ਮੈਂ ਦੇਖ ਰਹੀ ਹਾਂ ਇਹ ਕੀ ਹੈ। ਹਾਂਜੀ, ਤੇ ਮੈਨੂੰ ਇਹ ਫਿਰ ਪਤਾ ਲੱਗ ਜਾਂਦਾ, ਮੈਂ ਆਪਣੀਆਂ ਵੀਕਨੈਸਸ ਨੂੰ ਸਟੱਡੀ ਕਰਨਾ। ਹੁਣ ਜੋ ਮੈਂ ਅਵੇਅਰ ਹਾਂ, ਮੈਂ ਦੇਖ ਲਾਂਗੀ ਮੇਰੀਆਂ ਵੀਕਨੈਸਸ ਕੀ ਨੇ, ਜਿਹੜੇ ਮੇਰੇ ਪਲੱਸ ਪੁਆਇੰਟ ਨੇ, ਜਿਹੜੀਆਂ ਮੇਰੀਆਂ ਮਤਲਬ ਸਟਰੋਂਗ ਪੁਆਇੰਟ ਨੇ, ਉਹਨਾਂ ਨੂੰ ਮੈਂ ਐਪਰੀਸ਼ੀਏਟ ਕਰਨਾ ਕਿ ਯੈਸ ਆਈ ਕੈਨ ਕਨਸੈਂਟਰੇਟ ਲਾਈਕ ਦਿਸ, ਆਈ ਕੈਨ। ਇਹ ਇੱਕ ਤੇ ਇਹ ਅੰਦਰੋਂ ਕਦੀ ਇਨਫੀਰੀਅਰਿਟੀ ਕੰਪਲੈਕਸ ਨਹੀਂ ਲਿਆਣਾ ਕਿ ਮੈਂ ਤੇ ਪਾਪੀਆਂ, ਮੈਂ ਤੇ ਛੋਟਾ ਹਾਂ, ਮੈਂ ਤੇ ਕਰ ਨਹੀਂ ਸਕਦੀ। ਨੋ ਨਹੀਂ, ਵੀ ਆਰ ਹਿਸ ਅੰਸ਼, ਉਹਨੇ ਸਾਡੇ ਅੰਦਰ ਸਾਰੀਆਂ ਪਾਵਰ ਪਾਣੀਆਂ ਨੇ। ਸਿਰਫ ਇਹ ਉਦਮ ਕਰਿੰਦਿਆਂ ਜੀਤ ਤੋਂ ਕਮਾਉਂਦਿਆਂ ਸੁਖਮਨ, ਉਦਮ ਬਹੁਤ ਜ਼ਰੂਰੀ, ਐਫਰਟ ਜਿਹੜੀ ਪੂਰੀ ਕਰਨੀ। ਸੋ ਐਫਰਟ ਪੂਰੀ ਜਦੋਂ ਅਸੀਂ ਕਰਾਂਗੇ ਤੇ ਫਿਰ ਸਾਨੂੰ ਪਤਾ ਲੱਗਦਾ ਜਾਏਗਾ ਮੇਰੇ 'ਚ ਵੀਕਨੈਸ ਕੀ ਨੇ। ਵੀਕਨੈਸ ਦਾ ਕਿਵੇਂ ਪਤਾ ਚੱਲੇਗਾ? ਇਫ ਆਈ ਐਮ ਅਵੇਅਰ ਆਫ ਮਾਈ ਥਾਟਸ, ਜਿਹੜੇ ਮੈਨੂੰ ਵਿਚਾਰ ਆ ਰਹੇ ਨੇ ਇਮੀਡੀਏਟਲੀ ਮੈਂ ਕੈਚ ਕਰ ਲਿਆ ਕੀ ਸੋਚ ਰਹੀ ਹਾਂ ਮੈਂ। ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਇੱਕ ਥਾਟ ਵਿੱਚ ਆਇਆ, ਇੰਨੇ ਲੰਬੇ ਲੈ ਜਾਂਦਾ ਤੁਹਾਨੂੰ ਹੋਸ਼ ਆਉਂਦੀ ਹੈ, ਤੁਸੀਂ ਕਹਿੰਦੇ ਹੋ ਮੈਂ ਤੇ ਪਤਾ ਨਹੀਂ ਕਦੋਂ ਸੋਚਿਆ। ਹੁਣ ਤੁਸੀਂ ਇਮੀਡੀਏਟਲੀ ਕੈਚ ਕਰ ਲਓ ਕਿ ਇਹ ਚੋਰ ਜਿਹੜਾ ਇਹ ਕੀ ਹੈਗਾ, ਤੁਸੀਂ ਉਹਨੂੰ ਪਕੜ ਲਓਗੇ। ਹੁਣ ਤੁਸੀਂ ਆਪਣੀ ਵੀਕਨੈਸ, ਕਿਉਂਕਿ ਉਹ ਜਿਹੜੇ ਸਾਡੇ ਆਪਣਾ ਬ੍ਰੇਨ ਦੇ ਵਿੱਚ ਉਹ ਰਸਤੇ ਬਣੇ ਹੋਏ ਨੇ, ਉਹ ਬੜੇ ਗਹਿਰੇ ਨੇ, ਉਹ ਤੁਹਾਨੂੰ ਬੜੀ ਵਾਰੀ ਅਵੇਅਰ ਹੋਣਾ ਪੈਗਾ। ਹੌਲੀ ਹੌਲੀ ਅਵੇਅਰਨੈਸ ਦੇ ਨਾਲ ਉਹ ਕਮਜ਼ੋਰੀ ਨਿਕਲਦੀ ਜਾਏ। ਹੁਣ ਦੇਖੋ ਕਈ ਚੀਜ਼ਾਂ ਨੇ ਆਟੋਮੈਟਿਕ ਹੱਥ ਜਿਹੜਾ ਉੱਥੇ ਜਾਂਦਾ। ਕਈ ਦੇਖੋ ਕਈ ਲੇਡੀਜ਼ ਨੂੰ ਆਦਤ ਹੁੰਦੀ ਹੈ ਬੱਚਿਆਂ ਨੂੰ ਫਟ ਚਪੇੜ ਮਾਰਦੇ ਨੇ, ਤੇ ਇੰਡੀਆ ਦੇ ਵਿੱਚ ਤੇ ਰਿਵਾਜ ਸੀ ਕਿ ਜਿਹੜੇ ਮਾਸਟਰ ਸੀ ਨਾ, ਉਹ ਬੱਚਿਆਂ ਨੂੰ ਚਪੇੜਾਂ ਬੜੀਆਂ ਮਾਰਦੇ ਹੁੰਦੇ ਸੀ। ਸੋ ਕੀ ਹੋਇਆ ਸੀ ਕਿ ਜਦੋਂ ਬਹੁਤ ਸਾਰੇ ਲੋਕ ਜਦੋਂ ਅਮਰੀਕਾ ਆਉਣੇ ਸ਼ੁਰੂ ਹੋ ਗਏ ਤੇ
ਇੱਥੇ ਤੇ ਫਿਰ ਜਿਹੜੇ ਸੀ ਵੀ ਨਹੀਂ ਕਰ ਸਕਦੇ ਸੀ, ਉਹ ਨਾ ਮਾਸਟਰਾਂ ਨੂੰ ਇੰਨੀ ਆਦਤ ਸੀ, ਉਹ ਆਪਣੇ ਹੱਥ ਪਿੱਛੇ ਬੰਨ ਲੈਂਦੇ ਸੀ, ਪਿੱਛੇ ਬੰਨ ਕੇ ਹੱਥ ਪਿੱਛੇ ਰੱਖਦੇ ਸੀ ਕਿ ਸਾਨੂੰ ਇੰਨੀ ਆਦਤ ਹੈਗੀ ਹੈ ਕਿ ਮੈਂ ਤੇ ਚਪੇੜ ਮਾਰ ਦੇਣੀ। ਇੰਨਾ ਸਾਡਾ ਬ੍ਰੇਨ ਜਿਹੜਾ ਆਟੋਮੈਟਿਕ ਹੋ ਜਾਂਦਾ। ਸੋ ਅਵੇਅਰਨੈਸ ਵੈਰੀ ਇੰਪੋਰਟੈਂਟ, ਕਿ ਅਵੇਅਰ ਹੋਵਾਂਗੇ ਪਤਾ ਲੱਗ ਜਾਏਗਾ, ਜਿਹਨੂੰ ਜ਼ੈਨ ਵਾਲੇ ਕਹਿੰਦੇ ਨੇ ਮਾਈਂਡਫੁਲਨੈਸ। ਉਹ ਤਾਂ ਕਹਿੰਦੇ ਨੇ ਈਵਨ ਵਾਕ ਇਜ਼ ਮਾਈਂਡਫੁਲ, ਕਿ ਜਦੋਂ ਤੁਸੀਂ ਵਾਕ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਇਹ ਮੇਰਾ ਪੈਰ ਜਿਹੜਾ ਠੀਕ ਜਾ ਰਿਹਾ, ਔਰ ਇਹ ਮੇਰਾ ਇਹ ਪੈਰ, ਤਾਂ ਕਿ ਤੁਹਾਨੂੰ ਆਦਤ ਪੈ ਜਾਏ ਦੇਖਣ ਦੀ ਕਿ ਵੀ ਮੈਂ ਜਿਹੜੇ ਆਪਣੇ ਵਿਚਾਰਾਂ ਨੂੰ ਦੇਖ ਰਿਹਾ। ਸੋ ਹੁਣ ਅਸੀਂ ਦੇਖਨੇ ਆ ਕਿ ਕਿਹੜੀਆਂ ਚੀਜ਼ਾਂ ਨੇ, ਕਿਹੜੇ ਗੁਣ ਨੇ ਅਸੀਂ ਆਪਣੇ ਵਿੱਚ ਲਿਆਣੇ ਨੇ, ਤਾਂ ਕਿ ਅਸੀਂ ਤਿਆਰ ਹੋ ਜਾਈਏ ਚੌਥੇ ਪਦ ਵਾਸਤੇ। ਸੋ ਅਸੀਂ ਦੇਖਨੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨੂੰ ਬਹੁਤ ਜ਼ੋਰ ਦਿੱਤਾ ਹੈ। ਉਹ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੀ ਅਜੀਤ, ਨਾਨਕ ਤਿੰਨ ਕੇ ਸਿੰਘ ਸੰਗ ਸਾਥ, ਵੱਡਿਆਂ ਸਿਓ ਕਹਿ ਰਹੀ ਸੀ। ਹੁਣ ਤੁਸੀਂ ਇਹ ਦੇਖੋਗੇ, ਹਿਊਮਿਲਿਟੀ ਲਿਆਉਣ ਲੱਗਿਆ, ਕਰ ਲੱਗਿਆ ਬੜੀ ਸਾਨੂੰ ਮਿਹਨਤ ਕਰਨੀ ਪੈਂਦੀ। ਅਸੀਂ ਕਹਿੰਦੇ ਹਾਂ ਮੈਂ ਕਿਸੇ ਨਾਲੋਂ ਛੋਟਾ ਕਿਉਂ ਬਣਾ, ਮੈਂ ਤੇ ਵੱਡਾ। ਕਿ ਗੁਰੂ ਨਾਨਕ ਦੇਵ ਜੀ ਨੇ ਕਿਉਂ ਇਹ ਕਿਹਾ ਹੈ? ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਵੀ ਨਿਮਰਤਾ ਬਹੁਤ ਉੱਚਾ ਗੁਣ ਹੈ। ਜੇ ਅਸੀਂ ਝੁਕ ਜਾਵੇਂ ਨਾ, ਦੇਖੋ ਉਹਨਾਂ ਨੇ ਬਾਰ-ਬਾਰ ਸਿੰਬਲ ਰੁਕ ਦਿੰਦੇ ਨੇ ਐਗਜ਼ਾਮਪਲ, ਕਿ ਉਹ ਬੜਾ ਹੈ, ਵੱਡਾ ਹੈ, ਉੱਚਾ ਹੈ, ਉਹ ਆਵੇ ਆਸਕਾ, ਉਹਦੇ ਫਲ ਫਿੱਕੇ ਫੁੱਲ ਬਕਬਕੇ, ਕੰਮ ਨਾ ਆਵੇ ਪਤ। ਸੋ ਉਹਦੇ ਫਲ ਜਿਹੜੇ ਨੇ ਉਹ ਕੰਮ ਨਹੀਂ ਆਉਂਦੇ, ਨਾ ਪੱਤੇ ਕੰਮ ਆਏ। ਉਹਨਾਂ ਕੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਕ, ਕਿ ਨਿਮਰਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਕੀ ਨੇ? ਆਪਣੇ ਆਪ ਨੂੰ ਸੁੱਚ ਵਿੱਚ ਲਿਆਣਾ। ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਕੀ ਹੈ? ਗੁਣ, ਪਰਮਾਤਮਾ ਦੇ ਗੁਣ ਨੂੰ ਧਾਰਨ ਕਰਨਾ। ਜਦੋਂ ਅਸੀਂ ਗੁਣ ਧਾਰਨ ਕਰਾਂਗੇ ਤਾਂ ਅਸੀਂ ਐਲੀਜੀਬਲ ਹੋਵਾਂਗੇ ਚੌਥੇ ਪਦ ਦੇ। ਸੋ ਚੌਥੇ ਪਦ ਦੇ ਜਾਂ ਮਤਲਬ ਗਹਿਰਾ ਕੁਛ ਵੀ ਹੈ, ਮਤਲਬ ਪਰਮਾਤਮਾ ਦੇ ਨੇੜੇ ਜਾਣ ਦੇ ਤਾਂ ਅਸੀਂ ਕਾਬਿਲ। ਫਿਰ ਉਹਨਾਂ ਨੇ ਇਹ ਬੜਾ ਜ਼ੋਰ ਦਿੱਤਾ ਹੈ ਕਿ ਮਤਲਬ ਉਹਨਾਂ ਨੇ ਕਿਹਾ ਕਿਰਤ ਕਰਨਾ, ਵੰਡ ਖਾਣਾ ਔਰ ਸਿਮਰਨ ਕਰਨਾ। ਹੁਣ ਕਿਰਤ ਕਰਨ ਦਾ ਮਤਲਬ ਉਹਨਾਂ ਸਿਰਫ ਇਹ ਨਹੀਂ ਕਿਹਾ ਕਿ ਤੁਸੀਂ ਕਮਾਓ ਤੇ ਖਾਓ। ਉਹਨਾਂ ਨੇ ਕਿਹਾ ਹੈ ਹੱਕ ਪਰਾਇਆ ਨਾਨਕਾ ਉਸ ਸੁਰ ਉਸ ਗਾਏ, ਗੁਰੂ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਉਹਨਾਂ ਨੇ ਬੇਈਮਾਨੀ ਦੀ ਕਮਾਈ ਨੂੰ ਜਾਂ ਡਿਸਹੋਨੈਸਟ ਦੀ ਕਮਾਈ ਨੂੰ ਇੱਕ ਮੁਰਦਾਰ ਦੇ ਨਾਲ ਐਗਜ਼ਾਮਪਲ ਦਿੱਤੀ, ਇੱਕ ਮੁਰਦੇ ਦੇ ਨਾਲ ਐਗਜ਼ਾਮਪਲ ਦਿੱਤੀ, ਕਿ ਜਿਹੜੀ ਤੁਹਾਡੀ ਨੇਕ ਨੀਅਤ ਦੀ ਕਮਾਈ ਨਹੀਂ, ਉਹ ਮੁਰਦਾ ਖਾਣ ਦੇ ਬਰਾਬਰ ਹੈ। ਜੇ ਉਹ ਕਮਾਈ ਘਰ ਲਿਆ ਕੇ ਤੁਸੀਂ ਵਰਤੋਗੇ, ਬੱਚਿਆਂ ਨੂੰ ਖਾਓਗੇ, ਤੁਹਾਡੇ ਸਾਰੇ ਘਰ ਦੇ ਵਿੱਚ ਜਿਹੜੀ ਕਦੀ ਸ਼ਾਂਤੀ ਨਹੀਂ ਆਏਗੀ, ਕਦੀ ਪਵਿੱਤਰਤਾ ਨਹੀਂ ਆਏਗੀ। ਸੋ ਉਹਨਾਂ ਨੇ ਸਭ ਤੋਂ ਜ਼ਿਆਦਾ ਤੇ ਜਿਹੜੀ ਹੈ ਨਾ, ਉਹ ਕਿਰਤ ਤੇ ਜ਼ੋਰ ਦਿੱਤਾ ਕਿ ਕਿਰਤ ਜਿਹੜੀ ਹੈਗੀ ਉਹ ਓਨੈਸਟ ਹੋਣੀ ਚਾਹੀਦੀ। ਕਾਲ ਖਾਏ ਕਿ ਛੱਥੋਂ ਦੇ ਨਾਨਕ ਹੁਕਮ ਪਛਾਣੇ ਸੇ। ਮਿਹਨਤ, ਜੇ ਅਸੀਂ ਦਾਨ ਵੀ ਕਰਨਾ ਤੇ ਉਹ ਮਿਹਨਤ ਦਾ। ਜੇ ਅਸੀਂ ਦਾਨ ਕੀਤਾ ਹੈ, ਕਿ ਸਤਿਆਂ ਮਨ ਸੰਤੋਖ ਉਪਜੇ, ਦੇਣੇ ਕੇ ਵਿਚਾਰ, ਦੇ ਦੇ ਮੰਗੇ ਸੈਸਾ ਗੁਣਾ, ਸੋਭ ਕਰੇ ਸੰਸਾਰ। ਕਿ ਕਈ ਵਾਰੀ ਅਸੀਂ ਦਾਨ ਕਰਨੇ ਆ ਤੇ ਸੋਚਨੇ ਆ ਕਿ ਅਸੀਂ ਦਾਨ ਕਰਾਂਗੇ ਤੇ ਰੱਬ ਸਾਨੂੰ ਹੋਰ ਦੇਵਾ। ਕਹਿੰਦੇ ਨੇ ਕੋਈ ਆਦਮੀ ਸੀ, ਉਹਦੇ ਬੱਚੇ ਨੇ ਕਿਹਾ ਕਿ ਵੀ ਮੈਂ ਤੈਨੂੰ $1 ਦੇਣਾ, ਮੱਥਾ ਟੇਕ। ਤੇ ਉਹ ਕਹਿੰਦਾ ਕਿਉਂ ਪਿਤਾ ਜੀ, ਮੱਥਾ ਕਿਉਂ ਟੇਕਾਂ? ਉਹ ਕਹਿੰਦੇ ਜੇ ਤੂੰ $1 ਦੇਗਾ ਤੇ ਪਰਮਾਤਮਾ ਤੈਨੂੰ $100 ਦੇਗਾ। ਤਾਂ ਬੱਚਾ ਕਹਿੰਦਾ ਕਿ ਪਿਤਾ ਜੀ ਫਿਰ ਤੂੰ $100 ਦੇ ਦੇ। ਇਹ ਪਰਮਾਤਮਾ $100 ਦਿੰਦਾ ਹੈ ਤੇ ਅਸੀਂ ਇੱਕ ਕਿਉਂ ਦਈਏ? ਮਤਲਬ ਕਿ ਜਦੋਂ ਅਸੀਂ ਮਨ ਦੇ ਵਿੱਚ ਸਤਿਆਂ ਮਨ ਸੰਤੋਖ ਉਪਜੇ, ਦੇਣੇ ਕੇ ਵਿਚਾਰ, ਦੇ ਦੇ ਮੰਗੇ ਸੈਸਾ ਗੁਣਾ, ਸੋਭ ਕਰੇ ਸੰਸਾਰ। ਕਿ ਮੈਂ ਦੇ ਰਿਹਾ ਵਾਂ, ਇਹਦੇ ਬਦਲੇ ਪਰਮਾਤਮਾ ਮੈਨੂੰ ਦੇਵੇ ਤੇ ਨਾਲੇ ਲੋਕ ਮੇਰੀ ਸਿਫਤ ਕਰਨ। ਸੋ ਕਾਲ ਕਰੇ ਕਿ ਛੱਥੋਂ ਦੇ ਨਾਨਕ ਕੋ ਪਛਾਣੇ ਸੇ। ਕਿ ਕਮਾਈ ਜਿਹੜੀ ਹੈਗੀ ਹੈ ਉਹ ਤੁਹਾਡੀ ਜਿਹੜੀ ਹੈ ਮਿਹਨਤ ਦੀ ਹੋਣੀ ਚਾਹੀਦੀ, ਓਨੈਸਟ ਦੀ ਹੋਣੀ ਚਾਹੀਦੀ ਹੈ। ਅੱਗੇ ਉਹਨਾਂ ਨੇ ਕਿਹਾ ਪਰਉਪਕਾਰ। ਪਰਉਪਕਾਰ ਕੀ ਹੈ? ਉਪਕਾਰ ਸਾਨੂੰ ਵੈਸੇ ਜ਼ਿਆਦਾ ਅਸੀਂ ਕਦੇ ਕਲੈਰਿਟੀ ਆਪਣੇ ਆਪ ਕਰਦੇ ਨਹੀਂ,
ਪਰਉਪਕਾਰ ਤੇ ਉਪਕਾਰ ਵਿੱਚ ਫਰਕ ਹੈ। ਉਪਕਾਰ ਤੇ ਹੁੰਦਾ ਹੈ ਕਿਸੇ ਦੀ ਮਦਦ ਕਰਨੀ, ਗਰੀਬ ਦੀ ਜਾਂ ਕਿਸੇ ਲੋੜਵੰਦ ਦੀ, ਕੁਛ ਵੀ ਇਸ ਤਰ੍ਹਾਂ ਦੇ। ਲੇਕਿਨ ਪਰਉਪਕਾਰ ਕੀ ਹੁੰਦਾ? ਪਰਉਪਕਾਰ ਹੁੰਦਾ ਹੈ ਈਵਨ ਤੁਹਾਡਾ ਦੁਸ਼ਮਣ ਜਿਹੜਾ, ਉਹਨੂੰ ਵੀ ਜ਼ਰੂਰਤ ਪਵੇ ਤੇ ਤੁਸੀਂ ਉਹਦੀ ਮਦਦ ਕਰੋਗੇ। ਜਿੱਥੇ ਤੁਹਾਨੂੰ ਨਹੀਂ ਵੀ ਉਮੀਦ ਉੱਥੋਂ ਵਾਪਸ ਆਉਣ ਦੀ, ਉੱਥੇ ਵੀ ਕਰੋਗੇ। ਜਿੱਥੇ ਤੁਹਾਨੂੰ ਖਤਰਾ ਵੀ ਹੈ, ਪਰਉਪਕਾਰ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੰਸਾਰ ਤੇ। ਉਹਨਾਂ ਨੂੰ ਕੀ ਜ਼ਰੂਰਤ ਸੀ ਸਾਰੀਆਂ ਥਾਵਾਂ ਤੇ ਜਾ ਕੇ ਖਤਰਾ ਮੁੱਲ ਲੈਣ ਦੀ? ਮੱਕੇ ਉਹ ਗਏ, ਉੱਥੇ ਜਾ ਕੇ ਜਦੋਂ ਉਹਨਾਂ ਨੇ ਮੱਕੇ ਵੱਲ ਲੱਤਾਂ ਕਰਕੇ ਸੁੱਤੇ ਤੇ ਉਹਨਾਂ ਨੇ ਬੜੇ ਜ਼ੋਰ ਦੀ ਉਹਨਾਂ ਦੀਆਂ ਲੱਤਾਂ ਖਿੱਚ ਕੇ ਦੂਸਰੇ ਪਾਸੇ ਕੀਤੀ। ਉਹਨਾਂ ਨੂੰ ਇਹ ਤੇ ਉਮੀਦ ਸੀ ਕਿ ਵੀ ਮੈਂ ਹਰ ਥਾਂ ਤੇ ਜਾਵਾਂਗਾ ਤੇ ਕੁਛ ਨਾ ਕੁਛ ਗਲਤ ਤੇ ਹੋ ਸਕਦਾ, ਬਟ ਉਹਨਾਂ ਦੇ ਮਨ ਦੇ ਵਿੱਚ ਇੰਨੀ ਪਰਉਪਕਾਰ ਦੀ ਜਿਹੜੀ ਸੀ ਆਪਣਾ ਫੀਲਿੰਗ, ਕਿ ਉਹਨਾਂ ਨੇ ਉਸ ਚੀਜ਼ ਨੂੰ ਸਾਰੀ ਨੂੰ ਨਗਲੈਕਟ। ਹੁਣ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਦੇਖੋ ਕਿ ਜਦੋਂ ਭਾਈ ਕਨ੍ਹਈਆ ਪਾਣੀ ਪਿਆ ਰਿਹਾ ਸੀ ਤੇ ਉਹ ਪਾਣੀ ਜਿਹੜਾ ਸੀ, ਜਿਹੜੇ ਘਾਇਲ ਦੁਸ਼ਮਣ ਸੀ ਉਹਨਾਂ ਨੂੰ ਵੀ ਪਿਆ ਰਿਹਾ ਸੀ। ਤੇ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਇਹ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ ਨੇ, ਤੇ ਫਿਰ ਉਹਨਾਂ ਭਾਈ ਕਨ੍ਹਈਆ ਨੇ ਪੁੱਛਿਆ, ਤੇ ਭਾਈ ਕਨ੍ਹਈਆ ਨੇ ਕਿਹਾ ਕਿ ਮੈਨੂੰ ਤਾਂ ਤੇਰੇ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ, ਮੈਨੂੰ ਤੇ ਸਾਰਿਆਂ ਵਿੱਚ ਤੂੰ ਹੀ ਦਿਸਣਾ। ਤੇ ਗੁਰੂ ਗੋਬਿੰਦ ਸਿੰਘ ਜੀ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਕਿਹਾ ਕਿ ਪਾਣੀ ਸਿਰਫ ਨਾ ਪਿਆ, ਇਹ ਮਲਮ ਵੀ ਲੈ ਲੈ, ਇਹ ਡੱਬੀ ਲੈ ਲੈ ਮਲਮ ਦੀ, ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਮਲਮ ਮਿਲੇਗਾ। ਤੁਹਾਨੂੰ ਪਤਾ ਇਹ ਡੱਬੀ ਡੇ ਮਨਾਇਆ ਜਾਂਦਾ ਹੈਗਾ ਵੇ ਇਹ ਆਪਣਾ। ਸੋ ਇਹ ਦੇਖੋ ਸਾਡੇ ਗੁਰੂਆਂ ਦੀ ਸਿੱਖਿਆ ਇਹ ਵੇ, ਉਹ ਸਿੱਖਿਆ ਉਹਨਾਂ ਨੇ ਆਪਣੇ ਤੇ ਕਿਉਂ ਲਾਗੂ ਕੀਤੀ ਹੈ ਕਿ ਉਹ ਸਾਡੇ ਤੱਕ ਵੀ ਟ੍ਰਾਂਸਫਰ, ਉਹਨਾਂ ਦਾ ਤੇ ਮਨ ਇਸ ਤਰ੍ਹਾਂ ਦਾ ਸੀ, ਉਹਨਾਂ ਨੇ ਕੀਤੀ ਹੈ, ਪਰ ਉਹ ਸਾਡੇ ਅੱਗੇ ਐਗਜ਼ਾਮਪਲਸ ਨੇ ਕਿ ਅਸੀਂ ਉਹਨਾਂ ਨੂੰ ਕਾਪੀ ਕਰਨਾ, ਫਾਲੋ ਕਰਨਾ ਹੈਗਾ। ਸੋ ਥੀਸ ਆਰ ਆਲ ਦਾ ਜਿਹੜਾ ਕਿ ਮਤਲਬ ਕਿ ਪਿਉਰੀਫਾਈ ਕਰਨ ਵਾਸਤੇ। ਫਿਰ ਉਹਨਾਂ ਨੇ ਮਤਲਬ ਅਮਲ ਤੇ ਬੜਾ ਜ਼ੋਰ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਤੇ ਦੇਖੋ ਜਦੋਂ ਉਹ ਗਏ ਆਪਣਾ, ਕਿਹੜੇ ਮੁਲਕ ਵਿੱਚ ਗਏ ਸੀ, ਮੇਰੇ ਖਿਆਲ ਮੱਕੇ, ਅਫਗਾਨਿਸਤਾਨ ਕਿਸੇ ਮੁਲਕ ਵਿੱਚ ਗਏ ਸੀ, ਤੇ ਉੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਹੋਏ? ਤੇ ਉਹਨਾਂ ਨੇ ਕਿਹਾ ਬਿਨ ਅਬਨਾ ਬਾਜੋਂ ਦੋਨੋਂ ਰੋਏ। ਮਤਲਬ ਉਹਨਾਂ ਨੂੰ ਧਰਮ, ਕਿਸੇ ਵੀ ਧਰਮ ਦੇ ਨਾਲ ਕੋਈ ਜਿਹੜੀ ਸੀ ਲਗਾਵ ਜਾਂ ਵੈਰ ਨਹੀਂ ਸੀ, ਉਹਨਾਂ ਨੂੰ ਸੀ ਅਮਲ। ਐਕਚੁਅਲੀ ਦੇਖੋ ਕਿ ਕਰਮ ਹੀ, ਇਹ ਕਰਮ ਧਰਤੀ ਹੈ, ਇਹ ਸੰਸਾਰ ਜਿਹੜਾ ਕਰਮ ਧਰਤੀ ਹੈ। ਜੋ ਵੀ ਅਸੀਂ ਕਰਾਂਗੇ ਉਹ ਫਲ ਮਿਲੇਗਾ। ਜੋ ਜਿਹਾ ਬੀਜੇ ਸੋ ਲੁਣੇ। ਕਰਮਾਂ ਦੇ ਤੇ ਬਹੁਤ ਸਾਰੀ ਬਾਣੀ, ਜਿਹੜੀ ਇੰਨੀ ਜ਼ਿਆਦਾ ਬਾਣੀ ਹੈ ਜਿਹਦਾ ਹਿਸਾਬ ਹੀ ਨਹੀਂ ਹੈਗਾ। ਤਾਂ ਕਰਮ ਫਲ ਤੇ ਸਾਨੂੰ ਜ਼ਰੂਰ ਮਿਲਣਾ ਹੀ ਮਿਲਣਾ ਹੈ। ਇਸ ਕਰਕੇ ਅਸੀਂ ਅਮਲ ਜਿਹੜੇ ਨੇ ਉਸ ਗੁਰੂਆਂ ਨੇ ਸਾਨੂੰ ਕਰਕੇ ਦਿਖਾਏ ਨੇ, ਔਰ ਅਸੀਂ ਅਮਲ ਜਿਹੜੇ ਨੇ, ਕਰਮ ਜਿਹੜੇ ਨੇ, ਉਹ ਜਿਹੜੇ ਨੇ ਉਹਨਾਂ ਵੱਲ ਬਹੁਤ ਖਾਸ ਧਿਆਨ ਰੱਖਣਾ। ਸੋ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਇਸ ਜਨਮ ਵਿੱਚ ਆ ਕੇ ਪਰਮਾਤਮਾ ਦੇ ਗਿਆਨ, ਆਤਮਾ ਦੇ ਗਿਆਨ ਨੂੰ ਇਕੱਠਾ ਨਹੀਂ ਕੀਤਾ, ਆਤਮਾ ਪਰਮਾਤਮਾ ਦੇ ਮੇਲ ਨੂੰ ਤੁਸੀਂ ਸਟੱਡੀ ਨਹੀਂ ਕੀਤਾ, ਪੜ੍ਹਿਆ ਨਹੀਂ, ਆਤਮ ਚੀਨ ਨਹੀਂ ਕੀਤਾ, ਆਤਮਾ ਕੀ ਹੈ, ਮੈਂ ਹੂ ਐਮ ਆਈ, ਤੇ ਯੂ ਆਰ ਆਤਮਘਾਤੀ। ਤੁਸੀਂ ਆਤਮਾ ਦਾ ਜਿਹੜਾ ਹੈ ਉਹ ਆਤਮਘਾਤ ਕੀਤਾ। ਸੋ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਣ what is this ਤਨ ਮਨ ਧਨ ਸਭ ਸੌਂਪ ਗੁਰ ਕੋ? ਸੌਂਪ ਤੇ ਤਾਂ ਵੇ ਕਿ ਜੇ ਮੇਰਾ ਹੋਵੇ ਤੇ ਮੈਂ ਸੌਂਪਾਂ, ਤੇ ਜੇ ਮੈਂ ਕਹਾਂ ਕਿ ਹੈ ਹੀ ਤੇਰਾ, ਸੌਂਪਣਾ ਹੈ ਤੇਰਾ ਹੀ ਹੈ। ਮਤਲਬ ਇਹ ਜਿਹੜਾ ਆਈਡੀਆ ਹੈ, ਇਹ ਸਾਡੇ ਮਨ ਵਿੱਚ ਬਹੁਤ ਜ਼ਿਆਦਾ ਡਿਵੈਲਪ ਕਰਨਾ ਚਾਹੀਦਾ, ਬਹੁਤ ਜ਼ਿਆਦਾ, ਕਿ ਜੋ ਕੁਝ ਹੋ ਰਿਹਾ ਹੈ ਉਹਦੀ ਰਜ਼ਾ ਨਾਲ ਹੋ ਰਿਹਾ ਹੈ, ਉਹ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਇਹ ਜਿਹੜੀ ਮੈਂ ਹਉਮੈ, ਸਭ ਤੋਂ ਵੱਡੀ ਰੁਕਾਵਟ ਸਾਡੇ ਰਸਤੇ ਵਿੱਚ ਇਹ ਹੈ। ਸਭ ਤੋਂ ਜ਼ਿਆਦਾ ਜ਼ੋਰ ਜਦੋਂ ਅਸੀਂ ਅਵੇਅਰਨੈਸ ਵਿੱਚ ਜਾਂਦੇ ਹਾਂ ਤੇ ਉਹਦੇ ਵਿੱਚ ਅਸੀਂ ਦੇਖੀਏ ਕਿ ਹਉਮੈ ਕਿੱਥੇ ਆ ਰਹੀ, ਔਰ ਹਉਮੈ ਬਹੁਤ ਆਉਂਦੀ, ਹਉਮੈ ਬੜੀ ਸੂਖਮ ਹੈ, ਪਤਾ ਨਹੀਂ ਲੱਗਦਾ। ਹੁਣ ਅਸੀਂ ਇੱਥੋਂ ਤੱਕ ਕਰ ਲਿਆ, ਹੁਣ ਅਸੀਂ ਦੇਖਦੇ ਹਾਂ ਕਿ ਚੌਥਾ ਪਦ ਕੀ ਹੈ। ਕੋਈ ਸਵਾਲ ਇੱਥੋਂ ਤੱਕ ਹੈ ਤਾਂ ਤੁਸੀਂ ਦੱਸੋ।
ਆਂਟੀ ਇੱਕ ਕੁਐਸਚਨ ਆ ਰਿਹਾ, ਜਿਵੇਂ ਜਿਹੜੀ ਤੁਸੀਂ ਜਿਵੇਂ ਕਹਿੰਦੇ ਅਵੇਅਰਨੈਸ ਓਨਲੀ, ਜਦੋਂ ਤੁਹਾਨੂੰ ਅਵੇਅਰਨੈਸ ਹੁੰਦੀ ਉਹਦੇ ਨਾਲ ਹੀ ਫਿਰ ਪਿਓਰਿਟੀ ਹੌਲੀ ਹੌਲੀ ਡਿਵੈਲਪ ਹੁੰਦੀ ਹੈ। ਅਵੇਅਰਨੈਸ ਲੀਡਸ ਟੂ ਬਿਲਕੁਲ ਪਿਓਰਿਟੀ। ਬਿਲकुल ਅਵੇਅਰਨੈਸ ਹੈ, ਬਹੁਤ ਉੱਚੀ ਚੀਜ਼ ਹੈ, ਬਹੁਤ ਉੱਚੀ ਚੀਜ਼। ਦੇਖੋ ਜੇ ਮੈਨੂੰ ਇਹ ਪਤਾ ਹੈ ਮੈਂ ਰਸਤੇ ਤੇ ਚੱਲ ਰਿਹਾ, ਅੱਗੇ ਪੱਥਰ ਹੈ, ਮੈਂ ਦੇਖ ਕੇ ਚੱਲ ਰਿਹਾ, ਠੀਕ ਹੈ, ਤੇ ਮੈਂ ਪੱਥਰ ਤੋਂ ਇੱਧਰ ਉੱਧਰ ਹੋ ਜਾ, ਜੇ ਮੈਂ ਦੇਖ ਕੇ ਨਹੀਂ ਚੱਲਿਆ, ਮੈਂ ਅਵੇਅਰ ਨਹੀਂ, ਮੇਰਾ ਪੱਥਰ ਨਾਲ ਠੁੱਡਾ ਲੱਗੇਗਾ ਔਰ ਮੈਂ ਗਿਰ ਜਾਵਾਂ, ਠੀਕ ਹੈ। ਜੇ ਮੈਂ ਅਵੇਅਰ ਨਹੀਂ ਤੇ ਮੈਂ ਆਪਣੇ ਸੋਚ, ਦੇਖੋ ਨਾ, ਮਨ ਬਚ ਕਰਮ, ਥਾਟ word and deed is this is a total thing, ਕਿ ਜਦੋਂ ਮੈਂ ਆਪਣੇ ਥਾਟ ਨੂੰ ਦੇਖ ਹੀ ਨਹੀਂ ਰਿਹਾ ਕਿ ਕੀ ਥਾਟ ਆ ਰਿਹਾ ਜਾ ਰਿਹਾ ਤੇ ਮੈਂ ਅਵੇਅਰ ਨਹੀਂ। ਜਿਸ ਤਰ੍ਹਾਂ as soon as thought comes ਕਿ ਇਹ ਹੌਲੀ ਹੌਲੀ ਆਦਤ ਵੀ ਪੈ ਜਾਂਦੀ, ਇਹ ਵਾਚ ਕਰਨ ਦੀ ਆਦਤ ਇੰਨੀ ਜ਼ਿਆਦਾ ਪੈ ਜਾਂਦੀ ਕਿ ਤੁਹਾਡਾ ਇੱਕ ਵੀ ਥਾਟ ਜਿਹੜਾ ਹੈ ਅਵੇਅਰਨੈਸ ਤੋਂ ਬਿਨਾਂ ਅੱਗੇ ਜਾ ਹੀ ਨਹੀਂ ਸਕਦਾ। ਸੋ ਦੈਨ ਯੂ ਬਿਕਮ ਅਵੇਅਰ। ਆਪਣੀਆਂ ਵੀਕਨੈਸਿਸ ਨੂੰ ਕੱਢਣ ਦਾ ਇੱਕੋ ਹੀ ਰਸਤਾ, ਕਿਉਂਕਿ ਆਪਣੀ ਵੀਕਨੈਸ ਦਾ ਪਤਾ ਨਹੀਂ ਲੱਗਦਾ। ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਮਨ ਦੀ ਹੈ ਕਿ ਮਨ ਆਪਣੀਆਂ ਵੀਕਨੈਸਿਸ ਨੂੰ ਦੇਖ ਨਹੀਂ ਸਕਦਾ। ਜਿਹੜੀ ਕਮਜ਼ੋਰੀ ਮਨ ਦੇਖਦਾ ਜਾਂਦਾ ਉਹਦੇ ਵਿੱਚੋਂ ਨਿਕਲ ਜਾਂਦਾ। ਸੋ ਆਪਣੀਆਂ ਕਮਜ਼ੋਰੀਆਂ ਨੂੰ ਜਿਉਂ ਅਸੀਂ ਦੇਖਦੇ ਹਾਂ, ਉਹੀ ਚੀਜ਼ ਬਾਰ-ਬਾਰ ਰਿਪੀਟ ਹੋਏਗੀ, ਬਾਰ-ਬਾਰ ਰਿਪੀਟ। ਸਾਨੂੰ ਸੋਚ ਆਏਗੀ ਕਿਸੇ ਦੇ ਬਾਰੇ, ਉਹਨੇ ਮੇਰੇ ਨਾਲ ਇਹ ਕੀਤਾ ਸੀ, ਸੋਚ ਆਈ, ਅੱਛਾ ਹੁਣ ਨਹੀਂ ਸੋਚਣਾ, ਫਿਰ ਆਏਗੀ, ਅੱਛਾ ਹੁਣ ਇਹ ਫਿਰ ਹੌਲੀ ਹੌਲੀ ਘਟਦੀ ਜਾਏਗੀ। ਅੱਛਾ ਉਹਨੇ ਮੇਰੇ ਨਾਲ ਇਹ ਕੀਤਾ ਸੀ, ਮੈਂ ਹੁਣ ਉਹਦੇ ਨਾਲ ਇਹ ਕਰਾਂਗਾ, ਮੈਨੂੰ ਤਾਂ ਉਹ ਹੁਣ ਇਹਦੇ ਕੋਲ ਤੁਹਾਨੂੰ ਇਹ ਹੋਏਗਾ ਕਿ ਵੀ ਇਹ ਕਿਉਂ ਬਾਰ-ਬਾਰ ਥਾਟ ਆ ਰਿਹਾ, ਵਾਏ ਮੈਂ ਤੇ ਇਹਦੇ ਤੋਂ ਬਾਹਰ ਜਾਣਾ ਚਾਹੁੰਦਾ, ਮੈਂ ਇਹਦੇ ਵਿੱਚ ਆਉਣਾ ਨਹੀਂ ਚਾਹੁੰਦਾ ਹੈਗਾ। ਆਪਣੇ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਨੇ ਜੇ ਸਾਡਾ ਧਿਆਨ ਆਉਂਦਾ, ਹੁਣ ਮੈਂ ਕਾਰ ਲੈਣੀ, ਸਾਰਾ ਜਨੂਨ ਕਾਰ ਦਾ ਹੀ ਹੈ ਬਈ, ਠੀਕ ਹੈ ਨਾ, ਮੇਰੇ ਕੋਲ ਕਾਰ ਹੈ ਨਾ, ਜਦੋਂ ਮੇਰੇ ਕੋਲ ਮਤਲਬ ਪੈਸੇ ਹੋਣਗੇ ਹੋ ਜਾਏਗੀ, ਵਾਈ ਸ਼ੁੱਡ ਮੈਂ ਇੰਪੇਸ਼ੈਂਟ ਆ ਕਾਰ ਬਾਰੇ। ਹੋਰ ਮੇਰਾ ਬੱਚਾ ਜਿਹੜਾ ਇਹਦੇ ਅੱਛੇ ਨੰਬਰ, ਇਹ ਫਸਟ ਆ, ਕਿਉਂ ਬਈ, ਠੀਕ ਹੈ ਜੋ ਕਰ ਰਿਹਾ, then we become content। ਜਿਹੜਾ ਨਾ ਸੰਤੋਖ ਬੜੀ ਉੱਚੀ ਚੀਜ਼, ਜੋ ਸਾਡੇ ਕੋਲ ਉਹਦਾ ਸੰਤੋਖ ਹੋਣਾ, ਇਹ ਸੰਤੋਖ ਹੈ। ਸੰਤੋਖ ਵਿੱਚ ਛੇਤੀ ਨਹੀਂ ਆਇਆ ਜਾਂਦਾ, ਕਿਉਂ? ਮਨ ਨਹੀਂ ਮੰਨਦਾ ਹੈਗਾ। ਪੁਰਾਣੀਆਂ ਆਦਤਾਂ 'ਚ ਅਸੀਂ ਬੜੇ ਫਸੇ ਹਾਂ, ਸਾਡੀਆਂ ਪੁਰਾਣੀਆਂ ਟੈਂਡੈਂਸੀ, ਸਾਡੇ ਪੁਰਾਣੇ ਉਹ ਸਾਡੇ ਨਾਲ ਬਹੁਤ ਜ਼ਿਆਦਾ ਚੰਬੜੇ ਹੈਗੇ ਨੇ। ਇਹ ਵਿਕਾਰ ਕੀ ਨੇ? ਇਹ ਪੁਰਾਣੀਆਂ ਆਦਤਾਂ ਹੀ ਹੈਗੀਆਂ। ਤਾਂ ਜਦੋਂ ਅਸੀਂ ਅਵੇਅਰਨੈਸ ਇਜ਼ ਦਾ ਓਨਲੀ ਇੰਸਟਰੂਮੈਂਟ, ਸਾਡੇ ਕੋਲ ਸਿਰਫ ਹੋਰ ਹਥਿਆਰ ਹੀ ਕੋਈ ਹਥਿਆਰ ਹੀ ਸਿਰਫ ਅਵੇਅਰਨੈਸ ਹੈ। ਬਾਣੀ ਦੇ ਨਾਲ ਸਾਡਾ ਅਵੇਅਰਨੈਸ ਵੱਧਦਾ। ਅਵੇਅਰਨੈਸ ਜਿਹੜਾ ਹੈ, ਜਿਉਂ ਸਾਡੀ ਵਿਵੇਕ ਬੁੱਧੀ ਵੱਧਦੀ ਹੈ, ਤਿਉਂ ਹੁਣ ਕਹਿੰਦੇ ਨੇ ਕਿ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਉਹਦੇ 'ਚ 3 ਵਾਰੀ ਕਹਿੰਦੇ ਨੇ ਮਤਲਬ ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ 3 ਵਾਰੀ ਕਿਉਂ ਬੋਲਣਾ? ਇਹ ਕਹਿੰਦੇ ਨੇ 3 ਵਾਰੀ ਬੋਲਣ ਦਾ ਕਿ ਮਨ, ਬਚਨ, ਕਰਮ, ਤਿੰਨਾਂ ਦੇ ਨਾਲ ਮੇਰੇ ਕੋਲੋਂ ਕੋਈ ਗਲਤ ਕੰਮ ਨਾ, ਥਾਟ ਵਿੱਚ, ਵਰਡ ਵਿੱਚ, ਡੀਡ ਵਿੱਚ। ਥਾਟ ਵਰਡ ਵੀ ਇੰਨੇ ਕਹਿੰਦੇ ਨੇ ਪਾਵਰਫੁਲ ਹੈਗੇ ਨੇ ਕਿ ਤੁਸੀਂ ਸੋਚਦੇ ਹੋ ਕਿ ਮੈਂ ਬੋਲ ਹਟਿਆ, ਕੁਛ ਨਹੀਂ, ਉਹ ਤੁਹਾਡੇ ਘਰ ਵਿੱਚ ਪੂਰੀ એનર્ਜੀ ਫੈਲਾ ਕੇ ਜਾ ਰਿਹਾ, ਤੁਹਾਡੇ ਘਰ ਵਿੱਚ ਪੂਰੀ ਸ਼ਾਂਤੀ ਫੈਲਾ ਰਿਹਾ। ਸ਼ਾਂਤੀ ਜਾਂ ਅਸ਼ਾਂਤੀ ਸਾਰੇ ਤੁਹਾਡੇ ਵਰਡ ਤੇ ਹੈਗੀ। ਸੋ ਜਦੋਂ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਨਾ, ਫਿਰ ਅਸੀਂ ਅਵੇਅਰ ਹੁੰਦੇ ਹਾਂ। ਅਸੀਂ ਇਹ એનર્ਜੀ ਮੈਂ ਹੀ ਫੈਲਾ ਰਿਹਾ ਹਾਂ ਤੇ ਮੈਂ ਘਰ ਵਿੱਚ ਇਹੋ ਜਿਹੀ એનર્ਜੀ ਫੈਲਣ ਨਹੀਂ ਦਿੰਦੀ। ਸੋ ਹੁਣ ਅਸੀਂ ਜਲਦੀ ਇਹਦੇ ਚੋਂ ਨਿਕਲਣਾ, ਕਿਉਂਕਿ ਟਾਈਮ ਹੋ ਗਿਆ। ਕਿ ਜਿਹੜੇ ਨੇ ਕੀ ਨਿਸ਼ਾਨੀਆਂ ਜਿਨ੍ਹਾਂ ਵਿੱਚ ਜੋ ਚੌਥੇ ਪਦ ਵਿੱਚ ਆ ਜਾਂਦੇ ਨੇ, ਸਹਿਜ ਵਿੱਚ ਆ ਜਾਂਦੇ ਹੈਗੇ ਨੇ, ਬ੍ਰਹਮ ਗਿਆਨੀ ਨੇ, ਮਤਲਬ ਉਹਨਾਂ ਦੀਆਂ ਨਿਸ਼ਾਨੀਆਂ ਕੀ? ਉਹਦੇ ਵਿੱਚ ਸਭ ਤੋਂ ਜ਼ਿਆਦਾ ਤੇ ਕਬੀਰ ਦੀ ਬਾਣੀ ਆ ਜਾਂਦੀ ਹੈ। ਕਬੀਰ ਕਹਿੰਦਾ, ਕਬੀਰ ਮਨ ਨਿਰਮਲ ਪਇਓ, ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ। ਮਤਲਬ ਹੁਣ ਮੈਂ ਉਹਨਾਂ ਸਾਰੀਆਂ ਚੀਜ਼ਾਂ ਵਿੱਚੋਂ, ਮੇਰਾ ਅਵੇਅਰਨੈਸ ਵੱਧ ਗਿਆ, ਮੇਰੀ ਵਿਵੇਕ ਬੁੱਧੀ ਵੱਧ ਗਈ ਹੈ, ਇਹਨਾਂ ਨੂੰ ਯੂਜ਼ ਕਰਕੇ ਮੈਂ ਉਹਨਾਂ ਸਾਰਿਆਂ ਚੋਂ ਨਿਕਲ ਕੇ ਮੇਰਾ ਮਨ ਜਿਹੜਾ ਉਹ ਨਿਰਮਲ, ਮਲ ਰਹਿਤ ਹੋ ਗਿਆ। ਹੁਣ ਜੇ ਮਲ ਰਹਿਤ ਹੋ ਗਿਆ ਤੇ ਪਰਮਾਤਮਾ ਮਲ ਰਹਿਤ ਹੈ, ਉਹ ਮੇਰੇ ਪਿੱਛੇ ਫਿਰ ਰਿਹਾ, ਕਹਿਤ ਕਬੀਰ। ਫਿਰ ਉਹ ਕਹਿੰਦਾ ਹੈ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਇੱਕ ਪਏ ਹੈ, ਕੋਈ ਨਾ ਸਕੇ ਪਛਾਣ।
ਹੁਣ ਮੇਰੇ ਚੋਂ ਸਾਰੇ ਵਿਕਾਰ ਨਿਕਲ ਗਏ, ਸਾਰੀਆਂ ਚੀਜ਼ਾਂ ਨਿਕਲ ਗਈਆਂ ਨੇ। ਹੁਣ ਮੈਂ ਪਰਮਾਤਮਾ ਦੇ ਗੁਣਾ ਸਾਰਿਆਂ ਵਿੱਚ ਆ ਗਿਆ। ਕਹਿੰਦੇ ਤੁਸੀਂ ਪੜ੍ਹਿਆ ਨਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਦੇਖੋ ਇੰਨੀ ਉੱਚੀ ਅਵਸਥਾ ਉਹਨਾਂ ਨੇ ਦਿੱਤੀ ਹੈਗੀ ਕਿ ਜੇ ਮੈਂ ਸਾਰੇ ਪਰਮਾਤਮਾ ਦੇ ਗੁਣਾਂ ਵਿੱਚ ਆ ਗਿਆ ਤੇ ਮੈਂ ਤਾਂ ਹੁਣ, ਉਹ ਕਹਿੰਦਾ ਅਬ ਤੋਂ ਜਾਇ ਚੜੇ ਸਿੰਘਾਸਨ, ਮੈਂ ਤੇ ਹੁਣ ਉਹਦੇ ਨਾਲ ਜਾ ਕੇ ਸਿੰਘਾਸਨ ਤੇ ਬੈਠ ਗਿਆ। अब तो जाय चढ़े सिंहासन मिले हैं सारंग पानी, राम कबीरा एक पए है कोई न सके पहचान। ਤੇ ਰਾਮ ਤੇ ਕਬੀਰ ਚ ਕੋਈ ਫਰਕ ਹੀ ਨਹੀਂ ਰਿਹਾ, ਪਰਮਾਤਮਾ ਤੇ ਮੇਰੇ ਚ ਕੋਈ ਫਰਕ ਹੀ ਨਹੀਂ, ਅਸੀਂ ਦੋਨੋਂ ਇੱਕੋ ਹੀ ਹੋ ਗਏ। ਕਿੰਨੀ ਉੱਚੀ ਇਹ ਚੌਥੇ ਪਦ ਦੀ ਅਵਸਥਾ, ਕਿੰਨੀ ਉੱਚੀ ਅਵਸਥਾ ਹੈਗੀ ਹੈ। ਸੋ ਇਹਦੇ ਵਿੱਚ ਮਤਲਬ ਪਹੁੰਚਣ ਵਾਸਤੇ ਅਸੀਂ ਦੇਖ ਰਹੇ ਹਾਂ ਵੀ ਕਿ ਕਿਸ ਤਰ੍ਹਾਂ ਸਾਨੂੰ ਪਿਓਰਿਟੀ ਆਪਣੇ ਆਪ ਵਿੱਚ ਲਿਆਉਣੀ, ਕਿਸ ਤਰ੍ਹਾਂ ਸਫਾਈ ਕਰਨੀ, ਕਿਸ ਤਰ੍ਹਾਂ ਅਵੇਅਰਨੈਸ ਵਿੱਚ ਆਉਣਾ। ਐਂਡ ਉਹ ਫਿਰ ਹੌਲੀ ਹੌਲੀ ਸੁਣਦਿਆਂ ਬੜਾ ਅਸਰ ਹੁੰਦਾ ਹੈ, ਔਰ ਫਿਰ ਇਨਸਾਨ ਬਦਲਣਾ ਸ਼ੁਰੂ ਹੋ ਜਾਂਦਾ। ਫਿਰ ਇਹ ਕਿ ਹੁਣ ਤੁਸੀਂ ਇਹ ਦੇਖੋ, ਅਸੀਂ ਆਨੰਦ ਕਾਰਜ ਸਾਰੇ ਅਟੈਂਡ ਕਰਨੇ, ਕੀ ਇਹ ਸਾਨੂੰ ਇਹ ਪਤਾ ਹੈ ਕਿ ਆਨੰਦ ਕਾਰਜ ਕੀ ਕਿਹਾ ਜਾ ਰਿਹਾ। ਆਨੰਦ ਕਾਰਜ ਵਿੱਚ ਅਸੀਂ ਪਹਿਲੀ ਅਵਸਥਾ ਤੋਂ ਲੈ ਕੇ, ਪਰਵਰਿਸ਼ ਤੋਂ ਲੈ ਕੇ, ਅਤੇ ਇਹਨਾਂ ਰਜੋ ਸਤੋ ਤੋਂ ਗੁਣਾ, ਰਜੋ ਤਮੋ ਤੋਂ ਗੁਣਾ ਤੋਂ ਲੈ ਕੇ ਅਸੀਂ ਅਖੀਰਲੀ ਸਟੇਜ ਤੱਕ ਪਹੁੰਚ ਸਕਦੇ ਹਾਂ, ਚੌਥੇ ਪਦ ਤੱਕ। ਪਹਿਲੀ ਤੋਂ ਸ਼ੁਰੂ ਹੋ ਕੇ ਦੂਸਰੀ, ਤੀਸਰੀ, ਚੌਥੀ ਤੇ ਉਹ ਕਹਿੰਦੇ ਨੇ ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਬਿਨਾਸੀ। ਹੁਣ ਇੱਥੇ ਤੁਸੀਂ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਗਏ। ਕੀ ਅਸੀਂ ਉਸ ਵੇਲੇ ਲਾਵਾਂ ਨੂੰ ਕਦੀ ਇਸ ਤਰ੍ਹਾਂ ਸੁਣਿਆ ਕਿ ਲਾਵਾਂ ਦੇ ਵਿੱਚ ਇਹ ਕੀ ਕਹਿ ਰਹੇ? ਇਹਦੇ ਵਿੱਚ ਪੂਰੀ ਸਾਡੀ ਜਿਹੜੀ ਹੈਗੀ ਏ ਉਹ ਪੂਰੀ ਮਤਲਬ ਹੈ ਕਿ ਇੱਕ ਰਿਅਲਾਈਜੇਸ਼ਨ ਪੂਰੀ ਹੈ ਕਿ ਕਿਸ ਤਰ੍ਹਾਂ ਅਸੀਂ ਸਟੈਪ ਕਿਸ ਤਰ੍ਹਾਂ ਲੈਣੇ। ਇਹ ਸਾਰੇ ਸਟੈਪ ਨੇ, 4 ਸਟੈਪ ਹੈਗੇ ਨੇ। ਤੁਸੀਂ ਚੌਥਾ ਪਾਠ ਕਰ ਰਹੇ ਹੋ ਨਾ, ਇਹ ਚਾਰੋਂ ਸਟੈਪ ਸਾਡੇ ਆਨੰਦ ਕਾਰਜ ਵਿੱਚ ਆਉਂਦੇ ਹੈਗੇ। ਸੋ ਹੁਣ ਮਤਲਬ ਹੁਣ ਦੇਖੋ ਸੁਣਨ ਦਾ ਕੀ ਫਾਇਦਾ ਹੁੰਦਾ। ਹੁਣ ਜਦੋਂ ਅੱਗੋਂ ਆਨੰਦ ਕਾਰਜ ਸੁਣਾ ਕੇ ਨਾ ਵਿਲ ਬੀ ਅਟੈਂਟਿਵ, ਸਾਡਾ ਧਿਆਨ ਉੱਥੇ। ਹੁਣ ਤਾਂ ਤੁਸੀਂ ਸੋਚਦੇ ਆਨੰਦ ਕਾਰਜ ਤੇ ਕੁੜੀ ਮੁੰਡੇ ਦਾ ਹੋਇਆ, ਸਾਡਾ ਥੋੜੀ। ਸੋ ਮਤਲਬ ਫਿਰ ਹੌਲੀ ਹੌਲੀ ਹੋਸ਼ ਆਉਂਦੀ ਜਾਂਦੀ ਹੈ, ਫਿਰ ਰਸਤਾ ਜਿਹੜਾ ਸਾਨੂੰ ਲੱਭਦਾ ਜਾਂਦਾ, ਰਸਤਾ ਸਾਫ਼ ਹੁੰਦਾ ਜਾਂਦਾ, ਫਿਰ ਅਸੀਂ ਉਹ ਰਸਤੇ ਤੇ ਆਰਾਮ ਨਾਲ ਚੱਲਦੇ ਜਾਂਦੇ ਹਾਂ। ਫਿਰ ਉਹ ਕਹਿੰਦੇ ਕਿ ਜਦੋਂ ਮਤਲਬ ਕੀ ਇਹ ਜਦੋਂ ਇਸ ਅਵਸਥਾ ਚ ਪਹੁੰਚਦੇ ਹਾਂ, ਬੇਗਮਪੁਰਾ ਸ਼ਹਿਰ ਦਾ ਨਾਮ ਕੀ ਹੈ, ਸ਼ਹਿਰ ਦਾ ਨਾਮ, ਕਿ ਉਹ ਮੇਰੀ ਅਵਸਥਾ ਉਹ ਹੋ ਗਈ, ਮੈਂ ਉਹ ਸ਼ਹਿਰ ਵਿੱਚ ਵੜ ਗਿਆ ਜਿੱਥੇ ਗਮ ਹੈ ਹੀ ਨਹੀਂ, ਬੇਗਮ, ਉਸੇ ਗਮ ਹੀ ਨਹੀਂ। ਕਿੱਥੇ ਗਮ ਨਹੀਂ ਹੋਏਗਾ? ਜਿੱਥੇ ਮੇਰੇ ਵਿੱਚ ਇੰਨੀ ਪਵਿੱਤਰਤਾ ਆ ਗਈ ਹੈ, ਮੈਂ ਪਰਮਾਤਮਾ ਦੇ ਸਾਰੇ ਗੁਣਾਂ ਦੇ ਵਿੱਚ ਚਲਾ ਗਿਆ ਵਾਂ। ਤੇ ਕੀ ਹੁੰਦਾ ਗੁਣਾਂ ਵਿੱਚ ਜਾਣ ਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਸਾਰਾ ਤੇ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਹੀ ਬੋਲਾਂਗੀ ਕਿ ਜਦੋਂ ਤੋਂ ਮਤਲਬ ਇਸ ਪਾਸੇ ਲੱਗੇ ਆ, ਅੰਦਰ ਸ਼ਾਂਤੀ ਰਹਿੰਦੀ ਹੈ, ਆਨੰਦ ਰਹਿੰਦਾ ਹੈ। ਛੋਟੀਆਂ ਛੋਟੀਆਂ ਚੀਜ਼ਾਂ ਤੋਂ ਬਿਲਕੁਲ ਘਬਰਾਹਟ ਨਹੀਂ ਹੁੰਦੀ, ਵੱਡੀਆਂ ਤੋਂ ਵੀ ਨਹੀਂ ਹੁੰਦੀ। ਦਿੱਕਤਾਂ ਤੇ ਬਿਲਕੁਲ ਜ਼ਿੰਦਗੀ ਚ ਆਉਣੀਆਂ ਨੇ, ਉਤਰਾ ਚੜਾ ਜ਼ਿੰਦਗੀ ਦਾ ਇੱਕ ਅਸੂਲ। ਕਹਿੰਦੇ ਨੇ ਕਿ ਦੁੱਖ ਜਿਹੜਾ ਉਹ ਸੁੱਖ ਦੇ ਹੱਥ ਚ ਫੜਾ ਜਾਂਦਾ, ਉਹ ਸੁੱਖ ਜਿਹੜਾ ਦੁੱਖ ਦੇ ਹੱਥ ਚ ਆਪਣੇ ਬਾਂਹ ਫੜਾ ਜਾਂਦਾ। ਇਹ ਤੇ ਹੈ, ਪਰ ਕੀ ਹੈ ਹੁਣ ਅਸੀਂ ਕੀ, ਜਦੋਂ ਸਾਨੂੰ ਦੁੱਖ ਆਏਗਾ ਨਾ, ਅਸੀਂ ਇਹ ਨਹੀਂ ਕਵਾਂਗੇ ਦੁੱਖ 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 ਨਾ, ਅਸੀਂ ਕਹਾਂਗੇ ਜੋ ਹੋਇਆ ਉਹ ਹੋਣਾ ਸੀ, ਉਹਦੀ ਰਜ਼ਾ ਸੀ, ਮੇਰੇ ਕਰਮ ਨੇ। ਉਹਨੂੰ ਮੈਨੂੰ ਦਰਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ, ਮੈਂ ਉਹਦੇ ਨਿਕਲਣਾ ਗਿਆ। ਹੁਣ ਮੈਂ ਉਹਦੀ ਦਵਾਈ ਸੋਚਾਂਗਾ, ਬਿਮਾਰੀ ਨਹੀਂ ਕਹਾਂਗਾ ਬਿਮਾਰ, ਮੈਂ ਕਹਾਂਗਾ ਹੁਣ ਦਵਾਈ ਕਿ ਲੈਣੀ, ਮੈਂ ਡਾਕਟਰ ਕੋਲ ਜਾਵਾਂ, ਦਵਾਈ ਡਾਕਟਰ ਮੈਨੂੰ ਦੇਵੇਗਾ, ਮੈਂ ਦਵਾਈ ਖਾਵਾਂਗਾ, ਠੀਕ ਹੈ। ਸੋ ਹੁਣ ਮੈਨੂੰ ਦਵਾਈ ਲੈਣੀ ਕੀ ਹੈ, ਸੋਚਣਾ ਕਿ ਹੁਣ ਮੈਂ ਕੀ ਕਰਨਾ, ਹੁਣ ਮੈਂ ਦੁੱਖ ਵਿੱਚ ਕੀ ਕਰਨਾ। ਜਦੋਂ ਤੁਸੀਂ ਇਸ ਪਾਸੇ ਲੱਗ ਜਾਓਗੇ, ਤੁਸੀਂ ਇਹ ਸੋਚ ਦੇਖੋ, ਤੁਹਾਨੂੰ ਇੱਕ ਆਦਤ ਪੈ ਜਾਏ, ਤੁਹਾਨੂੰ ਪ੍ਰੋਬਲਮ ਆਉਣਗੇ ਘਰ ਦੇ, ਬਾਹਰ ਦੇ, ਬੱਚਿਆਂ ਦੇ, ਨੌਕਰੀ, you will not worry ਕਿ ਪ੍ਰੋਬਲਮ you will think of the solution। ਉਹਦੇ ਨਾਲ ਕੀ ਹੋਏਗਾ? ਅੰਦਰ ਸ਼ਾਂਤੀ, ਸਹਿਜ, ਆਨੰਦ, ਬਲਿਸ, ਆਨੰਦ ਪਿਆ ਮੇਰੇ ਮੈਂ ਸਤਿਗੁਰੂ ਮੈਂ ਪਾਇਆ, ਸਤਿਗੁਰੂ ਪਾਇਆ, ਮਤਲਬ ਕਿ ਮੇਰੇ ਚ ਉਹ ਗੁਣ ਆ ਗਿਆ, ਦੁੱਖ ਨੂੰ ਹੈਂਡਲ ਕਰਨ ਦੀ ਇੱਕ ਸ਼ਕਤੀ ਆ ਗਈ। ਇੱਕ ਮੈਂ ਹੁਣ ਆਨੰਦੀ, ਕੁਝ ਵੀ ਹੋ ਜਾਏ ਮੈਂ ਆਨੰਦ ਦੀ ਅਵਸਥਾ ਵਿੱਚ, ਇੱਕ ਬਲਿਸ ਵਿੱਚ ਆ। ਉਹ ਬਲਿਸ ਜਾਂਦੀ ਨਹੀਂ, ਫਿਰ ਕਿਉਂ ਨਹੀਂ ਜਾਂਦੀ?
ਹੁਣ ਮਨ ਨੂੰ ਉਹਦੀ ਆਦਤ ਪੈ ਗਈ ਹੈ, ਉਹਦੇ ਵਿੱਚ ਰਹਿਣ ਦੀ, ਮਨ ਨੂੰ ਬੜੀ ਸ਼ਾਂਤੀ ਹੋਈ, ਮਨ ਦੂਸਰੇ ਪਾਸੇ ਜਾਣਾ ਹੀ ਨਹੀਂ ਚਾਹੁੰਦਾ। ਤੁਸੀਂ ਦੇਖੋ ਇੱਕ ਵਾਰੀ ਅਸੀਂ ਸ਼ਾਂਤੀ 'ਚ ਬੈਠੇ ਹਾਂ, ਸਾਨੂੰ ਅਸ਼ਾਂਤੀ ਜਾਣਾ ਪਵੇ ਕਿੰਨਾ ਮੁਸ਼ਕਿਲ ਹੁੰਦਾ ਵੀ ਰਿਫਿਊਜ਼। ਹੁਣ ਦੇਖੋ ਜਦੋਂ ਸਾਨੂੰ ਇਹ ਆਦਤ ਪੈ ਜਾਂਦੀ ਹੈ, ਕੋਈ ਸ਼ਾਦੀ ਹੋਵੇ, ਵਿਆਹ ਹੋਵੇ, ਕੋਈ ਅੰਦਰ ਇੰਨਾ ਸ਼ੌਕ ਹੀ ਨਹੀਂ ਹੁੰਦਾ ਕਿ ਚੱਲੀਏ ਚੱਲੀਏ ਚੱਲੀਏ, ਕਿੰਨਾ ਹੁੰਦਾ ਸੀ ਯੰਗ ਏਜ ਵਿੱਚ, ਹੁੰਦਾ ਹੀ ਨਹੀਂ। ਕਿਉਂ? ਅਸੀਂ ਨਾਓ ਮੋਰ ਇੰਟਰਸਟਿਡ this stage is much sweeter than that, ਕਿਉਂਕਿ ਮੈਂ ਇਹਨੂੰ ਇੰਜੋਏ ਕਰ ਰਹੀ ਹਾਂ, ਮੈਂ ਆਨੰਦ ਵਿੱਚ ਹਾਂ, ਬਲਿਸ ਵਿੱਚ ਹਾਂ, ਮੈਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦੀ। ਸੋ ਅਟਰੈਕਸ਼ਨ ਜਿਹੜੀਆਂ ਨੇ ਉਹ ਫਿਰ ਵੀ ਰਹਿਣਗੀਆਂ, ਉਹਨੇ ਮਾਇਆ ਮਮਤਾ ਮੋਹ ਨੇ ਜਿਨ ਬਿਨ ਦੰਤਾਂ ਜਾ ਖਾਇਆ, ਲੇਕਿਨ ਉਹਦੇ ਚ ਨਾਲ ਇਹ ਵੀ ਹੈ, ਮਨਮੁਖ ਕਾਢੇ ਗੁਰਮੁਖ ਉਭਰੇ ਜਿਨੇ ਸੱਚ ਨਾਮ ਚਿਤ ਲਾਇਆ। ਉਹਦੇ ਨਾਲ ਹੀ ਉਹਨਾਂ ਉਹ ਵੀ ਜੋੜ ਦਿੱਤਾ ਕਿ ਮਾਇਆ ਵਿੱਚੋਂ ਨਿਕਲਣ ਦਾ ਇਹ ਵੀ ਤਰੀਕਾ ਹੈਗਾ ਕਿ ਜੋ ਤੁਸੀਂ ਗੁਰੂ ਵੱਲ ਲੱਗ ਜਾਓਗੇ, ਜਦੋਂ ਗੁਰਮੁਖ ਬਣ ਜਾਓਗੇ ਤੇ ਤੁਸੀਂ ਆਪਣੇ ਆਪ ਹੀ ਪਰਮਾਤਮਾ ਦੇ ਨਾਲ ਜਿਹੜੇ ਜੁੜ ਜਾਓਗੇ। ਸੋ ਐਕਸੈਪਟੈਂਸ ਜਿਹੜੀ ਹੈ ਉਹ ਮੈਂ ਬੋਲ ਹੀ ਚੁੱਕੀ ਹਾਂ, ਐਕਸੈਪਟੈਂਸ ਜਿਹੜੀ ਉਹ ਬੜੀ ਜ਼ਰੂਰੀ ਕਿ ਜੋ ਦੁੱਖ ਆਂਦਾ ਹੈ ਐਕਸੈਪਟ ਕਰਨਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਤਾਂ ਫਿਰ ਕੀ ਹੈ, ਇਹ ਸਾਰੇ ਕੁਛ ਤੋਂ ਬਾਅਦ ਤੋਂ ਸਹਿਜ ਵਿੱਚ ਆਉਣ ਤੋਂ ਬਾਅਦ ਐਂਡ ਚੌਥੇ ਗੁਣ ਵਿੱਚ ਆਉਣ ਤੋਂ ਬਾਅਦ, ਮਤਲਬ ਇਹਨੂੰ ਬਹੁਤ ਸਾਰੇ ਨਾਂ ਦਿੱਤੇ ਗਏ ਨੇ। ਆਨੰਦ ਦੀ ਅਵਸਥਾ ਹੈ, ਸਹਿਜ ਦੀ ਅਵਸਥਾ ਹੈ, ਚੌਥਾ ਪਦ ਹੈ ਬ੍ਰਹਮ ਗਿਆਨੀ, ਸੰਤ ਭਗਤ ਸਾਰਾ। तो फिर की ये फिर वो अवस्था बन जाती है, तैसा हर्ष तैसा वो शोक सदा आनंद के नहीं बेहोश, तैसा स्वर्ण तैसी उस माटी, तैसा अमृत तैसी बेखाटी, तैसा मान तैसा अपमान, तैसा मान तैसा अपमान। आगे की है, आगे की है जी, तैसा मान तैसा अपमान। एनीवे जो वर्ताए साई जुगत नानक तिस कहिए जीवन मुक्त, मतलब ਜਿਹੜਾ ਇਸ ਅਵਸਥਾ ਵਿੱਚ ਚਲਾ ਜਾਏ ਉਹ ਸਹਿਜ ਵਿੱਚ ਐਂਡ ਜੀਵਨ ਮੁਕਤ ਹੋ ਗਿਆ। ਜੀਵਨ ਮੁਕਤ ਸਹਿਜ ਆਨੰਦ, ਇਹ ਸਾਰੀਆਂ ਸਟੇਜਾਂ ਜਿਹੜੀਆਂ ਨੇ ਇਹ ਹੈਗੀਆਂ ਨੇ, ਇਹ ਸਾਰੇ ਗੁਣ ਜਿਹੜੇ ਨੇ ਉਹ ਆ ਜਾਂਦੇ ਨੇ ਜਦੋਂ ਚੌਥੀ ਅਵਸਥਾ ਵਿੱਚ ਜਾਂਦੇ। ਜਿਵੇਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ ਇਹ दूसरी दी अवस्था है जो नर दुख में दुख नहीं माने, सुख से पै नहीं जाके कंचन माटी माने। When you go to this stage ये अवस्था बन जाती। सो मैं थोड़ा जिहा टाइम ते ज्यादा ले लिया क्योंकि टॉपिक खत्म करना सी। खैर ठीक है, हुण तुहाडा जे कोई सवाल है दसो, नहीं है ते फिर गुरजीत भैन जी मैं कहांगी अरदास करनगे जे चले नहीं गए ते नहीं हैगे ने। हाँ जी, कोई सवाल नहीं आया? ਵਾਹਿਗੁਰੂ ਵਾਹਿਗੁਰੂ ਭੈਣ ਜੀ, ਜਿਹੜੀ ਤੁਰਿਆ ਅਵਸਥਾ ਹੈ ਇਹਦੇ ਜਿਹੜੇ ਗੁਣ ਨੇ ਜਿਹੜੇ ਤੁਸੀਂ 4 5 6 ਐਕਸਪਲੇਨ ਕੀਤੇ, ਇਹਨਾਂ ਦੇ ਸਿਰਫ ਨਾ ਇੱਕ ਵਾਰੀ ਰਿਪੀਟ ਕਰ ਦੇਣਾ ਪਲੀਜ਼। ਜਿਸਾਂ ਨਿਮਰਤਾ। हाँ जी, अच्छा ठीक है, तुसी गल बिल्कुल ठीक कीती है। निमरता देखो गुरु नानक देव जी ने बाणी च बहुत ज्यादा रिपीट किया है। उन्हें शुरू तो दया कपा संतोख सूत जत गंडित, पहले निमरता जिहड़ी है उन्होंने कित्थे ज्यादा जरूरत है। हाँ, निमरता ना मैं हुण कोट कीता ना कि नीचां दा नीचां च, फिर तुसी सुखमनी साहिब रोज पढ़दे हो, सुखी बसे मस्कीनियां आप निवार तले, बड़े बड़े हंकार के नानक गर्भ तले। सो ये निमरता। दूसरी संतोख ते गुरु नानक देव जी ने बहुत जोर दिता है, दया कपा संतोख सूत। फिर वो कहंदे ने मतलब धरती जिहड़ी है ना संतोख थाप रखिया जिन सूत, ये धरती जिहड़ी है संतोख ते खड़ी है। ਜਦੋਂ ਸੰਤੋਖ ਔਰ ਇਹ ਚੀਜ਼ਾਂ ਦੁਨੀਆ ਚੋਂ ਚਲੀਆਂ ਜਾਂਦੀਆਂ ਨੇ, ਫਿਰ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ, ਕੋਵਿਡ ਵਗੈਰਾ, ਤੂਫਾਨ ਸਾਰੇ, ਕਿਉਂਕਿ ਧਰਤੀ ਕਹਿੰਦੀ ਮੈਨੂੰ ਬੰਦਿਆਂ ਦਾ ਭਾਰ ਨਹੀਂ, ਮੈਨੂੰ ਪਾਪਾਂ ਦਾ ਭਾਰ ਹੈਗਾ। ਸੋ ਉਦੋਂ ਫਿਰ ਜਿਹੜੀ ਇਹ ਹਾਲਤ ਜਿਹੜੀ ਹੈ ਖਰਾਬ ਹੁੰਦੀ ਹੈ। ਫਿਰ ਮੈਂ ਪਰਉਪਕਾਰ ਤੁਹਾਨੂੰ ਦੱਸਿਆ ਹੈਗਾ। ਫਿਰ ਇਹ ਵੇ ਕਿ ਜਿਹੜਾ ਅਸੀਂ ਆਪਣਾ ਹੱਕ ਪਰਾਇਆ ਨਾਨਕਾ ਉਸੂਰ ਗਾਏ ਕਿ ਬਈ
ਬੇਈਮਾਨੀ ਜਿਹੜੀ ਹੈ ਕਮਾਈ ਵਿੱਚ ਨਹੀਂ ਕਰਨੀ, ਕਾਲ ਕਰਕੇ ਚੱਥੋਂ ਦੇ ਜਿਹੜੀਆਂ ਨੇਕ ਨੀਤੀ ਦੀ ਕਮਾਈ ਜਿਹੜੀ ਉਹ ਕਰਨੀ ਹੈਗੀ ਹੈ। ਸੰਤੋਖ ਹੈ, ਨਿਮਰਤਾ ਹੈ, ਅੱਛੇ ਕਰਮ ਨੇ। ਮਤਲਬ ਕਿ ਮੁਸਲਮਾਨਾਂ ਨੂੰ ਜਦੋਂ ਉਹਨਾਂ ਨੇ ਕਿਹਾ ਸੀ ਕਿ ਬਈ ਅਮਲਾਂ ਬਾਝੋਂ ਦੋਨੋਂ ਰੋਈ, ਅੱਛੇ ਅਮਲ ਜਿਹੜੇ ਹੈਗੇ ਨੇ। ਫਿਰ ਮਤਲਬ ਇਹ ਜਾਣਨਾ ਕਿ ਮੈਂ ਆਇਆ ਕਿਉਂ ਆ, ਕੀ ਕਰਨਾ, ਜਿਹਨੂੰ ਕਹਿੰਦੇ ਨੇ ਆਤਮ ਚੀਨ ਮਹਾਸੁਖ ਪਾਇਆ। ਆਤਮਾ ਦਾ ਜਿਹੜਾ ਹੈਗਾ ਹੂ ਐਮ ਆਈ, ਇਹ ਸਟੱਡੀ ਜਿਹੜੀ ਹੈ ਬਹੁਤ ਜ਼ਰੂਰੀ ਹੈਗੀ ਹੈ। ਤਨ ਮਨ ਧਨ ਸਭ ਸੌਂਪ ਹਰ ਕੋ, ਕਿ ਸਭ ਕੁਝ ਤੇਰਾ ਹੀ ਹੈ, ਮੇਰਾ ਤਾਂ ਕੁਛ ਹੈ ਹੀ ਨਹੀਂ। ਪਰ ਐਕਚੁਅਲੀ ਇਹ ਫੀਲਿੰਗ ਭਾਵ ਜਿਹੜਾ ਬੜਾ ਜ਼ਰੂਰੀ ਹੈ, ਬੜਾ ਅੱਗੇ ਲੈ ਜਾਂਦਾ, ਇਹ ਬੜਾ ਇੰਪੋਰਟੈਂਟ ਭਾਵ ਹੈ। ਆਂਦਾ ਬੜੀ ਮੁਸ਼ਕਿਲ ਹੈ, ਪਰ ਜਦੋਂ ਇੱਕ ਵਾਰੀ ਆ ਜਾਂਦਾ ਫਿਰ ਜਾਂਦਾ ਨਹੀਂ। ਇੱਕ ਵਾਰੀ ਆ ਜਾ ਫਿਰ ਨਹੀਂ ਜਾਂਦਾ, ਫਿਰ ਇਹ ਵੱਧਦਾ ਜਾਂਦਾ ਹੈ। ਸੋ ਇਹਨੇ ਕੁਝ ਕੁ ਹੋਰ ਕਿਹੜਾ ਹੈ ਵਿੱਚ ਉਪਕਾਰ ਸੀ, ਉਪਕਾਰ ਸੀ ਕਿ ਪਰ ਉਪਕਾਰ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਜਿਹੜੇ ਕਿ ਸਾਰੇ ਤੇ ਮੈਂ ਨਹੀਂ ਮਤਲਬ ਲਿਖੇ ਹੈਗੇ। ਤੁਸੀਂ ਹੋਰ ਸੋਚ ਸਕਦੇ ਹੋ, ਬਹੁਤ ਸਾਰੇ ਨੇ ਜਿਹੜੇ ਕਿ ਅਸੀਂ ਸਾਡੇ ਕਰਮਾਂ ਵਿੱਚ ਆਉਂਦੇ ਨੇ, ਉਹ ਅਸੀਂ ਆਪਣੇ ਕਰਮਾਂ ਚ ਲਿਆ ਸਕਦੇ ਹੈਗੇ ਆ। ਜਿਵੇਂ ਕਿ ਨਿੰਦਾ, ਚੁਗਲੀ, ਡਰ, ਵਹਿਮ, ਸੰਤੋਖ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਜਿਹੜਾ ਛੱਡਣਾ ਹੈਗਾ। ਤੋ ਠੀਕ ਹੈ, ਹੁਣ ਫਿਰ ਆਪਣਾ ਤੁਸੀਂ ਆਪਣਾ ਐਂਡ ਕਰਨੇ ਹੈਗੇ ਆ, ਤੇ ਜੇ ਤੁਸੀਂ ਛੋਟੀ ਜਿਹੀ ਅਰਦਾਸ ਕਰਨੀ ਤੇ ਕਰ ਦਿਓ। ਪੁੱਛ ਲਓ ਹੋਰ ਸੰਗਤ ਨੂੰ ਅਗਰ ਕੋਈ ਕੁਐਸਚਨ ਹੋਏ ਤੇ। ਸੰਗਤ ਕੁਐਸਚਨ ਜੇ ਕਰਨਾ ਹੁੰਦਾ ਤੇ ਕਰ ਦਿਓ, ਖੁੱਲ੍ਹਾ, ਲੇਕਿਨ ਕੋਈ ਕਰ ਨਹੀਂ ਰਿਹਾ ਤਾਂ ਮੇਰੇ ਕੋਈ ਕੁਐਸਚਨ ਨਹੀਂ ਹੈਗਾ। ਕੋਈ ਗੱਲ ਨਹੀਂ, ਜੇ ਤੁਹਾਨੂੰ ਕੁਐਸਚਨ ਬਣਨ ਹੋਏ ਤਾਂ ਬੇਸ਼ੱਕ ਅਗਲੀ ਵਾਰ ਲੈ ਆਉਣਾ, ਐਸੀ ਕੋਈ ਗੱਲ। ਠੀਕ ਹੈ ਜੀ। ਕਿਉਂਕਿ ਹਮੇਸ਼ਾ ਇਹ ਹੁੰਦਾ ਕਿ ਉਸ ਵੇਲੇ ਕੁਐਸਚਨ ਆਉਂਦੇ ਨਹੀਂ ਹੈਗੇ। ਕੁਐਸਚਨ ਜਿਹੜੇ ਨੇ ਹਮੇਸ਼ਾ ਘਰ ਜਾ ਕੇ ਸੋਚੀਏ ਤੇ ਆਉਂਦੇ ਨੇ। ਤੋ ਅਸੀਂ ਅਗਲੀ ਵਾਰੀ ਵੀ ਲੈ ਸਕਦੇ ਹਾਂ, ਉਹਨਾਂ ਕੁਐਸਚਨ ਲੈ ਕੇ ਉਹਨਾਂ ਨੂੰ ਕਲੀਅਰ ਕਰ ਸਕਦੇ ਹਾਂ, ਕੋਈ ਐਸੀ ਗੱਲ ਨਹੀਂ। ਜਾਂ ਤੁਸੀਂ ਜੇ ਕਿਸੇ ਦਾ ਬਹੁਤ ਇੰਪੋਰਟੈਂਟ ਹੋਵੇ ਮੈਨੂੰ ਫੋਨ ਵੀ ਕਰ ਸਕਦਾ, ਐਸੀ ਗੱਲ। ਭੈਣ ਜੀ ਨਾਲੇ ਮੈਂ ਪੁੱਛਣਾ ਚਾਹੁੰਦੀ ਸੀ ਸੰਗਤ ਕੋਲੋਂ ਵੀ, ਨਾਲੇ ਤੁਹਾਡੇ ਕੋਲ ਇਜਾਜ਼ਤ ਲੈਣਾ ਚਾਹੁੰਦੀ ਸੀ ਕਿ ਨੈਕਸਟ ਫਰਾਈਡੇ ਤੇ ਫਿਰ 24th ਹੈਗੀ ਹੈ, ਤੇ ਭਈ ਉਹ ਸੰਗਤ ਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਉਹ ਨੈਕਸਟ ਫਰਾਈਡੇ ਇਕੱਠੇ ਹੋਣਗੇ ਜਾਂ ਕਿਸ ਤਰ੍ਹਾਂ ਕਰਨਾ ਚਾਹੁੰਦੇ ਨੇ? ਭੈਣ ਜੀ ਤੁਸੀਂ ਬੜਾ ਹੀ ਅੱਛਾ ਸਵਾਲ ਕੀਤਾ, ਸ਼ਾਇਦ ਮੈਂ ਭੁੱਲ ਗਈ ਸੀ। ਤੇ ਮੈਂ ਦੇਖਿਆ ਕਿ ਛੁੱਟੀਆਂ ਹੋ ਰਹੀਆਂ ਤੇ ਬਹੁਤ ਸਾਰੇ ਲੋਕੀ ਬਾਹਰ ਜਾ ਰਹੇ ਹੈ ਨਾ। ਤੇ ਹਾਂਜੀ, ਤੇ ਸੰਗਤ ਵੀ ਦੱਸੇ ਨਾ ਉਹਨਾਂ ਦਾ ਕਿਸ ਤਰ੍ਹਾਂ, ਕਿਉਂਕਿ ਡਾਲੀ ਭਾਂਜੀ ਨੇ ਤੇ ਕਹਿ ਦਿੱਤਾ ਨਾ, ਤੇ ਇਸ ਕਰਕੇ ਮੈਂ ਵੀ ਇਹ ਸੋਚ ਰਹੀ ਸੀ ਕਿ ਅਗਲਾ ਹਫਤਾ ਜਿਹੜਾ ਹੈ ਉਹ ਤੁਸੀਂ ਰੈਸਟ ਕਰੋ, ਛੁੱਟੀ ਕਰੋ, ਉਸ ਤੋਂ ਅਗਲੇ ਹਫਤੇ ਮਿਲਾਂਗੇ। ਠੀਕ ਹੈ, ਉਸ ਤੋਂ ਅਗਲੇ ਹਫਤੇ ਫਿਰ ਉਹ ਨਵਾਂ ਸਾਲ ਚੜ੍ਹਨਾ ਹੈ ਵਾਹਿਗੁਰੂ ਦੀ ਕਿਰਪਾ ਨਾਲ। ਠੀਕ ਹੈ, ਠੀਕ ਹੈ, ਠੀਕ ਠੀਕ ਹੈ, ਠੀਕ ਹੈ। ਹਾਂ, ਸੰਗਤ ਹੁਣ ਇੱਥੇ ਵੀ ਨਹੀਂ ਬੋਲਦੀ ਪਈ, ਕੀ ਗੱਲ? ਇੰਨੇ ਅਸੀਂ ਹੈਗੇ ਆ ਸਾਰੇ, ਤੇ ਉਹ ਕਿਉਂ ਨਹੀਂ ਆਪਣੇ ਰਿਸਪੌਂਸ ਦੇ ਰਹੇ? ਨਹੀਂ ਭੈਣ ਜੀ, ਤੁਸੀਂ ਤੇ ਬਹੁਤ ਅੱਛਾ ਸਵਾਲ ਰੱਖਿਆ, ਕਿਉਂਕਿ ਮੈਂ ਇਹ ਕਹਿਣਾ ਸੀ ਤੇ ਇਹ ਮੈਂ ਸ਼ਾਇਦ ਮੈਨੂੰ ਪਾਉਣਾ ਪੈਂਦਾ, ਤੇ ਇਹ ਤੁਸੀਂ ਆਪ ਬੋਲ ਦਿੱਤਾ ਤੇ ਮੈਨੂੰ ਅੱਜੋ ਹੀ ਇਹ ਅਨਾਉਂਸ ਹੋ ਗਿਆ, ਤੇ ਬੜੀ ਅੱਛੀ ਚੀਜ਼ ਹੈ। ਮੈਂ ਸੋਚਦੀ ਸੀ ਕਿ ਫਿਰ ਮੈਂ ਪਾ ਦਿਆਂਗੀ, ਪਰ ਮੈਂ ਵੀ ਸੋਚਿਆ ਸੰਗਤ ਨੂੰ ਪੁੱਛਾਂਗੀ, ਮੈਨੂੰ ਭੁੱਲ ਗਿਆ, ਤੁਸੀਂ ਯਾਦ ਕਰਾਤਾ, ਬਹੁਤ ਅੱਛਾ ਹੈਗਾ। ਕੋਈ ਨਹੀਂ ਹਾਂ, ਆਂਟੀ ਫਿਰ 2 ਹਫ਼ਤੇ ਨਹੀਂ ਕਲਾਸ ਹੋਏਗੀ? ਮੇਰੇ ਖਿਆਲ ਤੇ ਇੱਕੋ ਹੀ ਹਫਤਾ ਰਹਿਣਾ ਚਾਹੀਦਾ ਅੱਗੋਂ। ਹਾਂਜੀ, ਇੱਕੋ ਹੀ ਸੰਗਤ ਰਹਿਣਾ ਬੋਲ, ਚਾਹੀਦਾ। ਹਾਂ ਯਾਰ ਜਿਹੜੇ ਫਸਟ ਨੂੰ ਸਗੋਂ ਕਿਉਂ ਨਹੀਂ ਅਸੀਂ ਆਪਣਾ ਸਾਲ ਐਡੇ ਸੋਹਣੇ ਵਿਚਾਰਾਂ ਨਾਲ ਸ਼ੁਰੂ ਕਰੀਏ। ਬਿਲਕੁਲ ਭੈਣ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਤੇ ਬਾਕੀ ਸੰਗਤ ਚਲੋ ਠੀਕ ਹੈ, ਫਿਰ ਭੈਣ ਜੀ ਨਾ ਅਸੀਂ ਸਾਡੇ ਕਲਾਸ ਤੇ ਚਲਦੀ ਰਹਿਣੀ, ਸਾਡੀ ਕਲਾਸ ਤੇ ਸਵੇਰ ਵਾਲੀ ਬੰਦ ਨਹੀਂ ਹੋਣੀ। ਸੋ ਆਈ ਥਿੰਕ ਵਿਲ ਬੀ ਇਨ ਟੱਚ ਵਿਦ ਈਚ ਅਦਰ, ਤੇ ਪਤਾ ਲੱਗਦਾ ਰਹੇਗਾ। ਭੈਣ ਜੀ ਤੁਹਾਨੂੰ ਠੀਕ ਹੈ ਜੀ ਫਸਟ ਦਾ? ਹਰਬੰਸ ਭੈਣ ਜੀ ਮੈਨੂੰ ਤੁਸੀਂ ਦੇਖੋ ਫਰਾਈਡੇ ਕਿਸ ਡੇਟ ਨੂੰ ਪੈ ਰਿਹਾ? ਫਸਟ ਨੂੰ ਹੀ ਪੈ ਰਿਹਾ ਭੈਣ ਜੀ। ਪਰ ਭੈਣ ਜੀ ਜੇ ਫਸਟ ਨੂੰ ਹੈ ਤਾਂ ਬਹੁਤ ਸਾਰੇ ਲੋਕੀ ਨਹੀਂ ਆਉਣਗੇ। ਤੁਸੀਂ 2 ਹਫ਼ਤੇ ਸੈਕੰਡ ਫਰਾਈਡੇ ਜਿਹੜਾ 31st ਨੂੰ ਆ ਨਿਊ ਇਅਰਸ ਈਵ ਤੇ। ਸੈਕੰਡ ਫਰਾਈਡੇ 31 ਤੇ ਉਦੋਂ ਤੇ ਸਾਰੇ ਗੁਰਦੁਆਰਾ ਸਾਹਿਬ ਹੋਵਾਂਗੇ, ਪਰ ਹਾਂ ਉਸ ਦਿਨ ਥੋੜਾ ਜਿਹਾ ਲੱਗਦਾ ਹੈ ਟਫ ਜੇ 31st ਨੂੰ ਆ ਰਿਹਾ ਤੇ। ਮੇਰਾ ਆਪਣਾ ਖਿਆਲ ਹੈ ਅਗਲੇ 2 ਹਫ਼ਤੇ ਛੱਡ ਗਿਆ। ਹਾਂਜੀ, ਕਿਉਂਕਿ 31st ਹੈ ਨਾ, ਉਦੋਂ ਲੋਕਾਂ ਦੇ ਘਰ ਵੈਸੇ ਹੀ ਵੀ ਹਾਂ ਨਹੀਂ ਬਿਲਕੁਲ। ਸੰਗਤ ਜੇ ਨਾ ਆਏ ਤੇ ਫਿਰ ਕੋਈ ਫਾਇਦਾ ਨਹੀਂ ਹੈਗਾ, ਤੁਸੀਂ 2 ਹਫ਼ਤੇ ਛੱਡ ਦਿਓ। ਠੀਕ ਹੈ। ਜੋ ਰਿੰਕੂ ਜੀ ਨੂੰ ਕਿਸਾ ਲੱਗ ਰਿਹਾ? ਭੈਣ ਜੀ ਜਿਵੇਂ ਸੰਗਤ ਨੂੰ ਮਨਜ਼ੂਰ ਹੈ, ਮੈਂ ਤਾਂ ਅਵੇਲੇਬਲ ਹਾਂ, ਬਟ ਜਿਵੇਂ ਸੰਗਤ ਨੂੰ ਠੀਕ ਲੱਗਦਾ ਉਹਨਾਂ ਦੇ ਹਿਸਾਬ ਨਾਲ ਆਪਾਂ ਸਾਰੇ ਚੱਲਾਂਗੇ। ਹਾਂ ਨਹੀਂ, ਕਿਉਂਕਿ ਨਾ ਤੁਹਾਨੂੰ ਪਤਾ ਹੈ ਵੈਸੇ ਜਾਨੇ ਕੀ ਹੈ 31st ਨੂੰ ਗੁਰਦੁਆਰਾ ਸਾਹਿਬ ਵੀ ਸਾਡੇ
ਸੈਨੋ ਦੇ ਗੁਰਦੁਆਰਾ ਸਾਹਿਬ ਤੇ ਸਾਰਾ ਦਿਨ ਹੀ ਕੀਰਤਨ ਚੱਲਦਾ ਹੈ ਤੇ ਰਾਤ ਨੂੰ ਤੇ ਸਪੈਸ਼ਲ ਹੁੰਦਾ ਹੈ ਤੇ ਠੀਕ ਹੈ ਜੀ, ਠੀਕ ਹੈ। ਫਿਰ ਠੀਕ ਹੈ ਭੈਣ ਜੀ। ਫਿਰ ਨਾ ਅਸੀਂ ਫਸਟ ਫਰਾਈਡੇ ਆਫ ਦਾ ਮੰਥ ਜਨਵਰੀ ਦੇ ਫਿਰ ਮਿਲਾਂਗੇ ਜਿਸ ਠੀਕ ਹੈ। ਤਰ੍ਹਾਂ ਬਾਬਾ ਕਿਰਪਾ ਰੱਖੇ। ਬਿਲਕੁਲ ਠੀਕ ਹੈ। ਪਹਿਲਾਂ ਤੁਸੀਂ ਕੀ ਸੋਚਿਆ ਕਿ ਇਹ ਫਰਾਈਡੇ ਫਸਟ ਨੂੰ ਆ ਰਿਹਾ ਹੈ ਪਹਿਲਾਂ? ਨਹੀਂ, ਉਹ ਫਰਾਈਡੇ ਨਹੀਂ ਹੈ, ਉਹ 31st ਦਾ ਅਜੇ ਹੋ ਗਿਆ ਨਾ, ਉਹਦਾ ਨਾ ਕੀ ਹੈ ਸੈਟਰਡੇ। ਹਾਂ 31st ਦਾ ਫਰਾਈਡੇ ਹੈ ਇਹਨਾਂ ਨੇ 31 ਹੁਣੇ ਦਾ ਕਿਹਾ। ਫਰਾਈਡੇ। ਠੀਕ ਹੈ ਠੀਕ ਹੈ ਠੀਕ ਹੈ। ਫਿਰ ਦੋ ਆਪਣੇ ਆਪ ਹੀ ਹੋਗਾ, ਆਟੋਮੈਟਿਕਲੀ ਹੋਗਾ। ਹਾਂ ਫਸਟ ਫਰਾਈਡੇ ਆਫ ਦਾ ਮੰਥ। ਠੀਕ ਹੈ। ਫਿਰ ਤੇ ਫਿਰ ਨੈਕਸਟ ਜਿਹੜਾ ਹੈਗਾ ਨਾ, ਮਤਲਬ ਇਹ 2 ਹਫ਼ਤੇ ਤੋਂ ਸਮਝੋ 2 ਹਫ਼ਤੇ ਠੀਕ ਹੈ ਗੈਪ ਹੈ। ਹਾਂਜੀ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ। ਬਿਲਕੁਲ ਮੈਨੂੰ ਤੇ ਆਪ ਹੀ ਖਿਆਲ ਆ ਰਿਹਾ ਸੀ ਤੇ ਆਪਣਾ ਤੁਸੀਂ ਚੰਗਾ ਕੀਤਾ ਹੈਗਾ ਯਾਦ ਕਰਾਤਾ। ਠੀਕ ਹੈ ਹੁਣ ਅੱਗੋਂ ਅਸੀਂ ਆਪਣਾ ਇੱਥੇ ਅਸੀਂ ਐਂਡ ਕਰਨੇ ਆ। ਤੁਹਾਡਾ ਸਵਾਲ ਜੇ ਕਿਸੇ ਦਾ ਨਹੀਂ ਤੇ ਫਿਰ ਠੀਕ ਹੈ ਭੈਣ ਜੀ। ਛੋਟੀ ਜਿਹੀ ਅਰਦਾਸ ਕਰ ਦਿਓ, ਜੇ ਨਹੀਂ ਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਕਰਕੇ ਅਸੀਂ ਬੰਦ ਵੀ ਕਰ ਸਕਦੇ ਹਾਂ, ਐਸੀ ਕੋਈ ਗੱਲ ਨਹੀਂ, ਛੋਟੀ ਜਿਹੀ ਅਰਦਾਸ ਜ਼ਰੂਰ ਕਰਦੇ ਨੇ। ਕਰ ਇਹ ਦਿਓ, ਸਾਡੀ ਜ਼ਰੂਰ ਇਸ ਕਰ ਸਾਲ ਦੀ ਮੀਟਿੰਗ ਦੀ ਹਾਂ ਲਾਸਟ ਮੀਟਿੰਗ ਹੈ ਔਰ ਅਰਦਾਸ ਤੇ ਠੀਕ ਜ਼ਰੂਰ ਹੋਣੀ ਚਾਹੀਦੀ ਹੈ। ਬਾਬੇ ਦੀ ਕਿਰਪਾ ਨਾਲ ਕਿੰਨਾ ਸੋਹਣਾ ਸਾਲ ਵੀ ਬੀਤਦਾ ਪਿਆ ਸਾਰੀ ਸੰਗਤ ਨਾਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਕਾਲ ਪੁਰਖ, ਆਪ ਜੀ ਦਾ ਕੋਟਾਨ ਸ਼ੁਕਰ ਹੈ ਦਾਤਾ। ਆਪ ਜੀ ਨੇ ਆਪਣੇ ਹੁਕਮ ਅਨੁਸਾਰ ਸ਼ਾਮ ਦੀ ਸੰਗਤ ਸਾਰਿਆਂ ਨੂੰ ਇਕੱਠਾ ਕੀਤਾ ਹੈ ਔਰ ਭੈਣ ਜੀ ਨੇ ਬੜੇ ਸੋਹਣੇ ਤੁਰਿਆ ਅਵਸਥਾ ਤੇ ਸਾਨੂੰ ਆਪਣੇ ਵਿਚਾਰ ਦਿੱਤੇ ਨੇ। ਔਰ ਸਾਡੀ ਬਾਬੇ ਅੱਗੇ ਅਰਦਾਸ ਹੈ ਕਿ ਅਸੀਂ ਜੋ ਸੁਣਨੇ ਆ, ਜੋ ਕਹਿੰਦੇ ਆ, ਉਸ ਨੂੰ ਅਮਲ ਵੀ ਕਰ ਸਕੀਏ। ਉਸ ਨੂੰ ਜਦੋਂ ਵੀ ਕਦੀ ਕਿਧਰੇ ਵੀ ਸਿਚੁਏਸ਼ਨ જોઈએ ਤੇ ਆਪਣੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾਲ ਰੱਖਦਿਆਂ ਹੋਇਆ ਉਸ ਨੂੰ ਫੇਸ ਕਰਨ ਦੀ ਸਾਨੂੰ ਬਲ ਬੁੱਧੀ ਸ਼ਕਤੀ ਬਖਸ਼ਣਾ ਦਾਤਾ। ਆਪ ਜੀ ਦਾ ਕੋਟਾਨ ਸ਼ੁਕਰ ਹੈ ਦਾਤਾ। ਇਸੇ ਤਰ੍ਹਾਂ ਹੀ ਸੰਗਤ ਨੂੰ ਬਣਾਈ ਰੱਖਣਾ ਔਰ ਆਪਣੇ ਹੁਕਮ ਵਿੱਚ ਰਹਿਣ ਦੀ ਸਾਨੂੰ ਸਾਰਿਆਂ ਨੂੰ ਬਲ ਬੁੱਧੀ ਸ਼ਕਤੀ ਬਖਸ਼ਣਾ। ਬਾਬਾ ਜੀ ਆਪ ਜੀ ਦੀ ਅਰਦਾਸ ਬੇਨਤੀ ਹੈ ਕਿ ਜਿਹੜਾ ਸਾਲ ਸਾਡਾ ਬੀਤ ਰਿਹਾ ਹੈ ਉਹ ਵੀ ਵਾਹਿਗੁਰੂ ਆਪ ਜੀ ਦੇ ਹੁਕਮ ਅਨੁਸਾਰ ਬਹੁਤ ਸੋਹਣਾ ਬੀਤ ਰਿਹਾ ਤੇ ਆਉਣ ਵਾਲਾ ਸਾਲ ਵੀ ਸਾਡੀ ਸਾਰੀ ਸੰਗਤ ਉੱਤੇ ਆਪਣੀ ਮਿਹਰ ਭਰਿਆ ਰੱਖਣਾ, ਸਾਰੀ ਸ੍ਰਿਸ਼ਟੀ ਤੇ ਆਪਣੀ ਮਿਹਰ ਬਣਾਈ ਰੱਖਣਾ। ਜਿਹੜੇ ਵੀ ਇਸ ਵਕਤ ਕੋਈ ਸਾਡੇ ਸਾਰਿਆਂ ਦੇ ਉੱਤੇ ਬੜੇ ਹੀ ਇਮਤਿਹਾਨ ਦੇ ਟਾਈਮ ਜਾ ਰਹੇ ਹੈਗੇ, ਇਹਨਾਂ ਤੋਂ ਤੁਸੀਂ ਆਪ ਹੀ ਪਾਸ ਕਰਨਾ ਹੈ। ਇਹੀ ਆਪ ਜੀ ਦੀ ਅਰਦਾਸ ਬੇਨਤੀ ਹੈ ਦਾਤਾ। और आज सारी संगत हाजिरी अपने दर ते प्रवान करना। गुरु नानक नाम चढ़दी कला, तेरे पाने सरबत दा भला। बोले सोनिहाल। ਸਤਿ ਸ੍ਰੀ वाहिगुरु जी का खालसा, वाहिगुरु जी की ਕੀ फतेह। ਬਹੁਤ ਬਹੁਤ ਧੰਨਵਾਦ ਸੰਗਤ ਦਾ। ਨਵੇਂ ਸਾਲ ਦੀ ਸਭ ਨੂੰ ਵਧਾਈ ਹੋਵੇ। ਨਵੇਂ ਸਾਲ ਵਿੱਚ ਮਿਲਾਂਗੇ ਐਂਡ ਪਰਮਾਤਮਾ ਸੁਖ ਸ਼ਾਂਤੀ ਰੱਖੇ ਪਰਿਵਾਰਾਂ ਦੇ ਵਿੱਚ ਸਾਰਿਆਂ ਨੂੰ। ਨਵੇਂ ਸਾਲ ਵਾਸਤੇ ਸਾਰਿਆਂ ਨੂੰ ਬਲੈਸਿੰਗ ਨੇ ਪਰਮਾਤਮਾ ਦੀਆਂ। ਔਰ ਅੱਗੋਂ ਮਿਲਾਂਗੇ ਤੇ ਫਿਰ ਅਸੀਂ ਦੇਖੋ ਨਵਾਂ ਟੌਪਿਕ ਲੈ ਕੇ ਮਿਲਾਂਗੇ। ਵਾਹਿਗੁਰੂ ਵਾਹਿਗੁਰੂ ਜੀ ਕਾ ਬਹੁਤ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਫਤਿਹ ਕੀ ਭੈਣ ਜੀ। ਫਤਿਹ। ਵਾਹਿਗੁਰੂ।